जतन बहुत मैं कर रहयो, मिट्यो न मन को मान। दुर्मत स्यों नानक फंद्यो, राख लिहो भगवान। राम गयो रावण गयो, जाको बो परवार। कहो नानक थिर कछ नहीं, सुपने ज्यों संसार। महला पंजवा गाथा। एक ओंकार सतगुर प्रसाद। करपूर पोहप सुगंधा, परस मनुख देह मलीणं। करपूर पोप सुगंधा परस, मानुख्य देह मलिनं। मजा रुद्र दुर्गंधा, नानक अथ गर्वेण अज्ञाननो। परमाणु परजंत, आकाशै दीप लो शिखंडणे। गछेण नैन पारेण नानक, बिना साधु ना सिद्ध्यते। जानो सत होवंतो मरणो, दृष्टेन मिथ्या। कीरत साथ चलंतो, अनंत नानक साध संगेण। माया चित परमेण, इष्ट मित्रेख बांधवै। लवद्यं साध संगेण नानक, सुख अस्थानं गोपाल भजनै। सतगुਰਾਂ ਦੀ ਸਾਜੀ ਨਵਾਜੀ, ਬਖਸ਼ਿਸ਼ਾਂ ਦੀ ਦਾਤੀ, ਨਾਮ ਨੂੰ ਪ੍ਰਦਾਨ ਕਰਨ ਵਾਲੀ ਗੁਰੂ ਦੀ ਸੰਗਤ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦੇ ਨਾਲ ਅੱਜ ਨਵੀਂ ਬਾਣੀ ਹੈ, ਭਾਵੇਂ ਛੋਟਾ ਰੂਪ ਹੈ। ਗੁਰੂ ਮਹਾਰਾਜ ਪੰਚਮ ਧੰਨ ਧੰਨ ਗੁਰੂ ਅਰਜਨ ਦੇਵ ਜੀ ਗਾਥਾ ਨਾਂ ਦੀ ਬਾਣੀ ਦੇ ਪ੍ਰਥਾਏ ਸਾਨੂੰ ਸਮਝਾ ਰਹੇ ਹਨ। ਗਾਥਾ ਸਾਧ ਸੰਗਤ ਜੀਓ, ਕਥਾ ਨੂੰ ਕਹਿੰਦੇ ਕਥਾ। ਇਹ ਵੀ ਪ੍ਰਾਕਿਰਤ ਦਾ ਹੀ ਰੂਪ ਹੈ। ਜਿਵੇਂ ਪਿੱਛੇ ਸਹਿਸਕ੍ਰਿਤੀ ਆਈ ਹੈ, ਉਸੇ ਤਰ੍ਹਾਂ ਇਹ ਸਹਿਸਕ੍ਰਿਤੀ ਹੈ। ਗੁਰੂ ਮਹਾਰਾਜ ਫਰਮਾਨ ਕਰ ਰਹੇ ਹੈ, ਕਰਪੂਰ ਪੋਹਪ ਸੁਗੰਧਾ ਪਰਸ। ਮੁਸ਼ਕ ਕਪੂਰ, ਫੁੱਲਾਂ ਦੀ ਸੁਗੰਧੀ, ਇਹਨੂੰ ਪਰਸ ਕੇ ਮਨੁੱਖ ਜਿਹੜੀ ਦੇਹ ਹੈ ਉਹਨੂੰ ਵੀ ਗੰਦਾ ਕਰ ਦਿੰਦੀ ਹੈ। ਇੰਨੀ ਗੰਦੀ ਮਨੁੱਖ ਦਾ ਸਰੀਰ ਹੈ, ਗੰਦਾ ਦੇਹ ਇਹਨਾਂ ਖੁਸ਼ਬੂ ਵਾਲੀਆਂ ਚੀਜ਼ਾਂ ਨੂੰ ਵੀ ਗੰਦਾ ਕਰ ਦਿੰਦੀ ਹੈ। ਮਨੁੱਖ ਇਹਦੇ ਉੱਤੇ ਮਾਣ ਕਰਦਾ। ਮਜ਼ਾ ਰੁਦਰ ਦੁਰਗੰਧਾ, ਚਰਬੀ ਲਹੂ ਦੁਰਗੰਧ। ਫੇਰ ਵੀ ਅਗਿਆਨੀ ਬੰਦਾ ਅਗਿਆਨ 'ਚ ਗਰਵ ਕਰਦਾ ਵੀ ਮੇਰੀ ਦੇਹ ਬੜੀ ਸੁਡੌਲ ਹੈ, ਬੜੀ ਸੁੰਦਰ ਹੈ, ਮੈਂ ਬੜਾ ਉੱਚਾ ਹੈ, ਮੈਂ ਬੜਾ ਸਭ ਨਾਲੋਂ ਅੱਛਾ ਹੈ, ਸੁੰਦਰ ਹੈ, ਸੁਡੌਲ ਹੈ। ਪਰਮਾਣੂ ਪਰਜੰਤ ਆਕਾਸ਼ੈ ਦੀਪ ਲੋ ਸਿਖੰਡਣੇ। ਗੁਰੂ ਮਹਾਰਾਜ ਫਰਮਾਉਂਦੇ ਵੀ ਜੇ ਇੰਨਾ ਛੋਟਾ ਵੀ ਬਣ ਜਾਵੇ ਬੰਦਾ ਆਈਟਮ ਦੀ ਤਰ੍ਹਾਂ, ਆਕਾਸ਼ਾਂ ਵਿੱਚ, ਦੀਪਾਂ ਵਿੱਚ, ਸਾਰੀਆਂ ਧਰਤੀਆਂ ਦੇ ਖੰਡਾਂ ਵਿੱਚ ਵੀ ਘੁੰਮਿਆ ਆਵੇ, ਇਹ ਸਿੱਧੀ ਹੁੰਦੀ ਹੈ ਇੱਕ ਛੋਟਾ ਜਿਹਾ ਹੋ ਕੇ ਘੁੰਮਿਆ ਆਉਣਾ। ਗਛੇਣ ਨੈਣ ਭਾਰੇਣ ਨਾਨਕ, ਬਿਨਾ ਸਾਧੂ ਨਾ ਸਿੱਧਿਅਤੇ। ਜੇ ਇੱਕ ਅੱਖ ਦੇ ਝਮੱਕੇ ਜਿੰਨੇ ਟਾਈਮ ਦੇ ਵਿੱਚ ਵੀ ਆਈਟਮ ਬਣ ਕੇ, ਛੋਟਾ ਰੂਪ ਬਣ ਕੇ ਸਾਰੇ ਰਟਨ ਕਰਿਆ ਵੇ ਆਕਾਸ਼ਾਂ ਦੀਪਾਂ 'ਚ, ਪਰ ਗੁਰੂ ਮਹਾਰਾਜ ਫਰਮਾਉਂਦੇ ਆ ਵੀ ਬਿਨਾਂ ਸਾਧੂ ਤੋਂ ਕਲਿਆਣ ਨਹੀਂ ਹੋਣਾ। ਇਹ ਰਿੱਧੀਆਂ ਸਿੱਧੀਆਂ ਦਾ ਖੰਡਨ ਹੈ। ਅਸਲ 'ਚ ਸਿੱਧੀਆਂ ਜਿਹੜੀਆਂ ਹੁੰਦੀਆਂ, ਸਿੱਧੀਆਂ ਦੇ ਵਿੱਚ ਬੰਦਾ ਜਿਵੇਂ ਸਿੱਧ ਪ੍ਰੈਕਟਿਸ ਕਰਦੇ ਹੁੰਦੇ ਸੀਗੇ, ਆਪਣੇ ਆਪ ਨੂੰ ਛੋਟਾ ਕਰ ਲੈਣਾ, ਆਪਣੇ ਆਪ ਨੂੰ ਬਹੁਤ ਵੱਡਾ ਕਰ ਲੈਣਾ, ਦੂਜੇ ਦੇ ਵਿੱਚ ਪ੍ਰਵੇਸ਼ ਕਰ ਜਾਣਾ, ਜਾਂ ਬਾਈ ਲੋਕੇਸ਼ਨ ਹੋ ਜਾਣੀ, 2-3 ਜਗ੍ਹਾ ਇੱਕੋ ਟਾਈਮ 'ਚ ਪ੍ਰਗਟ ਹੋ ਜਾਣਾ। ਇਹ ਸਿੱਧੀਆਂ ਹੁੰਦੀਆਂ ਕਹਾਣੀਆਂ। ਇਹਨਾਂ ਦਾ ਕੋਈ ਮਹਾਤਮ ਗੁਰਬਾਣੀ ਨੇ ਨਹੀਂ ਮੰਨਿਆ। ਇਹ ਸੰਸਾਰੀ ਚੀਜ਼ਾਂ ਹੈ, ਮਾਇਆਵੀ ਹੈ। ਇਹਨਾਂ ਦੇ ਨਾਲ ਬੰਦਾ ਦੂਜਿਆਂ ਨੂੰ ਪ੍ਰਭਾਵ ਤਾਂ ਸਕਦਾ ਸੰਸਾਰ ਨੂੰ, ਪਰ ਪਰਮਾਤਮਾ ਨੂੰ ਨਹੀਂ ਰਿਝਾ ਸਕਦਾ। ਇਹ ਦੂਜਾ ਰਸਤਾ ਰਿੱਧ ਸਿੱਧ ਅਵਰਾ ਸਾਧ ਹੈ।
ਬਿਨਾਂ ਸਾਧੂ ਤੋਂ ਬਿਨਾਂ ਗੁਰੂ ਤੋਂ ਗਤ ਨਹੀਂ ਹੋਣੀ ਭਾਈ, ਕਲਿਆਣ ਨਹੀਂ ਹੋ ਸਕਦਾ। ਜਾਣੋ ਸਤ ਹੋਵੰਤੋ ਮਰਣੋ ਦਿਸਟੈਣ ਮਿਥਿਆ। ਜਿਹੜਾ ਸੱਚ ਹੈ ਉਹ ਮਰਨਾ ਹੈ, ਮਰਨਾ ਸੱਚ, ਜਿਉਣਾ ਝੂਠ। ਤੇ ਜਿਹੜਾ ਕੋਈ ਦਿਖ ਰਿਹਾ ਆਪਾਂ ਨੂੰ, ਇਹ ਸੰਸਾਰ ਮਿਥਿਆ ਜਿਹੜਾ, ਇਹ ਝੂਠ ਹੈ, ਇਹਨੇ ਨਾ ਇਹਨੇ ਰਹਿਣਾ ਨਹੀਂ ਹੈ। ਮਰਨਾ ਸੱਚ ਹੈ, ਜਿਉਣਾ ਝੂਠ ਹੈ। ਕੀਰਤ ਸਾਥ ਚਲੰਥੋ ਪਟੰਤ ਨਾਨਕ, ਪੜੰਤ ਨਾਨਕ ਸਾਧ ਸੰਗੇ। ਨਾਲ ਕਿਹਨੇ ਜਾਣਾ? ਉਸ ਹਨੇਰੇ ਰਸਤੇ ਦੇ ਉੱਪਰ ਲੰਬਾ ਪੈਂਡਾ, ਉਹਦੇ ਵਿੱਚ ਚਾਨਣਾ ਕਿਹਨੇ ਦੇਣਾ? ਨਾਲ ਕਿਹਨੇ ਜਾਣਾ ਸਾਨੂੰ? ਨਾਮ ਨੇ, ਕੀਰਤੀ ਕਰੀ ਹੋਈ ਨਾਮ ਦੀ। ਔਰ ਸਾਧ ਸੰਗਤ ਦੇ ਵਿੱਚ ਬੈਠ ਕੇ ਕੀਰਤੀ ਜਿਹੜੀ ਕਰੀ ਜਾਂਦੀ ਹੈ, ਉਹਨੇ ਨਾਲ ਜਾਣਾ ਭਾਈ। ਕਿਉਂਕਿ ਸਾਧ ਸੰਗਤ ਦੇ ਵਿੱਚ ਨਾਮ ਪੈਦਾ ਹੁੰਦਾ ਗੁਰੂ ਦੀ ਬਖਸ਼ਿਸ਼ ਨਾਲ। ਉਹ ਨਾਮ ਹਿਰਦੇ ਦੇ ਵਿੱਚ ਸੁਰਤ ਵਿੱਚ ਹੁੰਦਾ ਹੈ, ਤਾਂ ਉਹ ਸੁਰਤ ਜਦੋਂ ਜਾਂਦੀ ਹੈ ਉਹਦੇ ਨਾਲ ਨਾਮ ਹੁੰਦਾ, ਉਹਦਾ ਉਹਨੂੰ ਚਾਨਣਾ ਹੁੰਦਾ। ਕੋਈ ਯਮਰਾਜ ਨੇੜੇ ਨਹੀਂ ਆ ਸਕਦਾ, ਕੋਈ ਵੀ ਜਮਦੂਤ ਨਹੀਂ ਨੇੜੇ ਆ ਸਕਦਾ। ਤੇ ਹਰੀ ਦੇ ਜਿਹੜੇ ਜਨ ਹੁੰਦੇ ਆ ਉਹ ਆ ਕੇ ਲਿਜਾਨੇ, ਹਰੀ ਦੇ ਜਿਹੜੇ ਗਣ ਹੁੰਦੇ ਜਮਾਂ ਨੂੰ ਤਾਂ ਨੇੜੇ ਆਉਣ ਦਾ ਹੁਕਮ ਹੀ ਨਹੀਂ ਹੁੰਦਾ ਇਸੇ ਮਹਾਂਪੁਰਸ਼ ਦੇ। ਪੜੰਤ ਨਾਨਕ ਸਾਧ ਸੰਗੇ। ਤੋ ਸੰਗਤ ਦੇ ਵਿੱਚ ਬੈਠ ਕੇ ਕੀਰਤੀ ਕਰਨੀ, ਕੀਰਤਨ ਕਰਨਾ ਪਰਮਾਤਮਾ ਦਾ, ਇਹ ਸਭ ਤੋਂ ਉੱਚਾ ਕਰਮ ਹੈ। ਸਿਰ ਕਰਮਨ ਕੇ ਕਰਮਾ ਹੈ। ਮਾਇਆ ਚਿੱਤ ਭਰਮੇਣ, ਇਸ਼ਟ ਮਿਤਰੇਖ ਬੰਧਵੈ। ਇਹ ਜਿਹੜੇ ਮਿੱਤਰ ਹੈ, ਸਾਥੀ ਹੈ, ਇਸ਼ਟ ਪਿਆਰੇ ਹੈ, ਇਹ ਮਾਇਆ ਦਾ ਰੂਪ ਹੈ। ਇਹਨਾਂ ਦੇ ਵਿੱਚ ਸਾਡਾ ਚਿੱਤ ਭਰਮਿਆ ਹੋਇਆ, ਕਿਉਂਕਿ ਸਰੀਰ ਵੀ ਮਾਇਆ। ਮਿੱਤਰ, ਇਸ਼ਟ, ਪ੍ਰੇਮੀ, ਰਿਸ਼ਤੇਦਾਰ ਸਭ ਮਾਇਆ ਦਾ ਰੂਪ ਹੈ। ਇਹ ਨਾਲ ਨਹੀਂ ਜਾਂਦਾ ਕੋਈ ਵੀ। ਇੱਥੇ ਗੁਜਰਾਨ ਖਾਤਰ ਲੋੜ ਹੈ ਇਹਨਾਂ ਦੀ, ਛੱਡ ਕੇ ਵੀ ਨਹੀਂ ਜਾਣੇ, ਰਹਿਣਾ ਵੀ ਵਿੱਚ ਹੈ, ਪਰ ਇਹਨਾਂ ਤੋਂ ਆਪਣੇ ਮਨ ਨੂੰ ਥੋੜ੍ਹਾ ਜਿਹਾ ਦੂਰ ਰੱਖਣਾ। ਲਬਧੇ ਸਾਧ ਸੰਗੇਣ ਨਾਨਕ, ਸੁਖ ਅਸਥਾਨ ਗੋਪਾਲ ਭਜਨ। ਸਾਧ ਸੰਗਤ ਦੇ ਵਿੱਚ ਨਾਮ ਮਿਲਦਾ ਹੈ, ਨਾਮ ਦੀ ਪ੍ਰਾਪਤੀ ਹੁੰਦੀ ਹੈ, ਸੁੱਖ ਮਿਲਦਾ ਹੈ, ਆਨੰਦ ਮਿਲਦਾ ਹੈ। ਔਰ ਜਿਹੜਾ ਅਸਲੀ ਸਥਾਨ ਹੈ ਸਾਡਾ, ਜਿੱਥੇ ਜਾ ਕੇ ਟਿਕਣਾ ਹੈ, ਡੱਡਾ ਡੇਰਾ ਇਹ ਨਹੀਂ ਜੈ ਡੇਰਾ ਤੈ ਜਾਨ। ਸਾਡਾ ਡੇਰਾ ਇਹ ਨਹੀਂ ਜਿਹੜਾ ਕੋਠੀਆਂ ਉਰੇ, ਨੋ, ਸਾਨੂੰ ਅੱਗੇ ਜਾਣਾ ਹੈ, ਜਿੱਥੇ ਟਿਕਣਾ ਹੈ। ਜੇ ਟਿਕ ਸਕੀਏ, ਨਹੀਂ ਤਾਂ ਫਿਰ 84 ਵਾਲਾ ਗੇਟ ਤਾਂ ਪੈਣਾ ਹੀ ਪੈਣਾ। ਜੇ ਟਿਕਣਾ ਹੈ ਨਾਮ ਦੇ ਆਸਰੇ ਨਾਲ, ਤਾਂ ਉਹ ਹੋਰ ਚੀਜ਼ ਹੈ। ਉਹ ਡੇਰਾ ਇੱਥੇ ਨਹੀਂ ਹੈ, ਉਹ ਅੱਗੇ ਪਰਮਾਤਮਾ ਦੇ ਚਰਨ ਹੈ। ਗੋਪਾਲ ਦਾ ਭਜਨ ਕਰਨਾ ਸਾਧ ਸੰਗਤ ਦੇ ਵਿੱਚ, ਫਿਰ ਉਹ ਸੁੱਖ ਸਥਾਨ ਦੇ ਉੱਤੇ ਵਾਸਾ ਹੁੰਦਾ ਸਾਡਾ। ਪਹਿਲਾ ਸੁੱਖ ਸਥਾਨ ਸੰਗਤ ਹੈ, ਦੂਜਾ ਸੁੱਖ ਸਥਾਨ ਜੇ ਨਾਮ ਪ੍ਰਾਪਤ ਹੋ ਗਿਆ ਤਾਂ ਪਰਮਾਤਮਾ ਦੇ ਚਰਨ। ਇਹ ਦੋਹੇ ਹੀ ਸੁੱਖਾਂ ਦਾ ਆਸਣ ਹੈ, ਸੁੱਖਾਂ ਦਾ ਸਥਾਨ ਹੈ, ਸੁੱਖਾਂ ਦੀ ਵਿਧੀ ਹੈ ਸੰਗਤ, ਤੇ ਪਰਮਾਨੈਂਟ ਸਥਾਨ ਹੈਗਾ ਪਰਮਾਤਮਾ ਦੇ ਚਰਨ, ਜਿਹਦੇ ਵਿੱਚ ਫਿਰ ਸਾਡੇ ਸਾਰੇ ਦੁੱਖ ਕੱਟੇ ਜਾਂਦੇ। ਸਾਧ ਸੰਗਤ ਜੀਓ, ਜਿਹੜੇ ਅੱਜ ਦੋ ਮੁੱਖ ਵਾਕ ਦੱਸ ਰਹੇ ਨੇ, ਪੜ੍ਹੇ ਪਹਿਲਾਂ, ਯਤਨ ਬਹੁਤ ਮੈਂ ਕਰ ਰਹੇ ਹੋ, ਮਿਟਿਓ ਨਾ ਮਨ ਕੋ ਮਾਨ। ਇੱਕ ਦਿਨ ਪਹਿਲਾਂ ਵਿਚਾਰ ਕਰੀ ਸੀ ਨਾ ਵੀ ਸੰਤ ਜਨਾ ਮਿਲ ਹਰ ਜਸ ਗਾਇਓ। ਇਹ ਜਿਹੜਾ ਊੜਾ ਖੁੱਲਾ ਕਰਕੇ ਆਉਣਾ ਹੈ ਨਾ ਗੁਰਬਾਣੀ ਦੇ ਵਿੱਚ, ਇਹ ਪਾਸਟ ਟੈਂਸ ਦਾ ਪ੍ਰਤੀਕ ਹੈ, ਭੂਤਕਾਲ ਦਾ। ਮੈਂ ਯਤਨ ਬਹੁਤ ਕੀਤੇ, ਕਰ ਰਿਹਾ, ਮਿਟਿਓ ਨਾ ਮਨ ਕੋ ਮਾਨ। ਮੇਰੇ ਮਨ ਦਾ ਮਾਨ ਨਹੀਂ ਮਿਟਿਆ, ਹੰਕਾਰ ਨਹੀਂ ਗਿਆ। ਦੁਰਮਤ ਸਿਓ ਨਾਨਕ ਫੰਦਿਓ। ਗੁਰੂ ਨਾਨਕ ਸਾਹਿਬ ਫਰਮਾ ਰਹੇ ਹੈ, ਨੌਵੇਂ ਪਾਤਸ਼ਾਹ, ਨੌਵੇਂ ਨਾਨਕ, ਬਈ ਮੈਂ ਤਾਂ ਦੁਰਮਤ ਵਿੱਚ ਫਸਿਆ ਰਿਹਾ, ਫੰਦਿਆ ਰਿਹਾ। ਰੱਖ ਲਿਓ ਭਗਵਾਨ, ਮੈਨੂੰ ਰੱਖ ਲੈ। ਗੁਰਮਤਿ ਸੁਨ ਕਛ ਗਿਆਨ ਨਾ ਉਪਜਿਓ। ਉਪਜਿਓ ਦਾ ਮਤਲਬ ਉਪਜਿਆ। ਪਸ ਜਿਉ ਉਦਰ ਭਰੋ, ਕਹੋ ਨਾਨਕ ਪ੍ਰਭ ਬਿਰਦ ਪਛਾਨੋ, ਤਾਉ ਹੋਣ ਪਤਿਤ ਤਰੋ। ਗੁਰਮਤਿ ਸੁਣ ਕੇ ਵੀ ਮੇਰੇ ਪੱਲੇ ਕੁਛ ਨਹੀਂ ਪਿਆ। ਤੂੰ ਆਪਣਾ ਸੁਭਾਅ ਪਛਾਣ, ਜਿਹੜਾ ਤੂੰ ਪਾਪੀਆਂ ਨੂੰ ਤਾਰਦਾ ਹੈ, ਤੂੰ ਕਿਰਪਾ ਕਰ ਦੇ ਬਸ। ਮੇਰੇ ਪੱਲੇ ਕੁਛ ਨਹੀਂ ਪੈਂਦਾ, ਮੈਂ ਅਣਜਾਣ ਹੈ, ਮੈਂ ਤਾਂ ਹਉਮੈ ਦਾ ਸ਼ਿਕਾਰ ਹੈ। ਤੂੰ ਮੈਨੂੰ ਰੱਖ ਲੈ, ਆਪਣੀ ਕਿਰਪਾ ਹੀ ਵਰਸਾ ਦੇ ਬਸ।
ਗੁਰਮਤਾਂ ਸੁਣ ਕੇ ਵੀ ਮੇਰੇ ਪੱਲੇ ਕੁਝ ਨਹੀਂ ਪੈਂਦਾ, ਮੈਂ ਨਹੀਂ ਕੁਝ ਵੀ ਕਰ ਸਕਦਾ। ਇਹ ਆਪਣੇ ਆਪ ਨੂੰ ਬਿਲਕੁਲ ਨਿਮਾਣਾ ਹੋ ਕੇ ਹੇਠਾਂ ਢਹਿ ਪੈਣ ਦੀ ਬਾਤ ਹੈ। ਰਾਮ ਗਇਓ ਰਾਵਣ ਗਇਓ, ਰਾਮ ਵੀ ਗਿਆ, ਰਾਮ ਜੀ ਵੀ ਗਏ, ਰਾਵਣ ਵੀ ਗਿਆ। ਗਇਓ ਦਾ ਮਤਲਬ ਹੈ ਗਿਆ, ਇੱਥੋਂ ਚਲੇ ਗਿਆ। ਇਹ ਫਿਰ ਉਹੀ ਜਿਹੜਾ ਗੁਰਬਾਣੀ ਦੇ ਵਿੱਚ ਆਪ ਜੀ ਨਾਲ ਪਹਿਲਾਂ ਵਿਚਾਰ ਕਰੀ ਸੀ ਵੀ ਇਹ ਊੜਾ ਖੁੱਲਾ ਜਿੱਥੇ ਆਉਂਦਾ ਪਿੱਛੇ, ਉਹ ਪਾਸਟ ਟੈਂਸ ਦਾ ਪ੍ਰਤੀਕ ਹੁੰਦਾ। ਰਾਮ ਗਇਓ ਯਾਨੀ ਰਾਮ ਗਿਆ, ਰਾਵਣ ਗਇਓ ਰਾਵਣ ਗਿਆ, ਜਾਂ ਕੋ ਬਹੁ ਪਰਿਵਾਰ। ਤੋ ਸਾਧ ਸੰਗਤ ਜੀ, ਉਹ ਨਿਯਮ ਤਾਂ ਉਹੀ ਹੁੰਦੇ, ਲਾਗੂ ਵੀ ਹੁੰਦੇ। ਕਿਤੇ ਇੱਕ ਅੱਧੀ ਐਕਸੈਪਸ਼ਨ ਦੀ ਜਗ੍ਹਾ, ਜਿਵੇਂ ਬਾਕੀ ਦੀ ਸਾਰੀ ਬਾਣੀ ਦੇ ਵਿੱਚ ਊੜੇ ਨੂੰ ਔਂਕੜ, ਜਿਵੇਂ ਕਰਿਓ, ਗਇਓ, ਜਾਇਓ ਊੜੇ ਦੀ ਔਂਕੜ ਨਾਲ ਵੀ ਆਉਂਦਾ, ਜਾਂ ਕੱਕਾ ਰਾਰਾ ਊੜੇ ਨੂੰ ਔਂਕੜ ਆਉਂਦਾ। ਨੌਵੇਂ ਪਾਤਸ਼ਾਹ ਦੀ ਬਾਣੀ 'ਚ ਇਹ ਥੋੜ੍ਹਾ ਜਿਹਾ ਐਕਸੈਪਸ਼ਨ ਹੈ। ਇਹਦੇ 'ਚ ਸੰਬੋਧਨ ਦੇ ਤੌਰ 'ਤੇ ਆਉਂਦਾ। ਬਾਕੀ ਬਾਣੀ ਦੇ ਵਿੱਚ ਸੰਬੋਧਨ ਨਹੀਂ ਹੈ, ਉੱਥੇ ਬਿੰਦੀ ਲੱਗ ਕੇ ਬੋਲਦਾ ਹੈ ਵੀ ਮੈਂ ਇਸ ਤਰ੍ਹਾਂ ਕਰਾਂ। ਤੇ ਨੌਵੇਂ ਪਾਤਸ਼ਾਹ ਦੀ ਬਾਣੀ 'ਚ ਇਹ ਆਉਂਦਾ ਫਿਰ ਸੰਬੋਧਨ ਦੇ ਰੂਪ 'ਚ ਊੜੇ ਨੂੰ ਔਂਕੜ ਨਾਲ। ਇਸ ਤਰ੍ਹਾਂ ਦੀਆਂ ਕੁਛ ਐਕਸੈਪਸ਼ਨ ਤਾਂ ਹਰ ਜਗ੍ਹਾ ਹੁੰਦੀਆਂ ਹੀ ਰੂਲ ਨੂੰ, ਪਰ ਕੁੱਲ ਮਿਲਾ ਕੇ ਰੂਲ ਹੁੰਦਾ। ਵਿਆਕਰਨ ਦੇ ਜਿਹੜੇ ਰੂਲ ਆ ਉਹ ਸਭ ਪਰ ਲਾਗੂ ਹੁੰਦੇ, ਐਕਸੈਪਸ਼ਨ ਆਰ ਦੇਅਰ। ਕੋਈ ਅਪਸ਼ਬਦ ਦੀ ਖਿਮਾ ਦਿਓ ਅਸੀਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀਓ, ਤੁਹਾਡੀ ਪ੍ਰੇਰਨਾ ਪਹਿਲਾਂ ਵੀ ਦੱਸ ਰਹੇ ਨੇ, ਕਈ ਵਾਰ ਕਹਿ ਲਈ। ਦਾਸਰਾ ਕਦੇ ਚਾਪਲੂਸੀ ਕਿਸੇ ਦੀ ਨਹੀਂ ਕਰਦਾ, ਪਰ ਸੱਚ ਕਹਿਣ ਤੋਂ ਵੀ ਗੁਰੇਜ਼ ਨਹੀਂ ਕਰਦਾ। ਇਹ ਤੁਹਾਡੀ ਪ੍ਰੇਰਨਾ ਜਿਹੜੀ, ਮੈਂ ਇਹਦੇ ਬਾਰੇ ਕੁਛ ਨਹੀਂ ਕਹਿ ਸਕਦਾ। ਬਹੁਤ ਉੱਚੀ ਹੈ। ਇਹ ਸ਼ਬਦ ਵੀ ਛੋਟੇ ਹੈ। ਜੇ ਟਕਸਾਲੀ ਵੀਰ ਇਸ ਚੀਜ਼ ਨੂੰ ਗ੍ਰਹਿਣ ਕਰ ਲਵੇ, ਅਧਿਆਤਮ ਦੇ ਨਾਲ ਨਾਲ ਵਿਆਕਰਨ ਨੂੰ, ਮੇਰਾ ਖਿਆਲ ਹੈ ਵੀ ਮਿਸ਼ਨਰੀਆਂ ਦਾ ਅੱਧਾ ਹੱਲ ਸੋਲਵ ਹੋ ਜਾਵੇ, ਅੱਧਾ ਉਹਨਾਂ ਦੇ ਦਿਮਾਗ 'ਚੋਂ ਵਾਸ਼ ਹੋ ਜਾਵੇ ਸਾਰਾ ਕੁਛ। ਕਿਉਂਕਿ ਉਹ ਜਦੋਂ ਵਿਆਕਰਨ ਦੇ ਅਰਥ ਦੇਖਦੇ ਆ ਸਹੀ ਹੁੰਦੇ ਆ, ਉਹ ਫਿਰ ਉਹ ਟਕਸਾਲੀ ਅਰਥ ਦੇਖਦੇ, ਉਹਨਾਂ ਦੇ ਮਨ ਵਿੱਚੋਂ ਬਿਲਕੁਲ ਸ਼ਰਧਾ ਉੱਡ ਜਾਂਦੀ ਹੈ। ਇਹੀ ਬਾਤ ਹੈ ਜਿਹੜੀ ਦਾਸਰਾ ਵਾਰ ਉਹਨਾਂ ਨੂੰ ਵੀ ਇਹੀ ਗੱਲ ਕਹਿੰਦਾ ਵੀ ਤੁਸੀਂ ਅਧਿਆਤਮ ਨਾਲ ਵੀ ਜੁੜੋ, ਵਿਆਕਰਨ ਦੇ ਨਾਲ ਨਾਲ। ਜਿਹੜੇ ਮਿਸ਼ਨਰੀ ਹੈ ਤੇ ਜਿਹੜੇ ਹੈਗੇ ਟਕਸਾਲੀ, ਉਹਨਾਂ ਨੂੰ ਦਾਸਰੇ ਦੀ ਬੇਨਤੀ ਹੈ ਵੀ ਤੁਸੀਂ ਭਾਈ ਵਿਆਕਰਨ ਪੱਖ ਨੂੰ ਵੀ ਲਓ ਨਾਲ, ਤਾਂ ਕਿ ਸਹੀ ਅਰਥ ਸਮਝ ਆ ਜਾਏ। ਇਹ ਨਾ ਸਮਝੋ ਵੀ ਜਿਹੜੇ ਪਹਿਲਾਂ ਹੋ ਚੁੱਕੇ ਉਹੀ ਸਹੀ ਹੈ। ਵਿਆਕਰਨ ਵੀ ਤਾਂ ਗੁਰੂ ਸਾਹਿਬ ਦਾ ਹੀ ਹੈ। ਆਪਣੀ ਵਿਵੇਕ ਬੁੱਧੀ ਨਾਲ ਨਿਰਣਾ ਕਰ ਲਓ। ਆਪਣੀ ਜਗ੍ਹਾ ਸਭ ਮੁਬਾਰਕ ਹੈ, ਜਿਹੜੇ ਪਹਿਲਾਂ ਕਰਕੇ ਗਏ ਉਸ ਸਮੇਂ ਦੇ ਮੁਤਾਬਕ ਉਹ ਬਹੁਤ ਉੱਚੇ ਸੀਗੇ। ਕਮ ਸੇ ਕਮ ਅਧਿਆਤਮ ਪੱਖ ਉਹਨਾਂ ਦਾ ਬਹੁਤ ਉੱਚਾ ਸੀਗਾ, ਤਾਂ ਉਹ ਵੀ ਨਹੀਂ ਆਪਾਂ ਨੇ ਛੱਡਣਾ ਹੈ। ਸਤਿਕਾਰ ਤਾਂ ਸਾਰੇ ਹੀ। ਤੇ ਜਿਹੜੀ ਨਵੀਂ ਵਿਚਾਰ ਹੈ ਉਹ ਵੀ ਸੰਗਤ ਦੇ ਵਿੱਚ ਰੱਖਣੀ, ਉਹ ਵੀ ਆਪਣੀ ਨਹੀਂ ਹੈ, ਉਹ ਵੀ ਗੁਰੂ ਮਹਾਰਾਜ ਦੀ ਹੈ। ਜਦੋਂ ਮਿਲ ਗਈ ਠੀਕ ਹੈ, ਨਹੀਂ ਪਤਾ ਸੀ ਨਾ ਪਤਾ, ਉਹ ਜੁਦੀ ਗੱਲ। ਸੋ ਵਿਆਕਰਨ ਦੀਆਂ ਕਿਤਾਬਾਂ ਦੱਸ ਰਹੇ ਨੇ, ਅਸਲ 'ਚ ਕੋਈ ਪਰਟੀਕੂਲਰ ਤਾਂ ਹੈ ਨਹੀਂ ਵੀ ਆਹ ਕਿਤਾਬ 'ਚ ਇਹ ਸਾਰਾ ਕੁਝ ਲਿਖਿਆ। ਇਹ ਤਾਂ ਬਹੁਤ ਸਾਰੀਆਂ, ਪਤਾ ਨਹੀਂ ਅੱਜ ਤੋਂ 30 ਸਾਲ ਪਹਿਲਾਂ, 40, ਉਦੋਂ ਥੋੜ੍ਹਾ ਜਿਹਾ ਯੰਗ ਏਜ ਵੀ ਸੀ, ਬਹੁਤ ਦੱਸ ਰਹੇ ਨੂੰ ਕਈ ਵਾਰ ਸਾਰੀ ਰਾਤ ਹੀ ਲੰਘ ਜਾਂਦੀ ਸੀ ਇੱਕ ਬੁੱਕ ਨੂੰ ਪੜ੍ਹਨ ਖਾਤਰ, ਜਿਹਦੇ ਵਿੱਚ ਮੈਨੂੰ ਮੋਟੀਆਂ ਯਾਦ ਹੈ। ਇੱਕ ਤਾਂ ਧੰਨਾ ਸਿੰਘ ਰਿਟਾਇਰਡ ਕਮਿਸ਼ਨਰ ਹੈ ਕੋਈ, ਹਾਲਾਂਕਿ ਸਿੱਖ ਹਲਕਿਆਂ ਵਿੱਚ ਉਹਨਾਂ ਦਾ ਕੋਈ ਬਹੁਤਾ ਨਾਂ ਨਹੀਂ ਹੈ, ਪਰ ਉਹ ਰਿਟਾਇਰਡ ਕਮਿਸ਼ਨਰ ਸੀ IAS। ਉਹਨਾਂ ਦੇ ਆਸ਼ਾਸ਼ ਜਾਈਏ, ਬਲਿਹਾਰ ਜਾਈਏ, ਉਹਨਾਂ ਨੇ ਵਿਆਕਰਨ ਦੀ ਜਿੰਨੀ ਖੋਜ ਕਰੀ, ਮੇਰਾ ਖਿਆਲ ਨਹੀਂ ਵੀ ਕਿਸੇ ਹੋਰ ਵਿਦਵਾਨ ਦੀ ਖੋਜ ਉਹਨਾਂ ਦੇ ਬਰਾਬਰ ਹੈ। ਇੱਕ ਤੁਕ ਵੀ ਦੱਸੀ ਹੋਈ ਹੈ ਉਹਨਾਂ ਨੇ ਵੀ ਕਿੰਨੀ ਵਾਰ ਗੁਰਬਾਣੀ 'ਚ ਆਈ ਹੋਈ ਹੈ। ਇੱਕ ਤਾਂ ਉਹ ਪੜ੍ਹੀ ਉਹਨਾਂ ਦਿਨਾਂ 'ਚ, ਮੁੜ ਕੇ ਤਾਂ ਕਦੇ ਦੇਖਿਆ ਹੀ ਨਹੀਂ, ਫਿਰ ਖਿਆਲ ਹੀ ਨਹੀਂ ਕਰਿਆ। ਫਿਰ ਭਾਈ ਰਣਧੀਰ ਸਿੰਘ ਜੀ ਦੀ ਲਗਾ ਮਾਤਰਾ ਦੀ ਵਿਲੱਖਣਤਾ, ਪ੍ਰੋਫੈਸਰ ਸਾਹਿਬ ਸਿੰਘ ਜੀ ਦਾ ਟੀਕਾ, ਭਾਈ ਜੋਗਿੰਦਰ ਸਿੰਘ ਤਲਵਾੜਾ ਜੀ ਦੇ, ਤੇ ਇੱਕ ਸ਼ਾਇਦ ਇੱਕ ਪਟਿਆਲੇ ਵਾਲੇ ਜਿਹੜੇ ਨਿਰਣੈਕਾਰ ਹੈ ਗਿਆਨੀ ਹਰਬੰਸ ਸਿੰਘ ਜੀ। ਹੋਰ ਵੀ ਕੁਛ ਨਾ ਕੁਛ, ਹੁਣ ਉਹ ਮਿਸ਼ਨਰੀਆਂ ਦੇ ਵੀ ਹੈ ਆਪਣੇ ਵਿਆਕਰਨ ਦੀਆਂ ਛੋਟੇ ਪੈਂਫਲੇਟ ਜਿਹੇ ਹੁੰਦੇ ਬਣੇ ਹੋਏ।
ਮਿਸ਼ਨਰੀ ਕਾਜ ਲੁਧਿਆਣਾ ਤੋਂ ਛਪਦੇ ਉਹ। ਤੇ ਹੁਣ ਬਹੁਤੇ ਹੁਣ ਯਾਦ ਵੀ ਨਹੀਂ, ਜਿੱਥੋਂ ਵੀ ਕੁਝ ਮਿਲਦਾ ਸੀਗਾ ਉਹ ਨੋਟ ਕਰ ਲਈਦਾ ਸੀਗਾ। ਇਹ ਇੱਕ ਜਗ੍ਹਾ ਨਹੀਂ ਹੈ ਕਿਤੇ ਵੀ ਲਿਖਿਆ ਵੀ ਕਿਸੇ ਇੱਕ ਬੁੱਕ 'ਚ ਹੋਊਗਾ, ਨਾ ਨਾ। ਬਟ ਲਿਖਿਆ ਪਿਆ ਸੀਗਾ, ਕਿਤੇ ਸਾਹਮਣੇ ਆ ਗਈ ਗੱਲ, ਤਾਂ ਕਰਕੇ ਉਂਝ ਜਿਹੜੀ ਜਨਰਲ ਬਣ ਗਈ ਸੀਗੀ ਆਪਣੇ ਮਾਈਂਡ ਦੀ, ਜਿਹੜਾ ਸੈਟਅਪ ਵਿਆਕਰਨ ਦੇ ਤੌਰ 'ਤੇ ਬਣ ਗਿਆ ਸੀਗਾ, ਉਹ ਤਾਂ ਚੱਲੇ ਰਿਹਾ। ਪਰ ਪਰਟੀਕੁਲਰਲੀ ਇਹ ਸਾਹਮਣੇ ਆ ਗਈ, ਕਿਤੇ ਲਿਖੀਆਂ ਹੋਈਆਂ ਸੀਗੀਆਂ ਵਿਚਾਰਾਂ, ਉਹ ਹੁਣ ਸਾਹਮਣੇ ਆ ਰਹੀਆਂ। ਫਿਰ ਉਹਨਾਂ ਦੀ ਹੁਣ ਲੋੜ ਵੀ, ਇਹ ਸਿਰਫ ਤੁਹਾਨੂੰ ਸਿਰਾ ਜਾਂਦਾ, ਅਦਰਵਾਈਜ਼ ਸ਼ਾਇਦ ਇਹ ਨਾ ਵੀ ਸਾਹਮਣੇ ਆਉਂਦੀ ਗੱਲ। ਭਾਈ ਰਣਜੀਤ ਸਿੰਘ ਜੀ, ਕੇਵਲ ਔਰ ਕੇਵਲ ਤੁਹਾਨੂੰ, ਨਹੀਂ ਦਬੀਆਂ ਪਈਆਂ ਰਹਿਣੀਆਂ ਸੀ ਅੰਦਰੇ। ਠੀਕ ਹੈ, ਵਿੱਚ ਗਾਏ ਬਗਾਏ ਕਦੇ ਨਾ ਕਦੇ ਕੋਈ ਗੱਲ ਨਿਕਲਣੀ ਸੀਗੀ, ਪਰ ਇੱਕਣ ਨਹੀਂ ਸੀ ਨਿਕਲਣਾ। ਅੱਜ ਦੱਸ ਰਹੇ ਨੇ ਅਲਪਾਰਥਕ ਨਾਮ, ਯਾਨੀ ਡਿਮੀਨਿਊਟਿਵ ਨਾਉਨ ਜਿਹੜੇ ਗੁਰਬਾਣੀ 'ਚ ਆਉਂਦੇ, ਉਹਨਾਂ ਦੀ ਵਿਚਾਰ ਆਪ ਜੀ ਨਾਲ ਸਾਂਝੀ ਕਰਨੀ ਹੈ। ਸਹਿਸਕ੍ਰਿਤੀ ਤਾਂ ਸਮਾਪਤ ਹੋ ਲਈ, ਹੁਣ ਗਾਥਾ ਵੀ ਉਹੀ ਸਹਿਸਕ੍ਰਿਤੀ ਉਹ ਹੈ, ਉਹਦੀ ਵੀ 2-3 ਦਿਨ 'ਚ ਹੋ ਜਾਏਗੀ। ਉਸ ਤੋਂ ਬਾਅਦ ਜੋ ਹੁਕਮ ਸੰਗਤ ਕਰੂਗੀ ਉਹਦੇ ਮੁਤਾਬਕ ਫਿਰ ਚੱਲਾਂਗੇ। ਅੱਜ ਜਿਹੜੀ ਹੁਣ ਵਿਚਾਰ ਦਾ ਆਸਰਾ ਪਾਊਗਾ, ਉਹ ਅਲਪਾਰਥਕ ਨਾਮ ਜਿਹਨੂੰ ਕਹਿੰਦੇ ਆ, ਡਿਮੀਨਿਊਟਿਵ ਨਾਉਨ ਗੁਰਬਾਣੀ 'ਚ ਕਿਵੇਂ ਆਏ ਹੋਏ ਆ, ਉਹਨਾਂ ਦੀ ਕਿਆ ਮਹਾਨਤਾ, ਉਹਦੀ ਕੁਛ ਵਿਚਾਰ ਕਰਾਂਗੇ ਆਪ ਜੀ ਦੇ ਨਾਲ, ਕਿਉਂਕਿ ਸਾਰੀ ਬਾਣੀ 'ਚੋਂ ਆਉਂਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਬਖਸ਼ੀ ਹੋਈ ਇਨਾਇਤਾਂ ਬਖੇਰਦੀ ਸਾਧ ਸੰਗਤ ਜੀਓ, ਆਪ ਜੀ ਦੇ ਨਾਲ ਗਾਏ ਬਗਾਏ ਕੁਛ ਨਾ ਕੁਛ ਸਾਂਝਾ ਹੋ ਰਿਹਾ ਹੈ। ਅੱਜ ਅਲਪਾਰਥਕ ਨਾਮ ਇੱਕ ਗੁਰਬਾਣੀ 'ਚ ਆਉਂਦੇ ਆ, ਜਿਹਨੂੰ ਅੰਗਰੇਜ਼ੀ 'ਚ ਡਿਮੀਨਿਊਟਿਵ ਨਾਉਨ ਕਿਹਾ ਜਾਂਦਾ ਹੈ। ਇਹ ਕਿਹਨੂੰ ਕਹਿੰਦੇ ਆ, ਪਹਿਲਾਂ ਇਹ ਸੁਣਿਓ। ਸੋਹਣੇ ਔਰ ਸੁੰਦਰ ਬਾਲਕ ਦੀ ਤਰ੍ਹਾਂ ਵਧੀਆ ਕੋਈ ਚੀਜ਼ ਹੋਵੇ, ਔਰ ਉਹਨੂੰ ਛੋਟਾ ਬਣਾਉਣ ਲਈ, ਜਿਵੇਂ ਬੰਦਾ ਹੈ ਬੜਾ ਹੈ, ਬਾਲ ਛੋਟਾ ਜਿਹਾ ਚੰਗਾ ਲੱਗਦਾ ਨਾ, ਉਸੇ ਤਰੀਕੇ ਨਾਲ ਨਾਮ ਹੈ। ਜਿਹੜੇ ਨਾਮ ਹੈ ਉਹਨਾਂ ਨੂੰ ਛੋਟਾ ਰੂਪ ਬਣਾ ਕੇ ਵਧੀਆ ਖੂਬਸੂਰਤ ਬਣਾਉਣ ਵਾਸਤੇ ਵਰਤਿਆ ਜਾਂਦਾ ਹੈ। ਜਿਵੇਂ ਆ ਲਾ ਕੇ ਬਣਦੇ ਆ ਮਨੂਆ, ਛੋਟਾ ਜਿਹਾ ਮਨ, ਨਟੂਆ ਔਰ ਖਟੀਆ, ਜਮੂਆ, ਜਮ ਤੇ ਜਮੂਆ, ਰਮਈਆ, ਸੋਹਣਾ ਰਾਮ, ਜਰੂਆ, ਇਹ ਤਾਂ ਆ ਲਾ ਕੇ ਬਣਦੇ। ਕਾ ਲਾ ਕੇ ਬਣਦੇ ਆ ਮਟਕੀ, ਲਸਟਿਕਾ, ਰਾਮਚੰਦ ਕੀ ਲਸਟਿਕਾ ਜਿਨ ਮਾਰਿਆ ਰੋਗ, ਨੌਕਾ, ਕਿਸ਼ਤੀ, ਰੇਣਕਾ, ਜਿਹੜੀ ਧੂੜ ਹੁੰਦੀ ਹੈ ਸੰਤਾਂ ਦੀ ਰੇਣਕਾ, ਘਟਕਾ, ਘੜੇ ਨੂੰ ਕਹਿੰਦੇ ਆ। ਇੱਕ ਬਣਦੇ ਆ ਟੈਂਕੇ ਨੂੰ ਕੰਨਾ ਟਾ ਲਾ ਕੇ, ਜਿਵੇਂ ਖੂਹ ਹੁੰਦਾ ਉਹਨੂੰ ਖੂਟਾ, ਅੰਤਰ ਖੂਟਾ ਅੰਮ੍ਰਿਤ ਭਰਿਆ, ਸ਼ਬਦੇ ਕਾਢ ਪੀਏ ਪਨਿਹਾਰੀ। ਔਰ ਨਾਂ ਲਾ ਕੇ ਜਿਹੜੇ ਸ਼ਬਦ ਬਣਦੇ, ਜਿਵੇਂ ਲਾਲਨ, ਚੋਲਨਾ, ਚੋਲੇ ਨੂੰ, ਆਸੂਣੀ, ਬੱਤ ਆਸੂਣੀ ਬੰਨ, ਆਇਓ ਬੰਦਾ ਦੁਨੀ 'ਚ। ਛੋਟੀਆਂ ਛੋਟੀਆਂ ਆਸਾਂ ਦੀ, ਬਹੁਤ ਵਧੀਆ ਵਧੀਆ ਆਸਾਂ ਦੀ ਗਠੜੀ ਬੰਨ੍ਹ ਕੇ ਆਇਆ ਬੰਦਾ। ਤੋ ਆਸ ਨੂੰ ਆਸੂਣੀ ਕਹਿਣਾ ਬੜਾ ਵਧੀਆ ਲੱਗਦਾ ਹੈ, ਖੂਬਸੂਰਤ ਬਣਾਉਣ ਖਾਤਰ ਹੈ। ਦੇਖੋ ਤਾਂ ਸਹੀ ਗੁਰਬਾਣੀ ਦੇ ਕਿੰਨੇ ਰੰਗ ਹੈ। ਰਾਹ, ਜਿਵੇਂ ਛੀਪਰੋ, ਜੱਟਰੋ, ਇਹ ਵਿਧ ਸੁਣ ਕੇ ਜੱਟਰੋ ਉੱਠ ਭਗਤੀ ਲਾਗਾ। ਜੱਟ ਤੋਂ ਵਧੀਆ ਸ਼ਬਦ ਜੱਟਰੋ ਬਣਾ ਲਿਆ। ਬਾਗਰਾ, ਬਾਗ ਤੋਂ ਬਾਗਰਾ, ਬਾਬੇ ਨਾਮਦੇਵ ਜੀ ਨੇ ਵਰਤਿਆ ਇਹ ਸ਼ਬਦ। ਬਹੁਰੀਆ, ਬਹੂ ਨੂੰ ਬਹੁਰੀਆ ਕਹਿਣਾ। ਦੇਹੁਰੀ, ਦੇਹ, ਸਰੀਰ ਨੂੰ ਦੇਹ ਕਹਿੰਦੇ ਆ, ਸੁੰਦਰ ਦੇਹ ਨੂੰ ਫਿਰ ਦੇਹੁਰੀ ਸ਼ਬਦ ਬਣਾਇਆ। ਇਹ ਸ਼ਾਇਦ ਪੰਜਾਬੀ ਵਿੱਚ ਤਾਂ ਨਹੀਂ ਬਹੁਤਾ ਹੈ ਇਸ ਤਰ੍ਹਾਂ ਦਾ, ਪਰ ਗੁਰਬਾਣੀ ਵਿੱਚ ਬਹੁਤ ਚੰਗੀ ਤਰ੍ਹਾਂ। ਜਿਵੇਂ ਲਾ ਸ਼ਬਦ ਲਾ ਕੇ ਮੱਛੀ ਨੂੰ ਮਛਲੀ, ਅੰਧਲਾ, ਅੰਧੇ ਨੂੰ ਅੰਧਲਾ, ਬੇੜੇ ਨੂੰ ਬੇੜਲਾ, ਬਾਬਾ ਤੋਂ ਬਾਬੁਲ, ਇਹ ਜਿਹੜਾ ਬਾਬੁਲ ਸ਼ਬਦ ਹੈ ਪਿਤਾ ਵਾਸਤੇ ਵਰਤਿਆ ਜਾਂਦਾ, ਇਹ ਬਾਬਾ ਤੋਂ ਬਣਿਆ ਹੋਇਆ। ਕਈ ਇਲਾਕਿਆਂ 'ਚ ਬਾਬਾ ਕਹਿੰਦੇ ਆ ਪਿਤਾ ਨੂੰ।
ਫਿਰ ਚੇਰਲੀ, ਚੇਲੀ, ਖਟੋਲੀ, ਇਹ ਵਧੀਆ ਵਧੀਆ ਨਾਮ ਛੋਟੇ ਰੂਪ ਚ ਕਹਿੰਦੇ, ਜਿਵੇਂ ਛੋਟਾ ਬਾਲਕ ਹੁੰਦਾ ਨਾ। ਡਿਮੀਨਿਊਟਿਵ ਦਾ ਮਤਲਬ ਇਹੀ ਹੁੰਦਾ, ਅਲਪਾਰਥ ਨਾਉਨ। ਹੁਣ ਵਾ ਕਰਕੇ ਜਿਵੇਂ ਬੇਟੇ ਨੂੰ ਬਿਟਵਾ ਕਹਿਣਾ, ਇਹ ਬਿਟਵਾ, ਇਹ ਭਈਏ ਲੋਕ ਵੀ ਏਕਣ ਬੋਲਦੇ ਆ। ਅੜਾ, ਜਿੰਦੜੀਏ, ਕਾਲੜੀ, ਘੋਟਮ ਕਾਲੜੀ ਮਸ। ਰੁੱਖੜਾ, ਕੰਧੀ ਉੱਤੇ ਰੁੱਖੜਾ, ਹੁੰਦਾ ਤਾਂ ਸ਼ਬਦ ਰੁੱਖੇ ਹੈ, ਪਰ ਰੁੱਖ ਤੋਂ ਰੁੱਖੜਾ ਬਣਾ ਕੇ ਯਾਨੀ ਸੋਹਣਾ ਜਿਹਾ ਛੋਟਾ ਜਿਹਾ ਦਰਖਤ। ਤੇਜ ਨੜੀ, ਘੋੜੀ ਖਾਤਰ, ਸੁੰਦਰ। ਔਰ ਨਿੱਕੀ ਤੋਂ ਨਿਕੁਟੀ, ਬੰਕੁੜਾ, ਲਾਹੁੜਾ, ਸੁਹਾਵੜਾ, ਆਇੜਾ, ਸਲੋਨੜੀਏ, ਸੋਹਣੇ ਨੈਣਾ ਵਾਲੀ, ਸੁਨੱਖੀ, ਸਲੋਨੜੀਏ, ਜਾਗ ਸਲੋਨੜੀਏ, ਗਾਵੇ ਗੁਰਬਾਣੀ, ਬੋਲੇ ਗੁਰਬਾਣੀ ਰਾਮ। ਆਇੜਾ, ਆਇਆ, ਇਹ ਸਾਰੇ ਡਿਮੀਨਿਊਟਿਵ ਨਾਉਨ ਹੈ। ਨਾਉਨ ਤਾਂ ਹਈਓ ਹੈ, ਉਹਨਾਂ ਤੋਂ ਸੁੰਦਰ ਨਾਮ ਬਣਾਉਣੇ ਛੋਟੇ ਰੂਪ ਚ, ਖੂਬਸੂਰਤ ਲੱਗੇ। ਜਿਵੇਂ ਬੇਟੜਾ ਸ਼ਬਦ ਹੈ, ਬੇਟਾ ਵੀ ਤਾਂ ਸ਼ਬਦ ਹੀ ਹੈ, ਬੇਟੇ ਤੋਂ ਬੇਟੜਾ। ਨਿਕੁਟਾ, ਨਿੱਕਾ ਜਿਹਾ। ਬਾਂਕਾ ਹੁੰਦਾ ਸੁੰਦਰ, ਬਾਂਕੜਾ। ਇਹ ਗੁਰਬਾਣੀ ਦੀ ਖਾਸੀਅਤ ਹੈ, ਵਿਲੱਖਣਤਾ ਹੈ ਗੁਰਬਾਣੀ ਦੀ, ਸ਼ਿੰਗਾਰ ਹੈ। ਇਸ ਤਰੀਕੇ ਨਾਲ ਕਿੰਨੇ ਹੀ ਸ਼ਬਦ ਹੋਰ ਵੀ ਹੋਣਗੇ, ਬਹੁਤ ਸਾਰੇ। ਜਿੰਨੀ ਕੁ ਦਾਸ ਨੂੰ ਮੱਤ ਮਿਲੀ ਉਹਦੇ ਮੁਤਾਬਕ ਆਪ ਜੀ ਨਾਲ ਬਿਆਨ ਕਰੀਏ, ਸਾਂਝ ਪਾਈਏ। ਸੋ ਇਹੋ ਜਿਹੀ ਚੀਜ਼ਾਂ ਵਿੱਚ ਗੁਰਬਾਣੀ ਦੇ ਬਹੁਤ ਜ਼ਿਆਦਾ ਨੇ। ਇਹਨਾਂ ਨੂੰ ਪੜ੍ਹ ਕੇ, ਸੁਣ ਕੇ ਫਿਰ ਉਤਸ਼ਾਹ ਪੈਦਾ ਹੁੰਦਾ। ਅਲੰਕਾਰਤ ਹੈ ਸਾਰੀ ਬਾਣੀ, ਅਲੰਕਾਰਾਂ ਨਾਲ ਭਰੀ ਹੈ, ਮੁਹਾਵਰਿਆਂ ਨਾਲ ਭਰੀ ਹੈ। ਔਰ ਸਾਧ ਸੰਗਤ ਜੀ, ਫਿਰ ਇਹ ਵੀ ਗੱਲ ਨਾਲ ਆਉਂਦੀ ਹੈ ਵੀ ਜਿਹੜੇ ਇਹ ਮੁਹਾਵਰੇ ਹੁੰਦੇ, ਇਹ ਸਾਨੂੰ ਸਮਝਾਉਣ ਖਾਤਰ ਹੁੰਦੇ। ਜਿਵੇਂ ਆਪਾਂ ਆਮ ਬੋਲੀ 'ਚ ਵੀ ਅਖਾਣਾ ਵਰਤਦੇ ਹਾਂ ਕਈ ਵਾਰ। ਜਿਵੇਂ ਕੋਈ ਬੀਬੀ ਆਪ ਸਹੁਰੇ ਨਾਲ ਗਈ ਹੋਵੇ, ਪਿਓਕੀ ਬੈਠੀ ਰਹੀ ਹੋਵੇ, ਉਹ ਕਿਸੇ ਨੂੰ ਮੱਤ ਦੇਵੇ, ਉਹਦੇ ਵਾਸਤੇ ਆਉਂਦਾ ਵੀ ਆਪ ਨਾ ਗਈ ਸਹੁਰੇ, ਲੋਕੀ ਮੱਤਾਂ ਦੇ। ਉਹ ਜਿਹੜੀ ਅਖਾਣ ਜਾਂ ਮੁਹਾਵਰਾ ਹੁੰਦਾ, ਉਹ ਗੱਲ ਨੂੰ ਕਲੀਅਰ ਕਰ ਦਿਆ ਕਰਦਾ। ਗੁਰਬਾਣੀ 'ਚ ਵੀ ਇਸ ਤਰ੍ਹਾਂ ਆਇਆ ਹੋਇਆ। ਸੋ ਉਹ ਤੋਂ ਆਪਾਂ ਨੇ ਫਿਰ ਅੱਖਰੀ ਅਰਥ ਨਹੀਂ ਲੈਣਾ ਹੁੰਦਾ, ਉਹਦਾ ਜਿਹੜਾ ਵਿੱਚ ਭਾਵ ਹੁੰਦਾ ਉਹ ਲੈਣਾ ਹੁੰਦਾ। ਬਹੁਤ ਸਾਰੀਆਂ ਐਸੀਆਂ ਅਖਾਣਾਂ ਉਹ ਵੀ ਲਿਖੀਆਂ ਨੇ ਇੱਕ ਜਗ੍ਹਾ, ਕਿਸੇ ਦਿਨ ਦਾਸਰਾ ਵਿਆਖਿਆ ਕਰੂਗਾ, ਉਹਨਾਂ ਤੋਂ ਫਿਰ ਸਮਝ ਆ ਜਾਂਦੀ ਹੈ ਗੱਲ ਦੀ ਵੀ ਇਹ ਤਾਂ ਅਲੰਕਾਰਤ ਭਾਸ਼ਾ ਹੈ, ਅਲੰਕਾਰ ਹੈ ਇਹਦੇ 'ਚ ਗੁਰਬਾਣੀ 'ਚ ਵੀ। ਜਿਵੇਂ ਆਮ ਹੋਰ ਪੋਇਟਰੀਆਂ 'ਚ ਵੀ ਹੁੰਦੇ ਆ, ਇਹ ਰੱਬੀ ਸ਼ਾਇਰੀ ਹੈ। ਹਰ ਇੱਕ ਚੀਜ਼ ਇਹਦੇ ਵਿੱਚ ਉਸ ਤਰ੍ਹਾਂ ਹੀ ਹੈ ਜਿਵੇਂ ਬਾਕੀ ਦੁਨੀਆਦਾਰੀ 'ਚ ਹੁੰਦਾ ਹੈ, ਬਸ ਉਹਨੂੰ ਸ਼ਿੰਗਾਰਨ ਖਾਤਰ ਹੈ। ਜਿਵੇਂ ਹੁਣ ਤਸ਼ਬੀਹ ਦੇ ਦਿੱਤੀ ਕਬੀਰ ਜੀ ਨੇ ਗੰਗਾ ਦੇ ਪਾਣੀ ਨਾਲ। ਕਬੀਰ ਮਨ ਨਿਰਮਲ ਭਇਆ, ਜੈਸਾ ਗੰਗਾ ਨੀਰ, ਪਾਛੈ ਲਾਗੋ ਹਰ ਫਿਰੈ, ਕਹਿਤ ਕਬੀਰ ਕਬੀਰ। ਬਨਾਰਸ ਦਾ ਏਰੀਏ 'ਚ ਗੰਗਾ ਵਗਦੀ ਹੈ, ਕਬੀਰ ਜੀ ਉੱਥੇ ਹੀ ਰਹੇ ਹੈ। ਉਹ ਜਿਹੜੀ ਗੰਗਾ ਨੂੰ ਉਹ ਪਵਿੱਤਰ ਮੰਨਦੇ, ਹੁਣ ਵੀ ਮੰਨਦੇ ਆ, ਉਦੋਂ ਤਾਂ ਬਾਹਲਾ ਸੀਗਾ। ਆਰਤੀਆਂ ਵੀ ਉਤਾਰਦੇ ਗੰਗਾ ਦੀਆਂ, ਦਾਸਰੇ ਨੇ ਤਾਂ ਦੇਖੀਆਂ, ਵਿੱਚ ਭਾਗ ਵੀ ਲਿਆ ਉਹਨਾਂ ਆਰਤੀਆਂ ਦੇ। ਉਦੋਂ ਤਾਂ ਪੜ੍ਹਦੇ ਸੀਗੇ, ਬਹੁਤਾ ਕੁਛ ਤਾਂ ਪਤਾ ਨਹੀਂ ਸੀ ਹੁੰਦਾ, ਪਰ ਹਿੱਸਾ ਲਿਆ। ਇੱਕ ਚੂਲੀ ਜੀ ਦੇ ਵਿੱਚ ਕੁਛ ਪਾਣੀ ਜਿਹਾ ਵੀ ਪਾਉਂਦੇ ਹੁੰਦੇ ਸੀ, ਪਤਾ ਨਹੀਂ ਉਹ ਕਿਆ ਤੁਲਸੀ ਤਲਸੀ ਰਗੜੀ ਵੀ ਹੁੰਦੀ ਹੋਣੀ, ਉਹ ਵੀ ਪਿਲਾਇਆ ਕਰਦੇ ਸੀ ਬਾਅਦ 'ਚ ਸਭ ਨੂੰ। ਤਾਂ ਚਲੋ ਮਤਲਬ ਕਹਿਣ ਦਾ ਇਹ ਵੀ ਗੰਗਾ ਦੇ ਪਾਣੀ ਦੇ ਨਾਲ ਤਸ਼ਬੀਹ ਦਿੱਤੀ ਹੈ ਕਬੀਰ ਜੀ ਨੇ। ਹੁਣ ਇਹ ਗੰਗਾ ਦਾ ਪਾਣੀ ਸਹੀ ਹੈ ਕੈਸਾ ਹੈ? ਅੱਜ ਕੱਲ੍ਹ ਤਾਂ ਬਹੁਤ ਜ਼ਿਆਦਾ ਪੋਲਿਊਟਡ ਹੈ। ਪਹਿਲੇ 5 ਦਰਿਆ ਜਿਹੜੇ ਸਭ ਤੋਂ ਜ਼ਿਆਦਾ ਪੋਲਿਊਟਡ, ਉਹਨਾਂ 'ਚ ਗੰਗਾ ਆਉਂਦੀ ਹੈ। ਗੰਗਾ ਦੀ ਸਫਾਈ ਦੀਆਂ ਗੱਲਾਂ ਵੀ ਚੱਲਦੀਆਂ ਰਹਿੰਦੀਆਂ ਨਾਲ ਦੀ ਨਾਲ, ਪਰ ਆਪਾਂ ਸਿਰਫ ਉਹ ਤੋਂ ਗਿਆਨ ਇਹ ਲੈਣਾ ਵੀ ਗੰਗਾ ਨੂੰ, ਕਿਉਂਕਿ ਉਹ ਲੋਕ ਪਵਿੱਤਰ ਮੰਨਦੇ, ਦੇਵੀ ਮੰਨਦੇ, ਉਹਦੀਆਂ ਆਰਤੀਆਂ ਵੀ ਉਤਾਰਦੇ ਆ। ਕਬੀਰ ਜੀ ਫਿਰ ਇਹ ਗੱਲ ਕਹਿ ਰਹੇ ਵੀ ਮੇਰਾ ਮਨ ਏਕਣ ਨਿਰਮਲ ਹੋ ਗਿਆ ਜਿਵੇਂ ਗੰਗਾ ਦਾ ਨੀਰ ਹੈ, ਪਾਣੀ ਹੈ। ਤੋ ਤਸ਼ਬੀਹ ਦੇਖੋ, ਚੇਤਤ ਚੇਤਸ ਨਿਕਸਿਓ ਨੀਰ, ਸੋ ਜਲ ਨਿਰਮਲ ਕਥਤ ਕਬੀਰ। ਕਹਿੰਦੇ ਚੇਤਦਿਆਂ ਯਾਦ ਕਰਦਿਆਂ, ਸਿਮਰਨ ਕਰਦਿਆਂ ਇੱਕ ਅੰਦਰੋਂ ਪਾਣੀ ਫੁੱਟ ਪਿਆ, ਪਾਣੀ ਨਿਕਲਿਆ। ਚੇਤਤ ਨਿਕਸਿਓ ਨੀਰ, ਸੋ ਜਲ ਨਿਰਮਲ ਕਥਤ ਕਬੀਰ। ਜੇ ਆਪਾਂ ਇਹਦਾ ਅੱਖਰੀ ਅਰਥ ਲਈਏ
ਵੀ ਯਾਦ ਕਰਦਿਆਂ ਕਰਦਿਆਂ ਅੰਦਰ ਤੇ ਪਾਣੀ ਨਿਕਲ ਪਿਆ, ਉਹ ਬੜਾ ਨਿਰਮਲ ਹੈ। ਹੁਣ ਸਾਧ ਸੰਗਤ ਜੀ, ਆਪ ਜੀ ਸਾਰੇ ਲੋਕ ਜਾਣਦੇ ਹੀ ਹੋ, ਸਾਰੇ ਜਿੰਨੇ ਵੀ ਗੁਰਮੁਖ ਸੱਜਣ ਹੈ, ਆਮ ਬੰਦਾ ਵੀ ਜਾਣਦਾ ਵੀ ਪਾਣੀ ਤਾਂ ਨਹੀਂ ਅੰਦਰੋਂ ਨਿਕਲਦਾ, ਇਹਦਾ ਕੁਛ ਮਤਲਬ ਹੈ। ਨਾਮ ਤੋਂ ਮੁਰਾਦ ਹੈ ਚੇਤਨੇ ਨਾਲ ਨਾਮ ਪੈਦਾ ਹੁੰਦਾ ਅੰਦਰ। ਜਿਉਂ ਜਿਉਂ ਗੁਰਬਾਣੀ ਦੀ ਵਿਚਾਰ ਕਰਾਂਗੇ, ਨਾਮ ਆਪਣੇ ਆਪ ਤੋਂ ਫੁੱਟਣ ਲੱਗ ਪੈਂਦਾ ਚਸ਼ਮੇ ਦੀ ਤਰ੍ਹਾਂ, ਔਰ ਉਹ ਨਿਰਮਲ ਹੈ ਹੀ ਹੈ। ਸਭ ਤੋਂ ਨਿਰਮਲ ਗੁਰਬਾਣੀ ਨੇ ਨਾਮ ਨੂੰ ਮੰਨਿਆ, ਔਰ ਕੋਈ ਚੀਜ਼ ਉਹਦੀ ਬਰਾਬਰੀ ਨਹੀਂ ਕਰ ਸਕਦੀ ਦੁਨੀਆਦਾਰੀ ਦੀ, ਪਦਾਰਥਾਂ ਦੀ। ਸੋ ਐਸਾ ਬਹੁਤ ਕੁਛ ਹੈ ਗੁਰਬਾਣੀ 'ਚ। ਜੇ ਸਮਝ ਆ ਗਈ ਫਿਰ ਆਨੰਦ ਹੈ, ਜੇ ਨਹੀਂ ਸਮਝ ਆਊਗੀ ਫਿਰ ਉਹਨਾਂ ਆਨੰਦ ਤਾਂ ਨਹੀਂ ਬਣਨਾ। ਬੇਸ਼ੱਕ ਬਾਣੀ ਪੜ੍ਹੀ ਵੀ ਬਿਰਥੀ ਕਦੇ ਨਹੀਂ ਜਾਂਦੀ, ਕੁਛ ਨਾ ਕੁਛ ਜ਼ਰੂਰ ਮਿਲ ਜਾਂਦਾ। ਕਿਉਂਕਿ ਜਿਹੜਾ ਬੰਦਾ ਅਨਪੜ੍ਹ ਵੀ ਹੈ, ਨਹੀਂ ਬਾਣੀ ਦੀ ਸੋਝੀ, ਪਹਿਲਾਂ ਇਸ ਤਰ੍ਹਾਂ ਅਨਪੜ੍ਹੇ ਹੁੰਦੇ ਸੀ ਜ਼ਿਆਦਾਤਰ। ਹੁਣ ਵੀ ਜਿਹੜੇ MA ਕਰੀ ਫਿਰਦੇ, PhDਆਂ ਕਰੀ ਫਿਰਦੇ ਕਿਸੇ ਸਬਜੈਕਟਾਂ ਦੀਆਂ, ਗੁਰਬਾਣੀ ਪ੍ਰਤੀ ਉਹ ਹੁਣ ਵੀ ਅਨਪੜ੍ਹ ਹੈ, ਗੁਰਬਾਣੀ ਬਾਰੇ ਬਿਲਕੁਲ ਨਹੀਂ ਜਾਣਦੇ। ਉਹ ਜਿਹੜੇ ਐਸੇ ਲੋਕ ਹੈ, ਉਹਨਾਂ ਵਾਸਤੇ ਫਿਰ ਸਤਿਨਾਮ ਵਾਹਿਗੁਰੂ ਸਭ ਤੋਂ ਉੱਚਾ, ਕਿਉਂਕਿ ਬਾਣੀ ਨੇ ਇਸੇ ਤਰ੍ਹਾਂ ਲਿਆ ਕੇ ਟਿਕਾਉਣਾ ਬੰਦੇ ਨੂੰ ਇੱਕ ਸ਼ਬਦ ਪਰ। ਜਿਹੜੀ ਵਿਚਾਰ ਅੱਜ ਪਹਿਲਾਂ ਵੀ ਆਈ, ਕੱਲ੍ਹ ਦੀ ਆਈ ਹੈ ਨਿਤਨੇਮ ਦੀ, ਸਾਧ ਸੰਗਤ ਜੀ, ਉਹ ਜਿਹੜਾ ਇੱਕ ਆਮ ਸਿੱਖ ਹੈ ਪੜ੍ਹਿਆ ਹੋਇਆ, ਜਿਹੜਾ ਤਾਂ ਅਨਪੜ੍ਹ ਹੈ ਉਹਦੇ ਖਾਤਰ ਤਾਂ ਵਾਹਿਗੁਰੂ ਹੀ ਬਹੁਤ ਹੈ। ਜਾਂ ਕਈ ਅਨਪੜ੍ਹ ਕੰਠ ਵੀ ਕਰ ਲੈਂਦੇ, ਉਹ ਸੁਣ ਕੇ ਉਹ ਨਿਤਨੇਮ ਉਸ ਤਰ੍ਹਾਂ ਕਰ ਸਕਦੇ। ਅਤੇ ਜਿਹੜੇ ਪੜ੍ਹੇ ਸਿੱਖ ਹੈ ਉਹਨਾਂ ਵਾਸਤੇ ਨਿਤਨੇਮ ਮਿਨੀਮਮ ਹੈ, ਘੱਟ ਤੋਂ ਘੱਟ। ਜਿਹੜੀ ਬਾਤ ਅੱਗੇ ਆਉਂਦੀ ਹੈ ਵੀ ਹਰ ਸਵਾਸ ਨਾਲ ਤੁਰਦਿਆਂ ਫਿਰਦਿਆਂ ਕਰਨਾ ਹੈ, ਉਹ ਸੰਤਾਂ ਦੀ ਅਵਸਥਾ ਹੈ, ਉਹ ਹਰ ਸਿੱਖ ਦੀ ਹੋ ਵੀ ਨਹੀਂ ਸਕਦੀ ਹੈ। ਮਾਫ਼ ਕਰਿਓ, ਕਿਉਂਕਿ ਸਾਰੇ ਸਿੱਖ ਆਤਮਦਰਸ਼ੀ ਜਾਂ ਬ੍ਰਹਮ ਗਿਆਨੀ ਤਾਂ ਹੈ ਨਹੀਂ, ਕਬੂਲ ਕਰਨਾ ਚਾਹੀਦਾ ਆਪਾਂ ਨੂੰ, ਸੱਚ ਹੈ। ਜਿਹੜੇ ਸੰਤ ਲੋਕ ਬਣਦੇ ਆ ਗੁਰੂ ਦੀ ਮਿਹਰ ਨਾਲ, ਪਰਮਾਤਮਾ ਦੀ ਨਜ਼ਰ ਨਾਲ, ਇਨਾਇਤ ਨਾਲ, ਉਹ ਫਿਰ ਹਰ ਵਕਤ ਸਤਿਨਾਮ ਵਾਹਿਗੁਰੂ ਕਰਦੇ ਰਹਿੰਦੇ। ਬਾਣੀ ਸੁਣਨ ਲੱਗ ਪਏ ਤਾਂ ਬਾਣੀ ਸੁਣੀ ਜਾਣੀ, ਪੜ੍ਹਨ ਲੱਗੇ ਤਾਂ ਪੜ੍ਹੀ ਜਾਣੀ। ਜੇ ਕੁਛ ਵੀ ਨਹੀਂ ਹੈ ਕੋਲ, ਕੋਈ ਗ੍ਰੰਥ ਵੀ ਨਹੀਂ ਹੈ ਜਾਂ ਯਾਦ ਵੀ ਨਹੀਂ ਹੈ, ਤਾਂ ਸਤਿਨਾਮ ਵਾਹਿਗੁਰੂ 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 ਸਾਰਾ ਦਿਨ ਇਸ ਤਰ੍ਹਾਂ ਕਰੀ ਜਾਂਦੇ। ਸੋ ਉਹ ਇੱਕ ਸ਼ਬਦ ਪਰ ਜਿਹੜਾ ਲਿਆਉਣਾ, ਉਹ ਗੁਰਬਾਣੀ ਨਹੀਂ ਲਿਆਉਣਾ, ਅੰਦਰ ਚੱਲਦਾ ਰਹੇ ਹਰ ਵਕਤ, ਉਹ ਸੰਤਾਂ ਦੀ ਅਵਸਥਾ ਖਾਤਰ ਹੈ। ਤੋ ਸਿੱਖ ਦਾ ਮਿਨੀਮਮ ਜਿਹੜਾ ਨੇਮ ਹੈ ਉਹ 5 ਬਾਣੀਆਂ ਦਾ ਹੈ। ਜਿਵੇਂ ਇੱਕ ਸਿੰਘ ਸਾਹਿਬ ਨੇ ਵਿੱਚ ਕਿਹਾ ਵੀ ਹੈ, ਜੇ ਕੋਈ ਇੱਕ ਇਕੱਲੀ ਜਪਜੀ ਸਾਹਿਬ ਵੀ ਪੜ੍ਹਦਾ ਤਾਂ ਉਹ ਕਿਹੜੇ ਬਾਣੀ ਨਹੀਂ, ਉਹ ਵੀ ਉੱਤਮ ਹੈ। ਬਾਕੀ ਬਾਣੀਆਂ 'ਚ ਵੀ ਉਹੀ ਕੁਛ ਹੈ ਜਿਹੜਾ ਜਪਜੀ ਸਾਹਿਬ 'ਚ ਹੈ। ਕਿਤੋਂ ਵੀ ਬਾਣੀ ਪੜ੍ਹ ਲਓ, ਸਭ ਉੱਤਮ ਹੈ। ਕੋਈ ਇੱਕ ਮੂਲ ਮੰਤਰ ਨਹੀਂ ਕਹਿਣਾ, ਉਹ ਤਾਂ ਚਲੋ ਆਪਾਂ ਉਂਝ ਕਹਿ ਲੈਂਦੇ ਉਹਨਾਂ ਦੀ ਰੀਸ ਵਿੱਚ ਵੀ ਇਹ ਮੂਲ ਮੰਤਰ ਹੈ, ਸ਼ੁਰੂਆਤ ਵਿੱਚ ਦਿੱਤਾ ਹੋਇਆ, ਪਰ ਸਾਰੀ ਬਾਣੀ ਹੀ ਮੂਲ ਮੰਤਰ ਹੈ। ਅਸਲ ਵਿੱਚ ਮੰਤਰ ਮੂਲ ਗੁਰਵਾਕ ਹੈ, ਗੁਰੂ ਦਾ ਵਾਕ ਜਿੰਨਾ ਵੀ ਹੈ ਸਾਰਾ ਮੰਤਰ ਮੂਲ ਹੈ, ਯਾਨੀ ਮੂਲ ਮੰਤਰ ਹੈ। ਜੋ ਮੂਲ ਮੰਤਰ ਵਿੱਚ ਸਮੋ ਕੇ ਰੱਖਿਆ ਹੋਇਆ, ਕੁੱਜੇ ਵਿੱਚ ਬੰਦ ਕਰਿਆ ਹੋਇਆ ਸਾਗਰ ਗਾਗਰ 'ਚ, ਉਹੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਾਰਾ ਹੀ ਖੋਲ੍ਹ ਕੇ ਸਮੁੰਦਰ ਬਣਾਇਆ ਹੋਇਆ। ਉਹਦੀ ਉਹ ਵਿਆਖਿਆ ਅੱਗੇ ਸਾਰੀ ਏਕੇ ਦੀ, ਜਿਵੇਂ ਪਹਿਲਾਂ ਵੀ ਵਿਚਾਰ ਆਈ ਸੀ ਵੀ ਏਕਾ ਖੋਲ੍ਹ ਕੇ ਇੱਕ ਓਂਕਾਰ, ਇੱਕ ਓਂਕਾਰ ਨੂੰ ਹੋਰ ਖੋਲ੍ਹ ਕੇ ਵਿਸਤਾਰ ਦੇ ਕੇ ਫਿਰ ਮੂਲ ਮੰਤਰ, ਉਹਨੂੰ ਵਿਸਤਾਰ ਦੇ ਕੇ ਫਿਰ ਅੱਗੇ ਜਪਜੀ ਸਾਹਿਬ, ਜਪਜੀ ਸਾਹਿਬ ਨੂੰ ਵਿਸਤਾਰ ਦੇ ਕੇ ਗੁਰੂ ਗ੍ਰੰਥ ਸਾਹਿਬ। ਜਦੋਂ ਆਪਾਂ ਵਿਚਾਰ ਦੇ ਸਹਿਤ ਪੜ੍ਹਾਂਗੇ ਤਾਂ ਇਹ ਗੱਲ ਤਾਂ ਫਿਰ ਬਹੁਤ ਕੁਦਰਤੀ ਹੈ ਵੀ ਰਸ ਤਾਂ ਆਊਗਾ ਹੀ ਆਊਗਾ। ਦੂਜੇ ਤਰ੍ਹਾਂ ਆਉਂਦਾ ਕਿ ਨਹੀਂ ਆਉਂਦਾ, ਇਹ ਮਹਾਰਾਜ ਦੀ ਕਿਰਪਾ 'ਤੇ ਡਿਪੈਂਡ ਕਰਦੀ ਹੈ ਗੱਲ। ਪਰ ਪੜ੍ਹ ਕੇ ਤਾਂ ਰਸ, ਜਿਹੜੀ ਚੀਜ਼ ਨੂੰ ਆਪਾਂ ਬਾਰ-ਬਾਰ ਪੜ੍ਹਾਂਗੇ ਧਿਆਨ ਦੇ ਨਾਲ, ਰਸ ਤਾਂ ਉਹਦੇ 'ਚ ਆਊਗਾ। ਤੋ ਦਿਓ ਆਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਬੀਰ ਸੋਈ ਮੁਖ ਧਨ ਹੈ, ਜਾਂ ਮੁਖ ਕਹੀਐ ਰਾਮ, ਦੇਹੀ ਕਿਸ ਕੀ ਬਾਪਰੀ, ਪਵਿੱਤਰ ਹੋਏ ਗੋ ਗ੍ਰਾਮ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮੈਲਾ ਅਗਰ ਸੰਗੇਣ ਨਿਮ ਬਿਰਖ ਸੇ ਚੰਦਨੈ,
ਨਿਕਟ ਬਸੰਤੋ ਬਾਂਸੋ ਨਾਨਕ ਅਹੰਗ ਬੁੱਧ ਨਾ ਬਹੁਤੇ। ਗਾਥਾ ਗੁੰਫ ਗੋਪਾਲ ਕਥੰ ਮਥੰ ਮਾਨ ਮਰਦਨੈ। ਹਤਿਅੰ ਪੰਚ ਸਤਰੇਣ ਨਾਨਕ ਹਰ ਬਾਣੇ ਪ੍ਰਹਾਰਣੈ। ਬਚਨ ਸਾਧ ਸੁਖ ਪੰਥਾ ਲਹੰਥਾ ਵੱਡ ਕਰਮਣੈ। ਰਹੰਤਾ ਜਨਮ ਮਰਣੇਨ ਰਮਣੰ ਨਾਨਕ ਹਰ ਕੀਰਤਨੈ। ਪੱਤਰ ਪੁਰਜੈਣ ਝੜੀਆਂ ਨਹਿ ਜੜੀਆਂ ਪੇੜ ਸੰਪਤਾ। ਨਾਮ ਵਿਹੋਣ ਬਿਖਮਤਾ ਨਾਨਕ ਬਹੰਤ ਜੋਨ ਬਾਸਰੋ ਰਹਿਣੀ। ਸਤਿਗੁਰਾਂ ਦੀ ਸਾਜੀ ਨਵਾਜੀ ਪਿਆਰੀ ਸਾਧ ਸੰਗਤ ਜੀਓ, ਗੁਰਬਾਣੀ ਵਿਚਾਰ ਗਰੁੱਪ ਦੇ ਗੁਰਮੁਖ ਸੱਜਣੋ, ਆਪਣੀ ਹਕੀਰ ਬੁੱਧੀ ਦੁਆਰਾ ਅੱਜ ਦੀ ਵਿਚਾਰ ਹਾਜ਼ਰ ਹੈ। ਧੰਨ ਧੰਨ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਅੱਜ ਦੀ ਵਿਚਾਰ ਵਿੱਚ ਸਾਨੂੰ ਫਰਮਾ ਰਹੇ ਹੈ, ਮਹਿਲਾਗਰ ਸੰਗੈਣ ਨਿੰਮ ਬਿਰਖ। ਮਹਿਲਾਗਰ ਹੁੰਦਾ ਜਿੱਥੇ ਚੰਦਨ ਦੇ ਬਿਰਛ ਹੋਣ, ਉਹ ਪਹਾੜ ਪਹਾੜ ਹੁੰਦਾ ਗਿਰ ਵੈਸੇ, ਤੇ ਜਿੱਥੇ ਚੰਦਨ ਦੇ ਬਿਰਛ ਬਹੁਤ ਜ਼ਿਆਦਾ ਹੋਣ, ਉੱਥੋਂ ਜਿਹੜੀ ਸੁਗੰਧੀ ਆਉਂਦੀ ਹੈ, ਧੂਪ ਮਲਾਨ ਲਓ ਪਵਨ ਚਬਰੋ ਕਰੇ, ਉਹ ਸ਼ਬਦ ਵਿੱਚ ਵੀ ਮਹਿਲਾਗਰ ਆਉਂਦਾ। ਮਲ ਆਨ ਲਓ ਮਹਿਲਾਗਰ ਚੰਦਨ ਦੇ ਨਾਲ ਲੱਗ ਕੇ ਨਿੰਮ ਬਿਰਖ ਵੀ ਚੰਦਨ ਬਣ ਜਾਂਦਾ। ਨਿੰਮ ਚੋਂ ਵੀ ਸੁਗੰਧੀ ਆਉਣ ਲੱਗ ਪੈਂਦੀ ਹੈ। ਮਤਲਬ ਇਹ ਸੰਤ ਦੀ ਸੰਗਤ ਦੇ ਵਿੱਚ ਜੇ ਚੋਰ ਵੀ ਆ ਜਾਏ, ਚੋਰ ਨੂੰ ਕੁਛ ਨਾ ਕੋਈ ਲਾਹਾ ਹੋ ਜਾਂਦਾ, ਸੰਤ ਨੂੰ ਕੋਈ ਫਰਕ ਨਹੀਂ ਪੈਂਦਾ। ਇਸੇ ਤਰ੍ਹਾਂ ਚੰਦਨ ਦੇ ਨਾਲ ਲੱਗ ਕੇ ਨਿੰਮ ਦੇ ਵਿੱਚੋਂ ਸੁਗੰਧੀ ਆ ਜਾਂਦੀ ਹੈ। ਨਿੰਮ ਦੀ ਕੜੱਤਣ ਚੰਦਨ ਨੂੰ ਕੁਛ ਨਹੀਂ ਕਹਿੰਦੀ। ਨਿਕਟ ਬਸੰਤੋ ਬਾਂਸੋ, ਪਰ ਜਿਹੜਾ ਬਾਂਸ ਹੈ ਉਹ ਵੀ ਨੇੜੇ ਹੀ ਵਸਦਾ ਹੁੰਦਾ ਚੰਦਨ ਦੇ, ਉਹਦੇ ਤੋਂ ਕੋਈ ਖੁਸ਼ਬੂ ਨਹੀਂ ਆਉਂਦੀ, ਉਹ ਨਹੀਂ ਉਹਨੂੰ ਗ੍ਰਹਿਣ ਕਰਦਾ। ਇਹ ਨਿੰਦਕ ਦੀ ਵਿਚਾਰ ਹੈ, ਮਨਮੁਖ ਦੀ ਵਿਚਾਰ ਹੈ, ਜਿਹੜਾ ਸੰਗਤ ਵਿੱਚ ਬੈਠ ਕੇ ਵੀ ਗ੍ਰਹਿਣ ਨਹੀਂ ਕਰ ਸਕਦਾ ਕੁਝ ਵੀ। ਗਾਥਾ ਗੁੰਫ ਗੋਪਾਲ ਕਥੰ। ਗੋਪਾਲ ਦੀ ਜਿਹੜੀ ਕਥਾ ਹੈ, ਵਾਰਤਾ ਹੈ, ਸਤਸੰਗਤ ਹੈ, ਉਹਦੇ ਨਾਲ ਮਥੰ ਮਾਨ ਮਰਦਨ ਹੈ। ਜਿਹੜਾ ਸਾਡਾ ਮਾਨ ਹੈ, ਹਉਮੈ, ਉਹਦਾ ਮਰਦਨ ਹੋ ਜਾਂਦਾ, ਯਾਨੀ ਉਹ ਖਤਮ ਹੋ ਜਾਂਦਾ। ਹਤਿਅੰ ਪੰਚ ਸਤਰੇਣ, ਪੰਜ ਦੁਸ਼ਮਣਾਂ ਦੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਹੱਤਿਆ ਹੋ ਜਾਂਦੀ, ਇਹ ਖਤਮ ਹੋ ਜਾਂਦੀ। ਨਾਨਕ ਹਰ ਬਾਣੇ ਪ੍ਰਹਾਰਣ, ਹਰੀ ਦੀ ਜਿਹੜੀ ਬਾਣੀ ਹੈ, ਉਹਦੇ ਪ੍ਰਹਾਰ ਦੇ ਨਾਲ, ਉਹਦੀ ਚੋਟ ਦੇ ਨਾਲ ਪੰਜ ਜਿਹੜੇ 70 ਹੈ, ਇਹਨਾਂ ਦਾ ਨਾਸ਼ ਹੋ ਜਾਂਦਾ ਹੈ। ਨਾਮ ਦਾ ਪ੍ਰਵਾਹ ਚੱਲ ਪੈਂਦਾ। ਬਚਨ ਸਾਧ ਸੁਖ ਪੰਥਾ, ਸਾਧੂ ਦੇ ਜਿਹੜੇ ਗੁਰੂ ਦੇ ਬਚਨ ਹੈ, ਉਹ ਸੁੱਖ ਦਾ ਰਸਤਾ ਹੈ, ਪੰਥਾ। ਲਹੰਤਾ ਵੱਡ ਕਰਮਣ, ਪਰ ਇਹ ਮਿਲਦਾ ਉਹਨੂੰ ਹੈ ਜਿਹਦੇ ਬਹੁਤ ਵੱਡੇ ਕਰਮ ਹੋਵੇ, ਭਾਗ ਹੋਵੇ। ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਬਹੁਤ ਮੁਸ਼ਕਿਲ ਤੋਂ ਮਿਲਦੀ ਹੈ ਸਾਧ ਸੰਗਤ, ਤੇ ਸਾਧ ਸੰਗਤ ਅਗਰ ਮਿਲ ਗਈ, ਮਿਲਣਾ ਸਾਧ ਸੰਗਤ ਜੀ ਬਹੁਤ ਕੀਮਤੀ ਵਰਡ ਹੈ ਗੁਰਬਾਣੀ ਦਾ। ਇੱਕ ਨੇ ਗੁਰੂ ਦਾ ਮਿਲਣਾ, ਗੁਰੂ ਕੋਲ ਚਲੇ ਜਾਣਾ, ਗੁਰੂ ਜਾਂ ਸੰਗਤ ਵਿੱਚ ਚਲੇ ਜਾਣਾ, ਇਹ ਵੀ ਅੱਛੀ ਗੱਲ ਹੈ, ਲੇਕਿਨ ਇਹ ਬਹੁਤ ਛੋਟੀ ਗੱਲ ਹੈ ਉਸ ਦੇ ਮੁਕਾਬਲੇ ਵੀ ਜਿਹਨੂੰ ਸੰਗਤ ਮਿਲ ਜਾਏ, ਦੋਹਾਂ ਦੇ ਕੰਪੈਰੀਜ਼ਨ 'ਚ। ਅਦਰਵਾਈਜ਼ ਸੰਗਤ ਵਿੱਚ ਜਾਣਾ ਵੀ ਬਹੁਤ ਅੱਛਾ ਕਰਮ ਹੈ, ਕਿਉਂਕਿ ਉੱਥੇ ਹੀ ਹੋਣੀ ਹੈ ਪ੍ਰਾਪਤੀ ਜਿਹੜੀ ਕੁਛ ਵੀ ਹੋਣੀ। ਪਰ ਜੇ ਫਿਰ ਆਪਾਂ ਉਹਨੂੰ ਸੰਗਤ ਨੂੰ ਉੱਥੇ ਜਾ ਕੇ ਸਮਝ ਲਈਏ ਵੀ ਸਾਨੂੰ ਸੰਗਤ ਮਿਲ ਗਈ ਹੈ, ਫਿਰ ਸਾਡੀ ਖਾਮ ਖਿਆਲੀ ਹੈ। ਕਿਉਂਕਿ ਪੂਰਾ ਭਾਗ ਸਤ ਸੰਗਤ ਲਹੈ, ਸਤਿਗੁਰ ਭੇਂਟੈ ਜਿਸ ਆਏ। ਪੂਰਿਆਂ ਭਾਗਾਂ ਦੇ ਨਾਲ, ਵੱਡੇ ਕਰਮਾਂ ਦੇ ਨਾਲ ਸੰਗਤ ਮਿਲਦੀ ਹੈ। ਕਿਹਨੂੰ? ਜਿਹਨੂੰ ਸਤਿਗੁਰੂ ਦਾ ਮਿਲਾਪ ਹੁੰਦਾ, ਜਿਹਨੂੰ ਬਾਣੀ ਦਾ ਮਿਲਾਪ ਹੁੰਦਾ,
ਉਹ ਮਿਲਾਪ ਐਦਾਂ ਨਹੀਂ ਹੈ ਵੀ ਬਾਣੀ ਕੰਠ ਹੋ ਗਈ ਹੈ। ਕੰਠ ਕਰਨਾ ਅੱਛੀ ਗੱਲ ਹੈ, ਪਰ ਉਹ ਕੰਠ ਕਰਨਾ ਮਿਲਣਾ ਨਹੀਂ ਹੈ ਗੁਰਬਾਣੀ ਨੂੰ ਜਾਂ ਗੁਰੂ ਨੂੰ। ਇੱਕ ਅੱਛੇ ਕਰਮਾਂ 'ਚ ਸ਼ੁਰੂਆਤ ਹੈ ਉਹ। ਤੋ ਸਾਧ ਸੰਗਤ ਜੀ ਇੰਨਾ ਡਿਫਰੈਂਸ ਹੈ ਵੀ ਇੱਕ ਬੰਦਾ ਧਰਤੀ ਤੇ ਖੜਾ ਹੋਵੇ ਤੇ ਦੂਜਾ ਅਸਮਾਨ 'ਚ ਹੋਵੇ। ਸੰਗਤ ਕਰਨੀ ਧਰਤੀ ਤੇ, ਸੰਗਤ ਮਿਲ ਜਾਣੀ ਅਸਮਾਨ 'ਚ। ਇਹ ਬਹੁਤ ਅੰਤਰ ਹੈ ਇਹਨਾਂ ਦੇ ਵਿਚਾਲੇ। ਦੇਖਣ ਨੂੰ ਭਾਵੇਂ ਇੱਕ ਜਿਹਾ ਹੀ ਲੱਗਦਾ ਹੈ ਵੀ ਜਿਹਨੂੰ ਸੰਗਤ ਮਿਲ ਗਈ, ਗੁਰਬਾਣੀ ਫਰਮਾਉਂਦੀ ਹੈ ਵੀ ਉਹ ਬਹੁਤ ਕਰਮਾਂ ਵਾਲਾ ਹੁੰਦਾ ਹੈ ਜਾਂ ਬਹੁਤ ਭਾਗਾਂ ਨਾਲ ਉਹ ਮਿਲਦੀ ਹੈ। ਠੀਕ ਹੈ ਗੱਲ, ਪਰ ਮਿਲਣਾ ਸ਼ਬਦ ਦਾ ਕੁਛ ਹੋਰ ਮਤਲਬ ਹੈ। ਮਿਲਣੇ ਦੀ ਅਹਿਮੀਅਤ ਬਹੁਤ ਜ਼ਿਆਦਾ ਹੈ। ਜਿਹਨੂੰ ਸਤਿਗੁਰੂ ਮਿਲਦਾ ਉਸੇ ਨੂੰ ਸੰਗਤ ਮਿਲਣੀ। ਪੂਰਾ ਭਾਗ ਸਤ ਸੰਗਤ ਲੈ, ਸਤਿਗੁਰ ਭੇਟੈ ਜੀ ਸਾਈ। ਹੁਣ ਸਤਿਗੁਰੂ ਦੀ ਭੇਂਟ ਕਿਹਨੂੰ ਹੈ, ਇਹ ਗੱਲ ਵੀ ਬਹੁਤ ਮਿਲਣੇ ਨੂੰ ਕਹਿੰਦੇ ਭੇਂਟ। ਇਹ ਗੱਲ ਵੀ ਬਹੁਤ ਅਹਿਮੀਅਤ ਵਾਲੀ। ਲੱਖਾਂ ਪ੍ਰਾਣੀ ਗੁਰੂ ਵਾਲੇ ਹੋ ਸਕਦੇ, ਪਰ ਮਿਲਿਆ ਹੋਇਆ ਕਿਹਨੂੰ ਹੈ ਉਹ ਵਿਰਲਾ ਹੋਊਗਾ ਕੋਈ। ਇਹ ਅੱਗੇ ਉਹਦੀ ਵਿਚਾਰ ਹੈ। ਰਹੰਤਾ ਜਨਮ ਮਰਣੇਣ ਰਮਣੰ। ਜਿਹੜਾ ਜਨਮ ਮਰਨਾ ਉਹ ਰਹਿ ਜਾਂਦਾ ਹੈ। ਕਿਹਦੇ ਰਮਣ ਨਾਲ, ਕਿਹਦੇ ਸਿਮਰਨ ਕਰਨ ਦੇ ਨਾਲ? ਨਾਨਕ ਹਰਿ ਕੀਰਤਨ ਹੈ। ਹਰੀ ਦਾ ਕੀਰਤਨ ਕਰਨ ਦੇ ਨਾਲ, ਹਰੀ ਦੀ ਕੀਰਤੀ ਕਰਨ ਦੇ ਨਾਲ ਜਨਮ ਮਰਨ ਰਹਿ ਜਾਂਦਾ, ਟੁੱਟ ਜਾਂਦਾ। ਬੰਦਾ ਪਰਮਾਤਮਾ ਦੇ ਚਰਨਾਂ ਨਾਲ ਇੱਕ ਮਿੱਕ ਹੋ ਜਾਂਦਾ, ਉਹਦੀ 84 ਕੱਟੀ ਜਾਂਦੀ ਹੈ। ਪੱਤਰ ਭੁਰਜੈਨ ਝੜੀਆਂ ਨਹਿ ਜੜੀਆਂ ਪੇੜ ਸੰਪਤਾ। ਜਿਹੜੇ ਭੁਰਭੁਰੇ ਹੋ ਕੇ ਪੱਤੇ ਗਿਰ ਪੈਂਦੇ ਆ, ਝੜ ਜਾਂਦੇ ਆ, ਮੁੜ ਕੇ ਉਹ ਦਰਖਤ ਦੇ ਨਾਲ ਨਹੀਂ ਲੱਗਦੇ ਭਾਈ। ਉਹ ਦਰਖਤ ਦੀ ਸੰਪਤੀ ਨਹੀਂ ਮੁੜ ਕੇ ਬਣਦੇ। ਉਹ ਜਿਹੜੇ ਝੜ ਗਏ ਸੋ ਝੜ ਗਏ। ਨਾਮ ਵਿਹੂਣ ਬਿਖਮੱਤਾ। ਇਹਨੂੰ ਬਿਖਮਤਾ ਵੀ ਪੜ੍ਹਿਆ ਜਾਂਦਾ, ਬਿਖਮੱਤਾ ਵੀ ਕਿਹਾ ਜਾਂਦਾ। ਜੇ ਵਿਆਕਰਨਕ ਰੂਪ 'ਚ ਦੇਖੀਏ ਤਾਂ ਨਾਮ ਵਿਹੂਣ ਬੰਦੇ ਖਾਤਰ ਆ ਰਿਹਾ ਤਾਂ ਉਹ ਬਿਖਮਤਾ ਦੀ ਬਜਾਏ ਬਿਖਮੱਤਾ ਜ਼ਿਆਦਾ ਠੀਕ ਹੈ। ਅਰਥਾਂ 'ਚ ਕੋਈ ਫਰਕ ਨਹੀਂ ਹੈ। ਨਾਮ ਤੋਂ ਖਾਲੀ ਮਨੁੱਖ, ਵਿਹੂਣ ਮਨੁੱਖ, ਬਿਖ ਵਿੱਚ ਮੱਤਿਆ ਹੋਇਆ। ਦੂਜੇ ਭਾਅ ਡੁਐਲਟੀ ਨੂੰ ਬਿਖ ਕਹਿੰਦੇ। ਏਕੇ ਤੋਂ ਬਿਨਾਂ ਡੁਐਲਟੀ ਜਿਹੜੀ ਹੈ, ਦੁਆਇਤ। ਧਰਤੀ ਔਰ ਆਕਾਸ਼ ਮੈਂ ਦੋਏ ਤੂੰ ਬਰੀ ਅਬੱਧ। ਖਟ ਦਰਸ਼ਨ ਸੰਸੇ ਪਰੇ ਅਰ 84 ਸਿੱਧ। 6 ਸ਼ਾਸਤਰ 84 ਸਿੱਧ ਸਾਰਿਆਂ ਨੂੰ ਸੰਸੇ ਪਏ ਹੋਏ ਆ। ਇਹ ਸੰਸਾਰ ਦੁਆਇਤ ਦਾ ਹੈ। ਦੁਆਇਤ ਨਿਕਲਦੀ ਹੈ ਏਕੇ ਨਾਲ ਜੁੜ ਕੇ। ਤੋ ਏਕੇ ਨਾਲ ਜੁੜਨਾ ਕੇਵਲ ਔਰ ਕੇਵਲ ਸੰਗਤ ਦੇ ਵਿੱਚ ਹੋ ਸਕਦਾ ਹੈ, ਗੁਰਬਾਣੀ ਦੀ ਵਿਚਾਰ 'ਚ ਹੋ ਸਕਦਾ ਹੈ। ਹੋਰ ਕੋਈ ਤਰੀਕਾ ਐਜ ਸੱਚ ਨਹੀਂ ਹੈ। ਜਿਹੜਾ ਨਾਮ ਤੋਂ ਵਿਹੂਣ ਹੈ, ਬਿਖ ਨਾਲ ਮੱਤਿਆ ਹੋਇਆ, ਡੁਐਲਟੀ ਨਾਲ ਯਾਨੀ ਦੁਆਇਤ ਨਾਲ, ਨਾਨਕ ਬਹੰਤ ਜੋਨ ਬਾਸਰੋ ਰਹਿਣੀ। ਉਹ ਜੂਨਾਂ ਦੇ ਵਿੱਚ ਦਿਨ ਰਾਤ ਭਟਕਦਾ ਰਹਿੰਦਾ, ਬਹਿਆ ਰਹਿੰਦਾ ਹੈ। ਉਹਨੂੰ ਬਾਹਰ ਨਿਕਲਣ ਦਾ ਕੋਈ ਚਾਂਸ ਨਹੀਂ ਹੈ ਜਿਹੜਾ ਦੁਆਇਤ ਨਾਲ ਜੁੜਿਆ ਹੋਇਆ। ਤੋ ਸਾਧ ਸੰਗਤ ਜੀਓ, ਭਾਵਨੀ ਸਾਧ ਸੰਗੇਣ ਲਬਤਿਅੰ ਬੜ ਭਾਗਣ। ਲੱਗਦੀ ਵਾਈ ਦੀ ਵਿਚਾਰ ਵੀ ਕਰ ਲਈਏ। ਸਾਧ ਸੰਗਤ ਦੀ ਜਿਹੜੀ ਭਾਵਨੀ ਹੈ, ਪ੍ਰੇਮ ਹੈ, ਇਹ ਵੱਡਿਆਂ ਭਾਗਾਂ ਦੇ ਨਾਲ ਪ੍ਰਾਪਤ ਹੁੰਦੀ ਹੈ। ਹਰ ਨਾਮ ਗੁਣ ਰਮਣ ਨਾਨਕ ਸੰਸਾਰ ਸਾਗਰ ਨਹਿ ਵਿਆਪਣਾ। ਜੇ ਹਰੀ ਦੇ ਨਾਮ ਦੇ ਗੁਣ ਗਾਵਾਂਗੇ, ਨਾਨਕ ਨਾਮ ਮਿਲੇ ਗੁਣ ਗਾਏ। ਤੇ ਪ੍ਰਭੂ ਤੋਂ ਬਿਨਾਂ ਸਾਡਾ ਹੰਕਾਰ ਨਹੀਂ ਮਿਟਦਾ, ਹਉਮੈ ਨਹੀਂ ਜਾਂਦੀ। ਹਉਮੈ ਜਾਏ ਬਿਨਾਂ ਨਾਮ ਦੇ ਜਿਹੜੇ ਗੁਣ ਹੈ ਉਹ ਅਸੀਂ ਗਾ ਨਹੀਂ ਸਕਦੇ। ਸਾਡੇ ਅੰਦਰ ਉਹ ਪੈਦਾ ਹੀ ਨਹੀਂ ਹੁੰਦਾ, ਆਪਣਾ ਆਪਾ ਹੀ ਭਾਰੀ ਲੱਗੀ ਜਾਂਦਾ। ਹਰ ਨਾਮ ਗੁਣ ਰਮਣ, ਹਰੀ ਦੇ ਗੁਣ ਗਾਉਣੇ। ਨਾਨਕ ਸੰਸਾਰ ਸਾਗਰ ਨਹਿ ਵਿਆਪਣਾ। ਇਹ ਜਿਹੜਾ ਇਹ ਸੰਸਾਰ ਦਾ ਸਾਗਰ ਭਵ ਜਲ ਹੈ, ਜਿਹਨੂੰ ਪੰਡਿਤ ਨੇ ਲਹੂ ਰਾਤ ਦੀ ਨਦੀ, ਬੈਤਰਨੀ ਨਦੀ ਵੀ ਬਿਆਨ ਕਰਿਆ ਹੋਇਆ। ਮਰਨ ਤੋਂ ਬਾਅਦ ਦੀਆਂ ਬਾਤਾਂ ਕਰਦਾ ਪੰਡਿਤ। ਗੁਰੂ ਸਾਹਿਬ ਨੇ ਜਿਉਂਦੇ ਜੀ ਬਾਤਾਂ ਕਹੀਆਂ। ਜਿਉਂਦੇ ਜੀ ਜੋ ਹੋ ਰਿਹਾ ਹੈ, ਇਹ ਜਿਹੜਾ ਕਾਮ ਕ੍ਰੋਧ ਦਾ, ਲੋਭ ਦਾ, ਮੋਹ ਦਾ ਜਿਹੜਾ ਸਾਗਰ ਹੈ, ਭਵ ਦਾ ਸਾਗਰ ਹੈ ਜਿਹੜਾ, ਇਹ ਇਹਨਾਂ ਦੇ ਵਿੱਚੋਂ ਨਿਕਲਣਾ। ਇਹਦੇ ਵਿੱਚ ਬੰਦਾ ਫਸਿਆ ਹੋਇਆ। ਆਫਟਰ ਡੈਥ ਦੀ ਕੋਈ ਗੱਲ ਨਹੀਂ। ਇਹ ਜਿਉਂਦੇ ਜੀ ਬੰਦਾ ਜਿਹੜਾ ਹੈ, ਇਹਨਾਂ ਦੇ ਵਿੱਚ ਗ੍ਰਸਿਆ ਹੋਇਆ। ਕਿਵੇਂ ਨਿਕਲੂਗਾ ਇਹਨਾਂ ਤੋਂ? ਜੇ ਸੰਗਤ ਵਿੱਚ ਆ ਜਾਊਗਾ।
ਸੰਗਤ ਵਿੱਚ ਆ ਕੇ ਹਰੀ ਦੇ ਗੁਣ ਗਾਊਗਾ, ਕੀਰਤੀ ਕਰੂਗਾ। ਸਾਧ ਸੰਗਤ ਜੀ, ਉਹ ਕੀਰਤੀ ਬਹੁਤ ਵਾਰੀ ਆਉਂਦਾ ਗੁਰਬਾਣੀ 'ਚ, ਕੀਰਤਨ ਵੀ ਸ਼ਬਦ ਆਉਂਦਾ। ਇਹ ਤੋਂ ਇਹ ਸਾਰਾ ਹੀ ਕੁਝ ਸ਼ਾਮਿਲ ਹੈ ਜਿਹਦੇ ਵਿੱਚ ਕੀਰਤਨ ਸੰਗੀਤ ਨਾਲ ਕਰਿਆ ਜਾਂਦਾ, ਸਾਜ਼ਾਂ ਨਾਲ, ਤੇ ਬੈਠ ਕੇ ਜਿਹੜਾ ਗੁਣ ਗਾਉਣੇ ਰਸਨਾ ਦੇ ਨਾਲ, ਜਿਹਨੂੰ ਆਪਾਂ ਕਹਿ ਸਕਦੇ ਹਾਂ ਜਪ, ਜਾਂ ਰਸਨਾ ਦੇ ਨਾਲ ਗਾਉਣਾ ਬਿਨਾਂ ਸਾਜ਼ਾਂ ਤੋਂ ਵੀ, ਉਹ ਵੀ ਕੀਰਤੀ ਹੈ। ਸੁਣਨਾ ਵੀ ਕੀਰਤੀ ਹੈ, ਕਰਨਾ ਵੀ ਕੀਰਤੀ ਹੈ, ਸੁਣਨਾ ਵੀ ਕੀਰਤੀ ਹੈ, ਉਹਦੀ ਵਡਿਆਈ ਹੈ। ਕਿਸੇ ਵੀ ਰੂਪ ਦੇ ਵਿੱਚ ਪਰਮਾਤਮਾ ਨੂੰ ਬੰਦਾ ਸਿਮਰਦਾ ਹੈ, ਯਾਦ ਕਰਦਾ ਹੈ, ਜਪ ਕਰਦਾ ਹੈ, ਆਰਾਧਨ ਕਰਦਾ ਹੈ, ਧਿਆਉਂਦਾ ਹੈ, ਮੁਬਾਰਕ। ਕਿਉਂਕਿ ਕਬੀਰ ਜੀ ਫਰਮਾਉਂਦੇ ਬਈ ਸਾਰਾ ਪਿੰਡ ਪਵਿੱਤਰ ਹੋ ਜਾਊਗਾ ਜਿੱਥੇ ਕੋਈ ਨਾਮ ਵਾਲਾ ਬੰਦਾ ਰਹੂਗਾ। ਇਕੱਲੇ ਦੀ ਕੋਈ ਗੱਲੇ ਨਹੀਂ ਹੈ। ਦੇਹੀ ਕਿਸ ਕੀ ਵਾਪਰੀ, ਪਵਿੱਤਰ ਹੋਏ ਗੋਗਰਾ। ਕਬੀਰ ਸੋਈ ਮੁਖ ਧਨ ਹੈ, ਜਾਂ ਮੁਖ ਕਹੀਏ ਰਾਮ। ਜਿਹੜੇ ਮੂੰਹ ਤੋਂ ਰਾਮ ਨਿਕਲਦਾ ਹੈ ਅੰਦਰੋਂ, ਤੋ ਇੱਕ ਸਰੀਰ ਨੇ ਤਾਂ ਪਵਿੱਤਰ ਹੋਣਾ ਹੀ ਹੋਣਾ ਹੈ। ਕਬੀਰ ਜੀ ਸਾਨੂੰ ਹੌਸਲਾ ਦਿੰਦੇ ਵੀ ਸਾਰਾ ਪਿੰਡ ਪਵਿੱਤਰ ਹੋ ਜਾਊਗਾ, ਤਾਰਿਆ ਜਾਊਗਾ ਸਾਰੇ। ਸਾਧੂ ਦੀਆਂ 21 ਕੁਲਾਂ ਤਰ ਜਾਂਦੀਆਂ। ਜਿਵੇਂ ਭਗਤ ਕੋਈ ਵੀ ਹੁੰਦਾ, ਉਹਦੀਆਂ 21 ਕੁਲਾਂ ਤਰਨੇ ਦਾ ਉਪਦੇਸ਼ ਗੁਰਬਾਣੀ 'ਚ ਆਉਂਦਾ ਹੈ, ਸੰਦੇਸ਼ ਆਉਂਦਾ ਹੈ। ਪ੍ਰਹਲਾਦ ਦੀਆਂ 21 ਕੁਲੀਆਂ ਤਰੀਆਂ, ਉਹਦਾ ਭਾਵ ਵੀ ਇਹੀ ਹੈ ਵੀ ਸਾਧੂ ਦੇ ਨਾਲ ਬੈਠ ਕੇ ਸੰਗਤ ਕਰਕੇ ਕੁਛ ਨਾ ਕੁਛ ਤਾਂ ਰੰਗ ਚੜ੍ਹ ਹੀ ਜਾਂਦਾ ਹੈ। ਸਮਝ ਆ ਜਾਂਦੀ ਹੈ ਬੰਦੇ ਨੂੰ ਵੀ ਮੈਂ ਕੁਛ ਵੀ ਨਹੀਂ, ਆਈ ਐਮ ਨਥਿੰਗ। ਆਈ ਐਮ ਆਲ ਥਿੰਗ ਮਿਟ ਜਾਂਦੀ ਹੈ, ਆਈ ਐਮ ਨਥਿੰਗ ਬਣ ਜਾਂਦੀ ਹੈ। ਇਹੀ ਹੋਮ ਹੈ, ਇਹ ਨਿਕਲ ਜਾਂਦੀ ਹੈ। ਮਾਨ ਮਰਦਨ ਹੈ, ਇਹਦਾ ਮਤਲਬ ਇਹੀ ਹੈ। ਜਿੰਨਾ ਚਿਰ ਸਾਡੇ ਅੰਦਰੋਂ ਮੈਂ ਨਹੀਂ ਜਾਂਦੀ, ਸਾਰੀ ਬਾਣੀ ਦੀ ਇੱਕ ਇੱਕ ਤੋਕ, ਇੱਕ ਇੱਕ ਮਹਾਂਵਾਕ ਮੈਂ ਤੋੜਨ ਵੱਲ ਇਸ਼ਾਰਾ ਹੋ ਰਿਹਾ। ਮੈਂ ਟੁੱਟ ਗਈ ਤੇ ਨਾਮ ਨੇ ਸਪੌਂਟੇਨੀਅਸਲੀ ਆਪਣੇ ਆਪ ਅੰਦਰ ਆ ਟਿਕਣਾ। ਕਿਉਂਕਿ ਜਦ ਸਮਝ ਇੱਕ ਦੀ ਆ ਗਈ, ਹਰ ਗੱਲ, ਹਰ ਐਕਸ਼ਨ, ਹਰ ਸੋਚ ਬੰਦੇ ਦੀ, ਹਰ ਸੁਪਨਾ ਇੱਕ ਦਾ ਹੋਣਾ, ਦੂਜਾ ਹਟ ਜਾਣਾ ਵਿੱਚੋਂ। ਜਦੋਂ ਇਹ ਅਵਸਥਾ ਬਣ ਗਈ, ਨਾਮ ਨੇ ਆਪਣੇ ਆਪ ਅੰਦਰ ਚੱਲ ਪੈਣਾ। ਗੁਰੂ ਦੀ ਵਡਿਆਈ ਉਹ ਇਹੀ ਹੈ, ਦੂਜੇ ਨੂੰ ਹਟਾ ਕੇ ਏਕੇ ਵਿੱਚ ਲਿਆ ਕੇ ਬੰਦੇ ਨੂੰ ਨਾਮ ਬਖਸ਼ ਦਿੰਦਾ ਹੈ, ਨਾਮ ਪ੍ਰਦਾਨ ਕਰ ਦਿੰਦਾ ਹੈ, ਅੰਦਰ ਤੋਂ ਆਪਣੇ ਆਪ ਫੁੱਟ ਪੈਂਦਾ ਹੈ। ਫਿਰ ਸਾਧ ਸੰਗਤ ਜੀ ਕੋਈ ਵਖਰੇਵਾਂ ਨਹੀਂ ਰਹਿੰਦਾ ਮਨ ਵਿੱਚ, ਬਈ ਮੈਂ ਕਿਹੜੀ ਬਾਣੀ ਪੜ੍ਹਾਂ, ਕਿੱਥੋਂ ਪੜ੍ਹਾਂ, ਕਿਹੜਾ ਮੰਤਰ ਪੜ੍ਹਾਂ। ਇਹ ਸਭ ਦੁਆਇਤ ਵਿੱਚ ਹੈ ਜੋ ਕੁਛ ਵੀ ਹੋ ਰਿਹਾ। ਜਦੋਂ ਸਮਝ ਆ ਗਈ, ਬਾਣੀ ਨੇ ਏਕੇ ਪਰ ਲਿਆ ਕੇ ਨਾਮ ਪੈਦਾ ਕਰ ਦਿੱਤਾ, ਅੰਦਰ ਪ੍ਰਗਟ ਹੋ ਗਿਆ ਨਾਮ, ਸਾਰੀਆਂ ਦੁਬਿਧਾ ਨਾਸ ਹੋ ਜਾਂਦੀਆਂ, ਕੋਈ ਦੁਬਿਧਾ ਨਹੀਂ ਰਹਿੰਦੀ ਮਨ ਵਿੱਚ। ਕਿਉਂਕਿ ਹਾਥੀ ਦੀ ਪੈੜ ਵਿੱਚ ਸਾਰੇ ਜਾਨਵਰਾਂ ਦੀ ਪੈੜ ਸਮਾ ਜਾਂਦੀ ਹੈ, ਵੱਡੀ ਹੁੰਦੀ ਹੈ, ਗ੍ਰਿਸ਼ਟ ਹੁੰਦੀ ਹੈ। ਤੋ ਨਾਮ ਭਾਰਾ ਹੈ ਭਾਈ, ਗ੍ਰਿਸ਼ਟ ਹੈ, ਇਹਦੇ ਵਿੱਚ ਸਾਰੀ ਜਿੰਨੀ ਦੁਆਇਤ ਹੈ ਉਹ ਨਾਸ਼ ਹੋ ਜਾਂਦੀ ਹੈ। ਕੋਈ ਕਹਿੰਦਾ ਜੀ ਮੈਂ ਇਸ ਤਰ੍ਹਾਂ ਧਾਰਨ ਕਰਾਂ ਵਸਤਰ ਜਾਂ ਰੂਪ ਬਣਾਵਾਂ, ਕੋਈ ਕਹਿੰਦਾ ਜੀ ਮੈਂ ਇੰਨਾ ਪਾਠ ਕਰਾਂ, ਕੋਈ ਕੁਛ, ਕੋਈ ਕੁਛ। ਇਹ ਕੁਛ ਰਹਿੰਦਾ ਹੀ ਨਹੀਂ ਮਨ ਵਿੱਚ। ਬਸ ਜਦ ਏਕਾ ਬਣ ਗਿਆ ਸਾਰਾ ਕੁਛ, ਬਾਕੀ ਦਾ ਨਾਸ। ਜਿਹੜੀ ਸਾਡੀ ਸੋਚ ਹੈ ਉਹ ਸਹੀ ਹੋ ਜਾਂਦੀ ਹੈ, ਉਹ ਏਕੇ ਦੇ ਵਿੱਚ ਆ ਜਾਂਦੀ ਹੈ, ਏਕੇ 'ਚ ਪ੍ਰਵੇਸ਼ ਕਰ ਗਿਆ ਤੇ ਨਾਮ ਆਪਣੇ ਆਪ ਚੱਲਣਾ ਹੈ। ਫਿਰ ਨਾਮ ਮੰਗਣ ਦੀ ਜ਼ਰੂਰਤ ਨਹੀਂ ਪੈਂਦੀ, ਗੁਰੂ ਅੰਦਰ ਆ ਕੇ ਬੈਠ ਜਾਂਦਾ, ਆਪਣੇ ਆਪ ਤੋਂ ਨਾਮ ਚੱਲਦਾ ਹੈ। ਔਰ ਇਹ ਵੀ ਗੱਲ ਦਾਨੇ ਦੱਸਦੇ ਹੈ ਵੀ ਜਦ ਕੋਈ ਬੰਦਾ ਸਿਮਰਨ ਕਰਦਾ ਹੈ, ਨਾਮ ਜਪ ਤੋਂ ਬਾਅਦ ਜਿਹਨੂੰ ਸਿਮਰਨ ਪ੍ਰਾਪਤ ਹੋ ਜਾਂਦਾ ਹੈ, ਉਹ ਬੰਦਾ ਨਹੀਂ ਕਰਦਾ ਅਸਲ 'ਚ। ਫਿਰ ਬੰਦਾ ਤਾਂ ਜਪ ਥਾਈਓ ਕਰਦਾ ਹੈ। ਫਿਰ ਤਾਂ ਗੁਰੂ ਅੰਦਰ ਆ ਕੇ ਬੈਠਾ ਹੁੰਦਾ, ਪਰਮਾਤਮਾ ਸਾਨੂੰ ਆਪ ਯਾਦ ਕਰ ਰਿਹਾ ਹੁੰਦਾ, ਸਾਡੀ ਰਸਨਾ ਦੇ ਉੱਤੇ ਆ ਕੇ ਬਹਿ ਜਾਂਦਾ। ਪ੍ਰਭੂ ਜੀ ਬਸੈ ਸਾਧ ਕੀ ਰਸਨਾ, ਸਾਡੇ ਹਿਰਦੇ ਦੇ ਵਿੱਚ ਆ ਕੇ ਬਹਿ ਜਾਂਦਾ। ਜੋ ਅਸੀਂ ਕਰ ਰਹੇ ਹਾਂ ਉਹ ਕਰਾ ਰਿਹਾ ਹੁੰਦਾ। ਫਿਰ ਬੰਦੇ ਦੀ ਮੈਂ ਟੁੱਟ ਜਾਂਦੀ ਹੈ, ਤੂੰ ਹੀ ਹੋ ਜਾਂਦਾ, ਤੂੰ ਹੀ ਹਰ ਵਕਤ ਸੋਚ ਬਦਲ ਜਾਂਦੀ ਹੈ। ਬੰਦਾ ਤਾਂ ਉਹੀ ਹੁੰਦਾ। ਇੱਕ ਸੰਤ ਔਰ ਇੱਕ ਆਮ ਬੰਦੇ 'ਚ ਵੀ ਕਿਆ ਫਰਕ ਹੈ? ਸਰੀਰ ਦਾ ਤਾਂ ਕੋਈ ਫਰਕ ਨਹੀਂ, ਕੰਨ, ਨੱਕ ਸਭ ਕੁਛ ਇੱਕੋ ਜਿਹਾ, ਸੋਚ ਬਦਲ ਜਾਂਦੀ, ਦੁਆਇਤ ਤੋਂ ਏਕਾ ਬਣ ਜਾਂਦਾ। ਭਾਈ ਗੁਰਦਾਸ ਜੀ ਦਾ ਇਹ ਕਹਿਣਾ ਬਈ ਬਿਨ ਗੁਰ ਹੋਰ ਗਿਆਨ ਹੈ, ਬਿਨ ਗੁਰ ਹੋਰ ਧਿਆਨ ਹੈ, ਸਭ ਦੂਜਾ ਪਾਓ। ਹੋਰ ਕੋਈ ਵੀ ਧਿਆਨ ਲਾਉਣਾ ਉਹ ਦੂਜਾ ਭਾਅ ਹੈ।
किसी भी गुरु तो बिना, परमात्मा तो बिना किसी भी इष्ट का ध्यान लाउणा, किसी का भी है नहीं, चाहे अवतार, चाहे देवते, चाहे कुछ भी हो, चाहे किसी मनुख के रूप च कोई कच्चे नूं आपां ने पक्का बनाया होया, संत है नहीं, आपां संत समझी बैठे हैं, वो द्वैत है। ਜਦੋਂ ਇੱਕ ਨਾਲ ਸਾਡਾ ਵਸੇਬਾ ਹੋ ਗਿਆ, ਸਾਡੇ ਅੰਦਰ ਉਹ ਪ੍ਰਗਟ ਹੋ ਗਿਆ, ਉਹ ਆਪ ਬੈਠ ਕੇ ਸਾਡੇ ਅੰਦਰੋਂ ਸਤਨਾਮ ਵਾਹਿਗੁਰੂ ਕਢਾਉਂਦਾ, ਤੂੰ ਹੀ ਤਾਂ ਹੁੰਦੀ, ਅਦਰਵਾਈਜ਼ ਹੋ ਹੀ ਨਹੀਂ ਸਕਦੀ। ਸਾਡੇ ਅੰਦਰ ਤਾਂ ਮੈਂ ਚੋਂ ਮੈਂ ਹੀ ਨਿਕਲਣੀ ਹੈ। ਜਦ ਉਹ ਆ ਗਿਆ ਅੰਦਰ, ਫਿਰ ਤੂੰ ਤੇ ਬਿਨਾਂ ਮੈਂ ਆਉਣੀ ਨਹੀਂ ਹੈ। ਕਈ ਪੁਰਸ਼ ਸਾਡੇ ਆਪਣੀ ਖਾਮ ਖਿਆਲੀ 'ਚ ਆਏ ਵੀ ਕਹਿੰਦੇ ਵੀ ਮੈਂ ਨਹੀਂ ਕਹਿਣਾ, ਅਸੀਂ ਕਹਿਣਾ। ਇਹ ਸਾਧ ਸੰਗਤ ਜੀ ਖਾਮ ਖਿਆਲੀ ਹੋਏ। ਇਹਦਾ ਆਪਾਂ ਉੱਪਰਲਾ ਮੀਨਿੰਗ ਲੈ ਰਹੇ ਹਾਂ, ਸ਼ੈਲੋ। ਅਸੀਂ ਕਹਿਣਾ ਸਗੋਂ ਕਈ ਦਫਾ ਹੋਰ ਵਡਿਆਈ ਦਾ ਸੂਚਕ ਬਣ ਜਾਂਦਾ ਹੈ। ਐਕਣ ਨਹੀਂ ਹੈ, ਗੱਲ ਤਾਂ ਅੰਦਰ ਤੋਂ ਮੈਂ ਟੁੱਟਣ ਦੀ ਹੈ। ਨਹੀਂ ਤਾਂ ਗੁਰਬਾਣੀ ਦੀ ਇੱਕ ਇੱਕ ਪੰਕਤੀ ਵਿੱਚ ਦੋ ਵਾਰ ਵੀ ਮੈਂ ਸ਼ਬਦ ਲਿਖਿਆ ਪਾਉਂਦਾ, ਉਹ ਕੋਈ ਹਉਮੈ ਕਰਕੇ ਨਹੀਂ ਹੈ। ਮਤ ਮੈਂ ਪਿੱਛੇ ਕੋਈ ਰੋਗ ਸੀ, ਸੋ ਮੈਂ ਮੂਲ ਨਾ ਪਾਇਆ, 2 ਵਾਰੀ ਮੈਂ ਸ਼ਬਦ ਆਉਂਦਾ। ਉਹ ਤਾਂ ਆਪਣੇ ਆਪ ਦਾ ਪ੍ਰਗਟਾਵਾ ਕਰਨ ਖਾਤਰ ਮੈਂ ਸ਼ਬਦ ਹੈ, ਆਈ ਮੈਂ। ਲੇਕਿਨ ਆਏ ਮੈਂ ਨੂੰ ਅਸੀਂ ਕਹਿ ਦੇਣਾ, ਇਹਦੇ ਨਾਲ ਕੋਈ ਮੈਂ ਨਹੀਂ ਟੁੱਟ ਜਾਂਦੀ। ਟੁੱਟੂਗੀ ਉਦੋਂ ਜਦੋਂ ਅੰਦਰ ਤੇ ਨਿਕਲ ਗਈ ਮੈਂ, ਔਰ ਫਿਰ ਭਾਵੇਂ ਉਹ ਮੈਂ ਵੀ ਕਹੇ ਕਿਸੇ ਵੀ ਸ਼ਬਦ ਵਿੱਚ, ਉਹ ਹਉਮੈ ਨਹੀਂ ਰਹਿ ਜਾਂਦੀ। ਫਿਰ ਉਹ ਤਾਂ ਇੱਕ ਅੱਖਰ ਹੈ, ਅੱਖਰ ਬਦਲ ਕੇ ਨਹੀਂ ਬੰਦੇ ਦੀ ਮੈਂ ਟੁੱਟ ਜਾਂਦੀ। ਮੈਂ ਤੋਂ ਅਸੀਂ ਕਹਿਣ 'ਚ ਮੈਂ ਦਾ ਟੁੱਟਣਾ ਤਾਂ ਬਹੁਤ ਨਾਯਾਬ ਹੈ, ਦੁਰਲੱਭ ਹੈ, ਜੇ ਗੁਰੂ ਤੋੜ ਦੇਵੇ ਕਿਸੇ ਦੀ ਤਾਂ। ਚਲੋ साध संगत जी, ऑडियो भी लंबी हो रही है, तो आप जी भंडार है, खजाना है, निधान है गुणा दा, नाम दा। संगत तो नाम मिलना, संगत दे च गुरु दा वासा है। संगत दे विच ही किसी परम मनुख दा वासा हुंदा, संत दा वासा हुंदा। संगत विच हर तरह दे लैवल वाले मनुख बैठे हुंदे, सिੱਖਣ वाले भी, कोई विच सिखाउण वाला भी हो सकदा। ਸੋ ਸੰਗਤ ਦੀ ਵਡਿਆਈ ਇੰਨੀ ਹੈ ਵੀ ਜਿਹਨੂੰ ਕੁਛ ਕਿਹਾ ਹੀ ਨਹੀਂ ਜਾ ਸਕਦਾ, ਅੱਖਰਾਂ ਤੋਂ ਬਾਹਰ ਹੈ ਸੰਗਤ ਦੀ ਵਡਿਆਈ। ਇਸੀ ਕਰਕੇ ਸੰਗਤ ਦੇ ਵਿੱਚ ਹਰ ਤਰ੍ਹਾਂ ਦੀ ਕੋਈ ਵੀ ਸਵਾਲ ਰੱਖ ਦਿਓ, ਉਹਦਾ ਹੱਲ ਹੋਏਗਾ, ਮਿਲ ਜਾਂਦਾ ਜਵਾਬ ਉਹਦਾ। ਸੰਗਤ ਬਹੁਤ ਉੱਚੀ ਚੀਜ਼ ਹੈ, ਵਸਤੂ ਹੈ। ਸੰਗਤ ਦੀ ਕਿਰਪਾ ਦੇ ਨਾਲ ਸਾਨੂੰ ਨਾਮ ਮਿਲਦਾ, ਗੁਰੂ ਵਿੱਚ ਵਸੇ ਹੋਣ ਕਰਕੇ। ਵਿੱਚ ਸੰਗਤ ਹਰ ਪ੍ਰਭ ਵਸੈ ਜਿਉ, ਮਿਲ ਸਤ ਸੰਗਤ ਖੋਜ ਦਸਾਈ, ਵਿੱਚ ਸੰਗਤ ਹਰ ਪ੍ਰਭ ਵਸੈ ਜਿਉ। ਦਿਓ ਆਗਿਆ, ਕੋਈ ਗਲਤੀ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਉਹ ਜਿਹੜਾ ਮਿਲਾਗਰ ਸ਼ਬਦ ਹੈ, ਮੱਲ ਜਮਾ ਅਗਰ, ਅਗਰ ਖੁਸ਼ਬੂ ਨੂੰ ਕਹਿੰਦੇ, ਬਾਸ ਨੂੰ। ਮੱਲ ਚੰਦਨ ਨੂੰ ਕਹਿੰਦੇ। ਮੈਲਾ ਅਗਰ ਜਾਂ ਮਲ ਆਨ ਲੋ, ਧੂਪ ਮਲ ਆਨ ਲੋ, ਪਵਨ ਚਵਰੋ ਕਰੇ, ਸਗਲ ਬਨ ਰਾਏ ਫੁਲੰਤ ਜੋਤੀ। ਆਨ ਲੋ ਵੈਸੇ ਹਵਾ ਨੂੰ ਕਹਿੰਦੇ ਜਾਂ ਖੁਸ਼ਬੂ ਨੂੰ ਕਹਿ ਲਓ। ਮੱਲ ਪਹਾੜ ਤੋਂ ਆਉਣ ਵਾਲੀ ਜਿਹੜੀ ਖੁਸ਼ਬੂ ਹੈ, ਚੰਦਨ ਦੇ ਬਿਰਛ ਹੋਣੇ ਕਰਕੇ, ਉਹ ਧੂਪ ਦਾ ਕੰਮ ਕਰ ਰਹੀ ਹੈ। ਆਰਤੀ ਦੇ ਮੁਤਲਕ ਗੁਰੂ ਸਾਹਿਬ ਫਰਮਾ ਰਹੇ ਕਿ ਉਹਦੀ ਆਰਤੀ ਤਾਂ ਸਦਾ ਹੀ ਹੋ ਰਹੀ ਭਾਈ। ਇਸ ਤਰ੍ਹਾਂ ਹੀ ਮਲ ਅਗਰ, ਮਲ ਵਾਸਨਾ ਪਲਸ ਵਾਸਨਾ, ਮੈਲਾ ਅਗਰ। ਉਹ ਮੈਲਾ ਅਗਰ ਤੋਂ ਮੁਰਾਦ ਇਹ ਹੈ ਬਈ ਚੰਦਨ ਹੈ ਜਿਹੜਾ, ਚੰਦਨ ਜਿੱਥੇ ਵੀ ਕਿਤੇ ਹੋਊਗਾ, ਪਹਾੜ ਤੇ ਹੋਵੇ, ਕਿਸੇ ਦਰਖਤ ਦੇ ਨਾਲ ਹੋਵੇ, ਕਿਤੇ ਵੀ ਹੋਵੇ, ਉਹ ਤੋਂ ਪਹਾੜ ਦੇ ਉੱਪਰ ਜਿੰਨੀ ਵੀ ਬਨਸਪਤੀ ਹੋਊਗੀ, ਉਹ ਸਾਰੀ ਤੋਂ ਲਗਭਗ ਖੁਸ਼ਬੂ ਆਉਣ ਲੱਗ ਜਾਂਦੀ ਹੈ, ਕਿਸੇ ਇੱਕ ਅੱਧੇ ਨੂੰ, ਬਾਂਸ ਵਰਗੇ ਨੂੰ ਛੱਡ ਕੇ ਐਕਸੈਪਸ਼ਨਲੀ। ਹਾਲਾਂਕਿ ਮਲਾਗਰ ਭਯੰਗਮ ਵੇਢਿਓ, ਤੈ ਸੀਤਲਤਾ ਨਾ ਤਜੰ। ਜੇ ਚੰਦਨ ਨੂੰ ਸੱਪ ਚੁੰਬੜਿਆ ਵਾ ਹੋਵੇ, ਭਯੰਗਮ ਸੱਪ ਵਿਸ਼ੈਲਾ ਹੁੰਦਾ, ਵਿਸ ਹੁੰਦੀ ਅੰਦਰ, ਪਰ ਉਹ ਵਿਸ ਚੰਦਨ ਦੀ ਠੰਡਕ ਨੂੰ ਖਰਾਬ ਨਹੀਂ ਕਰਦੀ। ਚੰਦਨ ਆਪਣੀ ਸ਼ੀਤਲਤਾ ਨਹੀਂ ਛੱਡਦਾ ਵਿਸ ਦੇ ਨਾਲ ਹੁੰਦੇ ਹੋਏ ਵੀ।
ਇਸ ਕਰਕੇ ਚੰਦਨ ਦੀ ਜਿਹੜੀ ਹੈ ਬਨਸਪਤੀ ਦੇ ਵਿੱਚ ਚੰਦਨ ਨੂੰ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ ਸਾਧ ਸੰਗਤ ਜੀ। ਔਰ ਇੱਕ ਖੂਬੀ ਇਹ ਵੀ ਹੈ ਚੰਦਨ ਦੀ ਵੀ ਸਾਰੀਆਂ ਲੱਕੜੀਆਂ ਤੈਰਦੀਆਂ, ਚੰਦਨ ਡੁੱਬਦਾ। ਦੇਖੋ ਗੁਰੂ ਮਹਾਰਾਜ ਦਾ ਕਿਆ ਖੇਲ ਹੈ। ਚੰਦਨ ਦੀ ਲੱਕੜੀ ਪਾਣੀ 'ਚ ਡੁੱਬੂਗੀ, ਬਾਕੀ ਸਾਰੀਆਂ ਲੱਕੜੀਆਂ ਤੈਰਦੀਆਂ। ਹਾਲਾਂਕਿ ਚੰਦਨ ਦਾ ਪਹਾੜ ਵੀ ਕਿਤੇ ਕਿਤੇ ਮਿਲਦਾ, ਬਹੁਤ ਘੱਟ। ਭਾਰਤ ਵਿੱਚ ਦੱਖਣ ਵਿੱਚ ਹੈ, ਕਰਨਾਟਕ ਵਿੱਚ। ਤੋ ਚੰਦਨ ਕਿਉਂ ਡੁੱਬਦਾ, ਇਹ ਭਾਈ ਗੁਰਦਾਸ ਜੀ ਨੇ ਵਿਆਖਿਆ ਕਰੀ ਇਹਦੀ, ਬਈ ਜਿਹਦੇ 'ਚ ਜ਼ਿਆਦਾ ਗੁਣ ਹੋਣਗੇ ਉਹ ਡੁੱਬ ਜਾਂਦਾ। ਜਿਹੜੀ ਸਿੰਘਾਂ ਦੀਆਂ ਸ਼ਹੀਦੀਆਂ ਹੋਈਆਂ ਉਹ ਇਸ ਕੰਟੈਕਸਟ ਵਿੱਚ ਭਾਈ ਗੁਰਦਾਸ ਜੀ ਨੇ ਕਹੀ ਹੈ ਬਾਤ, ਵੀ ਜਿੰਨੇ ਵੱਧ ਗੁਣ ਵਾਲਾ ਹੋਊਗਾ ਉਹ ਛੇਤੀ ਹੇਠਾਂ ਨੂੰ ਚਲੇ ਜਾਊਗਾ। ਦਰਗਾਹ ਦੇ ਵਿੱਚ ਉੱਚਾ ਹੋ ਜਾਂਦਾ ਹੈ, ਦੁਨੀਆ ਨੂੰ ਜੋ ਮਰਜ਼ੀ ਸਮਝ ਲਓ। ਦੁਨੀਆ ਦੇ ਦਸਤੂਰ ਹੋਰ ਹੈ। ਦੁਨੀਆ ਤਾਂ ਖੁਸ਼ ਹੁੰਦੀ ਹੈ, ਕਿਸੇ ਸੰਤ ਪੁਰਸ਼ ਨੂੰ ਇਸ ਤਰ੍ਹਾਂ ਦੀ ਸਜ਼ਾ ਲਾ ਕੇ ਸੁਕਰਾਤ ਨੂੰ ਜ਼ਹਿਰ ਦਿੱਤੀ। ਮੁਹੰਮਦ ਨਾਲ ਵੀ ਬਹੁਤ ਕੁਛ ਹੋਇਆ, ਔਰ ਸਿੱਖ ਇਤਿਹਾਸ ਤਾਂ ਭਰਿਆ ਹੀ ਪਿਆ ਸ਼ਹੀਦੀਆਂ ਦੇ ਨਾਲ। ਇਹ ਜਿੰਨੇ ਵੱਧ ਗੁਣ ਵਾਲਾ ਬੰਦਾ ਹੋਊਗਾ, ਜਿਵੇਂ ਚੰਦਨ ਹੈ, ਉਹ ਪਾਣੀ 'ਚ ਹੇਠਾਂ ਚਲੇ ਜਾਂਦਾ, ਲੇਕਿਨ ਬਾਕੀ ਲੱਕੜੀਆਂ ਤਰੀ ਜਾਂਦੀਆਂ ਸਭ। ਇਹ ਪਰਮਾਤਮਾ ਦੀ ਜਿਹੜੀ ਸ੍ਰਿਸ਼ਟੀ ਏਕਣ ਸਾਜੀ ਹੋਈ ਹੈ, ਉਹਦੀ ਕੁਦਰਤ ਹੈ, ਉਹਨੂੰ ਉਹੀ ਜਾਣ ਸਕਦਾ। ਬੰਦੇ ਦੀ ਬੁੱਧੀ ਥੋੜਾ ਬਹੁਤ ਜਾਣ ਸਕਦੀ ਹੈ ਗੁਰੂ ਦੇ ਮਗਰ ਤੁਰ ਕੇ, ਪਰ ਪੂਰਾ ਨਹੀਂ ਜਾਣ ਸਕਦੀ, ਕਿਉਂਕਿ ਉਹੋ ਜਿਹਾ ਕੋਈ ਹੈ ਨਹੀਂ ਉਹਦੇ ਵਰਗਾ, ਉਹਦਾ ਉਨਾ ਉੱਚਾ ਕੋਈ ਹੈ ਨਹੀਂ। ਇਸ ਕਰਕੇ ਅਸੀਂ ਜਾਣ ਨਹੀਂ ਸਕਦੇ ਉਹਨੂੰ। ਜੇ ਜਾਣ ਲਿਆ ਇਹਦਾ ਮਤਲਬ ਫਿਰ ਅਸੀਂ ਰੱਬ ਤੋਂ ਵੱਡੇ ਹੋ ਜਾਵਾਂਗੇ, ਉਹ ਨਹੀਂ ਹੋ ਸਕਦਾ। ਮਿਲ ਸਕਦੇ, ਜਾਣ ਨਹੀਂ ਉਹਨੂੰ, ਉਹੋ ਜਿਹੇ ਨਹੀਂ ਹੋ ਸਕਦੇ, ਨਾ ਉਹਨੂੰ ਜਾਣ ਸਕਦੇ। ਜਿਵੇਂ ਨਦੀ ਸਮੁੰਦਰ ਨੂੰ ਨਹੀਂ ਜਾਣ ਸਕਦੀ, ਵਿੱਚ ਮਿਲ ਸਕਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਇਹ ਵਿਚਾਰ ਬਾਬਾ ਨਾਮਦੇਵ ਜੀ ਦੀ ਬਾਣੀ 'ਚ ਵੀ ਹੈ। ਭੈਰੋਂ ਭੂਤ ਸੀਤਲਾ ਧਾਵੈ, ਖਰ ਵਾਹਨੋ ਛਾਰ ਉਡਾਵੈ। ਜਿਹੜੇ ਭੈਰੋਂ ਨੂੰ ਮੰਨਦੇ ਆ ਉਹ, ਕਿਉਂਕਿ ਭੈਰੋਂ ਕਾਲੇ ਕੁੱਤੇ ਦੀ ਸਵਾਰੀ ਕਰਦਾ, ਉਹਨਾਂ ਦੇ ਮੁਤਾਬਕ ਉਹਦਾ ਵਾਹਨ ਹੈ ਕਾਲਾ ਕੁੱਤਾ, ਤਾਂ ਅਗਲੇ ਜਨਮ 'ਚ ਕਾਲੇ ਕੁੱਤੇ ਬਣਨਗੇ, ਬਾਬਾ ਜੀ ਦੱਸ ਰਹੇ, ਫਰਮਾ ਰਹੇ। ਔਰ ਜਿਹੜੇ ਸੀਤਲਾ ਦੇ ਮਗਰ ਦੌੜਦੇ ਆ ਮਾਤਾ ਰਾਣੀ ਦੇ, ਖਰ ਵਾਹਨੋ ਛਾਰ ਉਡਾਵੇ, ਖਰ ਮੈਨੇ ਖੋਤਾ ਬਣ ਕੇ ਅਗਲੇ ਜਨਮ 'ਚ ਸਵਾਹ ਖੇ ਉਡਾਉਂਗੇ। ਤੋ ਕਿਵੇਂ ਰਹਿ ਗਈ ਮਿਸ਼ਨਰੀ ਗੱਲ ਪਹਿਲੀ, ਵੀ ਇਹ ਪਹਿਲੇ ਜਨਮ 'ਚ ਬੰਦਾ ਇਸੇ ਜਨਮ ਦੇ ਪਹਿਲੇ ਜੀਵਨ 'ਚ ਭੋਗ ਲੈਂਦਾ ਇਹਨਾਂ ਗੱਲਾਂ ਨੂੰ। ਇਹ ਹਾਸੋਹੀਣੇ ਖਿਆਲ ਹੈ, ਐਵੇਂ ਹੀ ਬਿਨਾਂ ਸੋਚ ਵਿਚਾਰ ਤੋਂ ਬਣਾਈ ਜਾਂਦੇ ਬੈਠੇ ਸਿਧਾਂਤ। ਸਮੱਗਰ ਜਿਹੜੀ ਭਾਈ ਰਣਜੀਤ ਸਿੰਘ ਜੀ ਕਹਿੰਦੇ ਆ ਨਾ, ਉਹੀ ਬਾਤ ਹੈ ਵੀ ਸਮੱਗਰ ਗੁਰਬਾਣੀ ਨਹੀਂ ਸਾਹਮਣੇ ਰੱਖੀ ਵੀ ਹੁੰਦੀ। ਇੱਕ ਦੋ ਤੁਕਾਂ ਪਕੜ ਕੇ ਇੱਕ ਦੋ ਸ਼ਬਦਾਂ ਤੋਂ ਆਪਣੀ ਵਿਚਾਰ ਬਣਾ ਲੈਂਦੇ। ਤੋ ਭਾਈ ਮਨਜੀਤ ਸਿੰਘ ਜੀ ਹੋਰ ਵੀ ਗੁਰਬਾਣੀ ਵਿੱਚ ਤਾਂ ਇਹ ਸੈਂਕੜੇ ਥਾਂ ਹੋਊਗਾ, ਜਦ ਕਿਤੇ ਫੇਰ ਆਊਗਾ ਆਪ ਜੀ ਨਾਲ ਫੇਰ ਸਾਂਝੀ ਵੀ ਕਰ ਲਾਂਗੇ ਗੱਲ ਨੂੰ। ਜੂਨਾਂ ਨੂੰ ਗੁਰਬਾਣੀ ਮੰਨਦੀ ਹੈ, ਬਲਕਿ ਹਿੰਦੁਸਤਾਨ ਦੇ ਚਾਰੇ ਧਰਮ ਹੈ ਜਿਹੜੇ ਪੂਰਬ ਦੇ, ਹਿੰਦੂ ਧਰਮ, ਆਪਣਾ ਜੈਨ ਧਰਮ, ਬੁੱਧ ਧਰਮ ਔਰ ਜੈਨ ਧਰਮ, ਹਿੰਦੂ, ਜੈਨ, ਬੁੱਧ, ਸਿੱਖ ਧਰਮ, ਇਹ ਚਾਰੇ ਮੰਨਦੇ ਆ ਪੁਨਰ ਜਨਮ ਨੂੰ, ਟਰਾਂਸ ਮਾਈਗ੍ਰੇਸ਼ਨ ਆਫ ਸੋਲ ਨੂੰ ਵੀ ਮੰਨਦੇ, ਇਨਕਾਰਨੇਸ਼ਨ ਨੂੰ ਵੀ ਮੰਨਦੇ। ਪੱਛਮ ਦੇ ਚਾਰੇ ਨਹੀਂ ਮੰਨਦੇ, ਮੁਸਲਮਾਨ ਵੀ ਨਹੀਂ ਮੰਨਦੇ। ਉਹ ਵੀ ਇਹੀ ਕਹਿੰਦੇ ਵੀ ਜਿਹੜੀ ਆਤਮਾ ਉਹ ਕਬਰਾਂ ਦੇ ਵਿੱਚ ਪਈ ਰਹਿੰਦੀ ਹੈ, ਫਿਰ ਮੁਹੰਮਦ ਠਾਲੂਗਾ ਹਾਕ ਮਾਰ ਕੇ, ਫਿਰ ਉਹਨਾਂ ਦੀ ਮੁਕਤੀ ਕਰਾਊਗਾ। ਇਸ ਤਰ੍ਹਾਂ ਦੀ ਉਹਨਾਂ ਦੀ ਵਿਚਾਰ ਹੈ। ਉਹ ਜਰੀ ਹੈਗੀ ਹੈ ਗੁਰਬਾਣੀ ਨੇ, ਲੇਕਿਨ ਉਹਨੂੰ ਮਾਨਤਾ ਨਹੀਂ ਦਿੱਤੀ ਹੋਈ। ਗੋਰਾਂ ਸੇ ਨਿਮਾਣੀਆਂ ਬੈਸਣ ਰੂਹਾਂ ਮੱਲ, ਬਾਬਾ ਫਰੀਦ ਜੀ ਦੀ ਬਾਣੀ ਚ ਆਉਂਦਾ, ਕਿਉਂਕਿ ਉਹ ਖੁਦ ਮੁਸਲਮਾਨ ਸੀਗੇ। ਤੋ ਦੂਜੇ ਦੇ ਵਿਚਾਰ ਨੂੰ ਜਾਨਣਾ, ਆਪ ਨਾ ਮੰਨਣਾ, ਇਹ ਬਹੁਤ ਬੜੀ ਗੱਲ ਹੈ, ਛੋਟੀ ਗੱਲ ਨਹੀਂ ਹੈ। ਭਾਈ ਜਸਪਾਲ ਵੀਰ ਸਿੰਘ ਜੀ ਹੁਣੇ ਕਹਿ ਵੀ ਰਹੇ ਤੇ ਉੱਪਰ ਦੱਸ ਰਹੇ ਨੇ, ਸੁਣੀ ਸੀਗੀ ਗੱਲ। ਉਹ ਬਹੁਤ ਉੱਤਮ ਗੱਲ ਹੁੰਦੀ ਹੈ ਦੂਸਰੇ ਦੇ ਵਿਚਾਰ ਨੂੰ ਜਰ ਲੈਣਾ। ਜਰਨਾ ਬੜਾ ਔਖਾ ਹੈ, ਨਹੀਂ ਤਾਂ ਝਗੜਾ ਕਰਦਾ ਬੰਦਾ, ਆਪਣੀ ਗੱਲ ਨੂੰ ਉੱਚੀ ਰੱਖਦਾ। ਸੋ ਇਹ ਜਿਹੜਾ ਗੁਰਬਾਣੀ ਦਾ ਖਿਆਲ ਹੈ ਵਿਸਤ੍ਰਿਤ ਗਿਆਨ ਵਿੱਚੋਂ ਪੈਦਾ ਹੁੰਦਾ, ਜੋ ਉਹਨਾਂ ਨੂੰ ਗੁਰਬਾਣੀ ਮੰਨਦੀ ਹੈ।
ਨਹੀਂ ਤਾਂ ਇਹ ਗੱਲਾਂ ਆ ਹੀ ਨਹੀਂ ਸਕਦੀਆਂ। ਤਾਂ ਬਾਰ-ਬਾਰ ਆਉਂਦਾ ਗੁਰਬਾਣੀ 'ਚ ਜ਼ਿਕਰ ਟਰਾਂਸਮਾਈਗ੍ਰੇਸ਼ਨ ਦਾ, ਵੀ ਜੇ ਇੱਥੋਂ ਪੌੜੀ ਤੇ ਇਸ ਪੌੜੀ ਤੇ ਜੋ ਨਰ ਚੁੱਕੈ ਆਏ ਜਾਏ ਦੁੱਖ ਪਾਇੰਦਾ। ਇਹਦਾ ਵੀ ਮਤਲਬ ਉਹੀ ਹੈ ਵੀ ਆਉਣਾ ਜਾਣਾ 84 ਦਾ ਗੇੜ ਬਣਿਆ ਰਹਿੰਦਾ। ਮਨੁੱਖ ਹੈ ਜਿਹੜਾ, ਇਹ ਸਭ ਤੋਂ ਸ੍ਰੇਸ਼ਟ ਡੰਡਾ ਇਸ ਪੌੜੀ ਦਾ। ਜਿਹੜਾ ਉਹ ਡੰਡੇ ਤੋਂ ਤਿਲਕ ਗਿਆ ਉਹਨੇ ਜੂਨਾਂ ਵਿੱਚ ਜਾਣਾ ਹੀ ਜਾਣਾ। ਈਵਨ ਦੇਵਤੇ ਵੀ ਜੂਨਾਂ 'ਚ ਪੈਂਦੇ ਮਰ ਕੇ। ਯੋਗ ਵਸਿਸ਼ਟ ਗ੍ਰੰਥ ਦੇ ਵਿੱਚ ਸ੍ਰੀ ਰਾਮ ਚੰਦਰ ਜੀ ਇੱਕ ਕੀੜੇ ਨੂੰ 14 ਵਾਰ ਹੇਠਾਂ ਗਿਰਦੇ ਨੂੰ ਦੇਖ ਕੇ ਹੱਸ ਪਏ। ਤਾਂ ਵਸ਼ਿਸ਼ਟ ਨੇ ਪੁੱਛਿਆ ਵੀ ਰਾਮ ਤੂੰ ਕਿਉਂ ਹੱਸ ਰਿਹਾ? ਕਿਉਂਕਿ ਉਹ ਗੁਰੂ ਸੀਗੇ, ਇਸ ਤਰ੍ਹਾਂ ਹੀ ਬੋਲੇ ਹੋਣਗੇ ਲਾਜ਼ਮੀ ਆਪ ਤੇ ਛੋਟੇ ਨੂੰ, ਵੀ ਰਾਮ ਕਿਉਂ ਹੱਸਿਆ? ਤਾਂ ਰਾਮ ਜੀ ਨੇ ਕਿਹਾ ਵੀ ਇਹ ਆਪਣੇ ਪਹਿਲੇ ਜਨਮਾਂ ਵਿੱਚ ਇੰਦਰ ਸੀਗਾ, ਸਵਰਗ ਦਾ ਦੇਵਤਾ, ਹੁਣ ਇਹ ਜੂਨਾਂ 'ਚ ਭਟਕਦਾ। ਉਹਨਾਂ ਦਾ ਵੀ ਖਿਆਲ ਐਸਾ ਹੀ ਹੈ, ਗੁਰਮਤ ਦਾ ਵੀ ਖਿਆਲ ਐਸਾ, ਜੂਨਾਂ ਦੇ ਵਿੱਚ ਆਉਣਾ ਜਾਣਾ ਬਣਿਆ ਰਹਿੰਦਾ। ਇਸੇ ਚੀਜ਼ ਨੂੰ ਮੁਕਤੀ ਕਿਹਾ ਜਾਂਦਾ ਹੈ, ਵੀ ਜੂਨਾਂ ਤੋਂ ਸਾਡਾ ਛੁਟਕਾਰਾ ਹੋ ਜਾਏ, ਸਾਨੂੰ ਪਰਮਾਤਮਾ ਦੇ ਨਾਲ ਜਿਉਂ ਜਿਉਂ ਧਰੂ ਨਾਰਦ ਟੇਕੇ ਨੈਕ ਟਿਕਾਵੋ ਮੋਹੇ। ਮੈਨੂੰ ਪੱਕੀ ਤਰ੍ਹਾਂ ਪਰਮਾਨੈਂਟਲੀ, ਜਿੱਕਣ ਧਰੂ ਹੈ ਪਰਮਾਨੈਂਟ ਤਾਰਾ ਆਪਾਂ ਨੂੰ ਦਿਖਦਾ ਹੈ, ਉਹਦੇ ਹਵਾਲੇ ਨਾਲ ਕਹਿ ਰਹੇ ਹੈ ਮੈਨੂੰ ਵੀ ਪੱਕੀ ਤਰ੍ਹਾਂ ਉਸੇ ਤਰ੍ਹਾਂ ਟਿਕਾ ਦੇ ਜਿਵੇਂ ਧਰੂ ਨੂੰ ਟਿਕਾਇਆ ਹੋਇਆ, ਨਾਰਦ ਨੂੰ ਟਿਕਾਇਆ ਹੋਇਆ। ਮਤਲਬ ਇਹ ਵੀ ਮੈਂ ਜੂਨਾਂ 'ਚ ਨਾ ਮੁੜ ਕੇ ਆਵਾਂ ਜਾਵਾਂ ਫਿਰ। ਹਾਂ, ਜੇ ਉਹ ਚਾਹੇ ਆਪਣੀ ਕਿਸੇ ਵੀ ਮੁਕਤ ਹੋਈ ਆਤਮਾ ਨੂੰ ਭੇਜਣਾ ਚਾਹੇ ਤਾਂ ਉਹ ਭੇਜ ਸਕਦਾ, ਉਹ ਤਾਂ ਸਰਬ ਸ਼ਕਤੀਮਾਨ ਹੈ। ਜਿਹੜੀਆਂ ਵੀ ਜਿਨ੍ਹਾਂ ਦਾ ਆਪਾਂ ਪ੍ਰਕਾਸ਼ ਕਹਿੰਦੇ ਆ, ਐਸੀਆਂ ਰੂਹਾਂ ਸੰਸਾਰ ਦੇ ਵਿੱਚ ਜ਼ਿਆਦਾ ਆਉਂਦੀਆਂ, ਉਹ ਕਿਸੇ ਆਪਣੇ ਕਰਮ ਕਿਰਤ ਕਰਕੇ ਨਹੀਂ ਆਉਂਦੀਆਂ। ਕਿਰਤ ਕਰਮ ਉਹਨਾਂ ਦੇ ਨਾਲ ਹੁੰਦਾ ਹੀ ਨਹੀਂ ਕੋਈ ਵੀ, ਉਹ ਸਿਰਫ ਪਰਮਾਤਮਾ ਵੱਲੋਂ ਹੁਕਮ ਲੱਗਦਾ। ਦਸ਼ਮੇਸ਼ ਜੀ ਨੇ ਵੀ ਇਹੀ ਬਾਤ ਫਰਮਾਈ ਹੈ ਵੀ ਮੈਨੂੰ ਗੁਰਦੇਵ ਨੇ ਪਠਾਇਆ ਇਸ ਜਗਤ ਵਿੱਚ, ਮੈਂ ਆਪਣਾ ਸੁੱਤ ਤੋਹੇ ਨਵਾਜਾ, ਪੰਥ ਪਰਚੁਰ ਕਰਵੇ ਕੋ ਸਾਜਾ। ਜਾ ਕੇ ਪੰਥ ਚਲਾ ਤੇ ਦੁਨੀਆ ਦੀ ਜਿਹੜੀ ਕੁਬੁੱਧ ਕਰ ਰਹੇ ਦੁਨੀਆ, ਡੁਐਲਿਟੀ ਨੂੰ ਕੁਬੁੱਧ ਕਿਹਾ ਦਸ਼ਮੇਸ਼ ਜੀ ਨੇ, ਵੀ ਉਹਨਾਂ ਨੂੰ ਹਟਾਓ ਕਰਨੇ। ਕੁਬੁੱਧ ਕਰਨ ਤੇ ਲੋਕ ਹਟਾਏ। ਡੁਐਲਿਟੀ ਕੁਬੁੱਧ ਹੈ, ਏਕਾ ਸਦਬੁੱਧੀ ਹੈ, ਵਿਵੇਕ। ਸੋ ਐਸਾ ਤਾਂ ਕੁਛ ਹੈ ਨਹੀਂ ਹੈ। ਇਹ ਤਾਂ ਕੁਛ ਮਿਸ਼ਨਰੀ ਹੈ, ਸਾਰੇ ਨਹੀਂ ਕਰਦੇ ਏਦਾਂ। ਮੇਰਾ ਵੀ ਵਾਹ ਮਿਸ਼ਨਰੀ ਨਾਲ ਬਹੁਤ। ਕੁਛ ਹੈਗੇ ਅਲਟਰਾ ਮਾਡਰਨ ਜੇ ਜਿਹੜੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ, ਉਹ ਗੁਰਬਾਣੀ ਦੇ ਵਿੱਚ ਜਿਹੜੀ ਸ਼ਕਤੀ ਹੈ ਨਾ ਰੱਬ ਦੀ, ਉਹ ਤੋਂ ਉਹ ਇਨਕਾਰੀ ਹੈ। ਉਹ ਇੱਕ ਮਨੁੱਖ ਦੀ ਤਰ੍ਹਾਂ ਕਲਪਦੇ ਆ ਗੁਰੂ ਸਾਹਿਬ ਨੂੰ ਔਰ ਭਗਤ ਸਾਹਿਬਾਨਾਂ ਨੂੰ। ਉਹ ਕਹਿੰਦੇ ਇੱਕ ਹੋ ਹੀ ਨਹੀਂ ਸਕਦਾ, ਜਿਹਦੀਆਂ ਪਰਾਭੌਤਿਕ ਸ਼ਕਤੀਆਂ ਉਹ ਵਾਪਰਦੀਆਂ ਹੀ ਨਹੀਂ ਹੈ। ਉਸ ਖਿਆਲ ਚੋਂ ਉਹ ਇਹ ਗੱਲ ਕੱਢ ਰਹੇ ਆ ਵੀ ਮਨੁੱਖ ਦੇ ਜਨਮ ਦੇ ਪਹਿਲੇ ਜ਼ਿੰਦਗੀ ਦੇ ਵਿੱਚ ਜੋ ਕੁਛ ਉਹਨੇ ਕਰਮ ਕਰੇ ਵੇ ਹੁੰਦੇ, ਕੀਟ ਪਤੰਗਿਆਂ ਵਰਗੇ, ਸੱਪਾਂ ਵਾਲੇ ਵੀ, ਉਹਨਾਂ ਦਾ ਜ਼ਿਕਰ ਹੈ। ਨੋ ਫਿਰ ਬਾਅਦ ਵਿੱਚ ਕਿਹਦਾ ਜ਼ਿਕਰ ਹੈ? ਸਰਪ ਜੋਨ ਬਲ ਉਤਰ, ਵਾਰ ਸੱਪ ਦੀ ਜੋਨ ਚ ਆਉਂਦਾ। ਉਹ ਤਾਂ ਆਉਣ ਵਾਲੀ ਗੱਲ ਹੈ, ਜਾਂ ਪਹਿਲੀ ਤਾਂ ਹੈ ਨਹੀਂ। ਸੋ ਤੁਸੀਂ ਤਾਂ ਆਪ ਸਿਆਣੇ ਹੋ, ਸੋਚਿਓ ਵਿਚਾਰਿਓ ਇਸ ਗੱਲ ਨੂੰ। ਫਿਰ ਹੋਰ ਵੀ ਸ਼ਬਦ ਆ ਜਾਣੇ ਗੁਰਬਾਣੀ ਚ ਬਹੁਤ ਸਾਰੇ, ਇਹਦੇ ਤਾਂ ਸੈਂਕੜੇ ਸ਼ਬਦ ਹੋਣਗੇ ਇਸ ਵਿਸ਼ੇ ਦੇ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆ। ਖਨਲੀ ਧੋਤੀ ਉਜਲ ਨਾ ਹੋਵਈ, ਜੇ ਸੌ ਤੋਵਣ ਪਾਹੋ। ਇਹ ਜਿਹੜਾ ਮਨ ਹੈ, ਇਹ ਜਨਮਾਂ ਜਨਮਾਂਤਰਾਂ ਤੋਂ ਕਾਲਾ ਹੁੰਦਾ ਆ ਰਿਹਾ, ਹੁਣ ਉਹ ਸਿਆਹ ਹੋਇਆ ਪਿਆ। ਜਨਮ ਜਨਮ ਕੀ ਇਸ ਮਨ ਕੋ ਮਲ। ਕੋਲੂ ਦੀ ਲੀਰ ਜਿੱਕਣ ਲਿਬੜੀ ਠੰਡੀ, ਹਰ ਵਕਤ ਉਹ ਕਿੰਨੀ ਵੀ ਧੋ ਲਓ ਉਹਨੂੰ ਉਹ ਸਾਫ਼ ਨਹੀਂ ਹੁੰਦੀ। ਇਸੇ ਤਰ੍ਹਾਂ ਹੀ ਸਾਡਾ ਮਨ ਹੈ, ਇਹਨੂੰ ਕੇਵਲ ਔਰ ਕੇਵਲ ਗੁਰਬਾਣੀ ਕਰ ਸਕਦੀ, ਉਹ ਵੀ ਜੇ ਗੁਰਬਾਣੀ ਜਾਂ ਗੁਰੂ ਦੀ ਕਿਰਪਾ ਵਰਸ ਜੇ। ਏਦਾਂ ਨਹੀਂ ਗੁਰਬਾਣੀ ਕਰਦੀ ਜਿਵੇਂ ਅਸੀਂ ਲੋਕ ਸਮਝੀ ਬੈਠੇ ਹਾਂ। ਸਾਰਾ ਹੀ ਸੰਸਾਰ ਪੜ੍ਹਦਾ ਗੁਰਬਾਣੀ ਤੋਂ। ਪੜ੍ਹਨਾ ਅੱਛੀ ਗੱਲ ਹੈ, ਇੱਕ ਪਹਿਲਾ ਸਟੈਪ ਹੈ ਉਧਰ ਨੂੰ ਤੁਰਨ ਦਾ। ਜਦੋਂ ਗੁਰਬਾਣੀ ਦੀ ਕਿਰਪਾ ਵਰਸੂਗੀ ਨਾ, ਫੇਰ ਮਨ ਨੇ ਸਾਫ਼ ਹੋਣਾ, ਅਦਰਵਾਈਜ਼ ਹੁੰਦਾ ਹੀ ਨਹੀਂ ਕਦੇ ਵੀ। ਕਿਉਂਕਿ ਮਨ ਵਸ ਆਵੇ ਨਾਨਕਾ, ਜੇ ਪੂਰਨ ਕਿਰਪਾ ਹੋਏ। ਗੁਰਬਾਣੀ ਦੀ ਪੂਰਨ ਕਿਰਪਾ ਹੋ ਜਾਏ, ਗੁਰੂ ਦੀ ਪੂਰਨ ਕਿਰਪਾ ਹੋ ਜਾਏ, ਫੇਰ ਇਹ ਮਨ ਵਸ ਚ ਆ ਜਾਂਦਾ, ਫਿਰ ਸਾਫ਼ ਹੋ ਜਾਂਦਾ। ਅਦਰਵਾਈਜ਼ ਇਹ ਸਾਫ਼ ਨਹੀਂ ਹੁੰਦਾ। ਚਲੋ ਬਾਕੀ ਦੀ ਵਿਚਾਰਾਂ ਫੇਰ ਕਰ ਲਾਂਗੇ। ਕੋਈ ਅਪ ਸ਼ਬਦ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ ਭਾਈ ਮਨਜੀਤ ਸਿੰਘ ਜੀ, ਤੁਹਾਡਾ ਪ੍ਰਸ਼ਨ ਬੜਾ ਇੰਟਰਸਟਿੰਗ ਹੈ। ਮਿਸ਼ਨਰੀ ਵਿਚਾਰਧਾਰਾ ਚੋਂ ਕੁਛ ਲੋਕ ਇਸ ਵਿਚਾਰ ਨੂੰ ਫੋਲੋ ਕਰਦੇ ਹੈ। ਅਸਲ 'ਚ ਇਹ ਵਿਚਾਰ ਉਹ ਲੋਕ ਸਮਝਦੇ ਹੈ ਜਿਹੜੇ
ਇਹ ਸਮਝਦੇ ਆ ਵੀ ਕਰਾਮਾਤ ਨਹੀਂ ਹੁੰਦੀ ਜਾਂ ਗੁਰੂ ਦੀ ਕੋਈ ਇਹੋ ਜਿਹੀ ਪਾਵਰ ਨਹੀਂ ਹੁੰਦੀ, ਉਹ ਇੱਕ ਕੇਵਲ ਮਨੁੱਖ ਸਮਝਦੇ ਆ ਗੁਰੂ ਨੂੰ। ਆਪ ਜੀ ਨਾਲ ਵਿਚਾਰ ਕਰਨ ਲੱਗਾ ਡਿਟੇਲ 'ਚ। ਅੰਤ ਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਸਰਪ ਜੋਨ ਵਲ ਵਲ ਉਤਰੈ। ਜਦ ਬੰਦਾ ਮਰਨ ਕਿਨਾਰੇ ਹੁੰਦਾ ਅੰਤ ਕਾਲ, ਜਿਹੜਾ ਉਸ ਟਾਈਮ ਜਿਹੋ ਜਿਹਾ ਵੀ ਕੋਈ ਸਾਰੀ ਉਮਰ ਕਰਦਾ ਰਿਹਾ, ਉਹ ਉਸ ਤਰ੍ਹਾਂ ਦਾ ਹੀ ਉਹਨੂੰ ਉਸ ਟਾਈਮ ਸੁਪਨਾ ਜਾਂ ਖਿਆਲ ਆਉਂਦਾ। ਜਿਤ ਲਾਗੋ ਮਨ ਵਾਸਨਾ ਅੰਤ ਸਾਈ ਪ੍ਰਗਟਾਨੀ, ਉਹੀ ਆਉਂਦੀ ਹੈ। ਕਿਸੇ ਕਾਰਨ ਤੇ ਜਾਮਲ ਨੂੰ ਆ ਗਈ, ਉਹ ਗੱਲ ਹੋਰ ਹੈ। ਵੈਸੇ ਨੋਰਮਲੀ ਜੋ ਕਰਦਾ ਰਹਿੰਦਾ ਜ਼ਿੰਦਗੀ 'ਚ ਉਹੀ ਆਉਂਦੀ ਹੈ। ਤਾਂ ਹੁਣ ਗੁਰੂ ਸਾਹਿਬ ਜਾਂ ਭਗਤ ਜੀ ਫਰਮਾਉਂਦੇ ਆ, ਉਹ ਜਿਹੜਾ ਲక్ష్ਮੀ ਨੂੰ ਸਿਮਰਦਾ ਉਹ ਅਗਲੇ ਜਾਮੇ 'ਚ ਸੱਪ ਬਣਦਾ। ਮਰਨ ਦਾ ਸਮਾਂ ਇੱਕ ਦੋ ਪਲ ਕੋਲ ਹੈ, ਤਾਂ ਫਿਰ ਕਿਹੜੀ ਸੋਚ ਆ ਜਾਂਦੀ ਹੈ ਜਿਹੜੀ ਮਿਸ਼ਨਰੀ ਕਹਿੰਦੇ ਵੀ ਜਿਹੜੀ ਪਹਿਲਾਂ ਆ ਗਈ ਸੀਗੀ। ਔਰ ਇਹ ਸਾਰਾ ਕੁਛ ਲਿਖਦੇ ਹੋਏ ਭਗਤ ਜੀ ਦੱਸਦੇ ਆ ਵੀ ਜਿਹੜਾ ਆਪਣੇ ਬੱਚਿਆਂ ਨੂੰ ਸਿਮਰਦਾ ਹੈ ਉਹ ਕਿਆ ਬਣਦਾ, ਸੂਕਰ ਜੋਨ 'ਚ ਆਉਂਦਾ। ਜਿਹੜਾ ਮੰਦਰਾਂ ਨੂੰ, ਆਪਣੇ ਮਹਿਲਾਂ ਨੂੰ, ਮਕਾਨਾਂ ਨੂੰ ਸਿਮਰਦਾ ਉਹ ਪ੍ਰੇਤ ਜੋਨ 'ਚ ਪੈਂਦਾ ਹੈ। ਤੋ ਆਪਣੇ ਲੜਕਿਆਂ ਨੂੰ ਸਿਮਰਦਾ ਉਹ ਸੂਰ ਬਣਦਾ, ਸੂਰੀ ਬਣਦਾ। ਹੁਣ ਮਨੁੱਖਾ ਜਨਮ ਵਿੱਚ ਸੂਰ ਬਣਨਾ, ਸੱਪ ਬਣਨਾ, ਮਿਸ਼ਨਰੀ ਤਾਂ ਕਹਿੰਦੇ ਵੀ ਜਿਹੜਾ ਕੁਛ ਪਹਿਲਾਂ ਬੰਦੇ ਨੇ ਭੋਗਿਆ ਵਾ ਹੁੰਦਾ, ਜਦ ਫਿਰ ਉਹ ਸੰਤ ਬਣ ਜਾਂਦਾ ਹੈ ਤਾਂ ਫਿਰ ਉਹਦਾ ਪਹਿਲਾਂ ਵਾਲਾ ਜਿਹੜਾ ਉਹ ਖਿਆਲ ਉਹ ਟੁੱਟ ਜਾਂਦਾ। ਜਿਵੇਂ ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕਰੰਗਾ। ਉਹ ਇਹ ਕਹਿੰਦੇ ਹੈ ਵੀ ਇਹਨਾਂ ਤ੍ਰਿਗਦ ਜੂਨਾਂ ਵਰਗੇ ਜਾਂ ਸੱਪਾਂ ਵਰਗੇ ਪਹਿਲਾਂ ਖਿਆਲਾਤ ਹੁੰਦੇ ਬੰਦੇ ਦੇ, ਫਿਰ ਉਹ ਸੁਧਰ ਜਾਂਦੇ। ਹੁਣ ਭਗਤ ਜੀ ਫਰਮਾਉਂਦੇ ਆ, ਅੰਤ ਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਬਦਤ ਲੋਚਨ ਤੇਰਾ ਤੇ ਨਰ ਮੁਕਤਾ, ਪੀਤਾੰਬਰ ਵਾਂ ਕੇ ਹਿਰਦੈ ਵਸੈ। ਉਹਦੇ ਦੇ ਹਿਰਦੇ ਵਿੱਚ ਨਾਰਾਇਣ ਵੱਸ ਜਾਂਦਾ। ਫਿਰ ਜੂਨੀਆਂ ਖਤਮ ਹੋ ਜਾਂਦੀਆਂ। ਪਹਿਲਾਂ ਉੱਪਰ ਸਾਰੀਆਂ ਜੂਨੀਆਂ ਦਾ ਜ਼ਿਕਰ ਕਰਿਆ ਹੋਇਆ। ਮਿਸ਼ਨਰੀ ਕਹਿੰਦੇ ਆ ਵੀ ਪਹਿਲਾਂ ਜੋ ਕੁਛ ਹੋ ਲੈਂਦਾ ਉਹ ਭੋਗਦਾ ਰਹਿੰਦਾ ਬੰਦਾ, ਮਨ ਵਿੱਚ ਇਹ ਸਾਰਾ ਕੁਝ ਹੋ ਲੈਂਦਾ ਹੈ ਵੀ ਜੂਨੀਆਂ ਦਾ ਕੋਈ ਰੌਲਾ ਨਹੀਂ ਹੈ। ਕਬੀਰ ਜੀ ਦਾ ਫਰਮਾਨ, ਕਬੀਰ ਹਰਿ ਕਾ ਸਿਮਰਨ ਛਾੜ ਕੇ ਅਹੋਈ ਰਾਖੈ ਨਾਰ, ਗਦੀ ਹੋਏ ਕੇ ਉਤਰੈ ਭਾਰ ਸਹਿ ਮਨ ਚਾਰ। ਜਿਹੜੀਆਂ ਅਹੋਈ ਦਾ ਵਰਤ ਰੱਖਦੀਆਂ, ਅਹੋਈ ਦੀਵਾਲੀ ਤੋਂ ਪਹਿਲਾਂ ਇੱਕ ਚੱਕਰੀ ਨੂੰ ਕਹਿੰਦੇ ਆ, ਉਹ ਕੰਧਾਂ ਉੱਪਰ ਵੀ ਲਿਖਦੀਆਂ ਹੋਈ ਹੋਈ ਕਰਕੇ। ਇਸ ਤਰ੍ਹਾਂ ਅਸੀਂ ਦੇਖਿਆ ਲਿਖਦੇ ਛੋਟੇ ਹੁੰਦਿਆਂ ਨੂੰ। ਉਹ ਅਹੋਈ ਇੱਕ ਪ੍ਰਜਨਨ ਦੀ ਦੇਵੀ ਹੈ। ਹਾਲਾਂਕਿ ਜਿਸ ਸੰਦਰਭ ਵਿੱਚ ਇਹ ਬਾਤ ਉਰੇ ਆਈ ਹੋਈ ਹੈ, ਇਹਦਾ ਮਤਲਬ ਹੈ ਜਿਹੜਾ ਵੀ ਵਰਤ ਰੱਖਿਆ ਜਾਂਦਾ ਚੀਚਕ ਦਾ, ਸੀਤਲਾ ਦਾ, ਉਹਨੂੰ ਕਹਿੰਦੇ ਅਹੋਈ। ਲੇਕਿਨ ਨਵੀਂ ਜਿਹੜੀ ਖੋਜ ਹੋਈ ਹੈ, ਹੁਣ ਕਿਸੇ ਵਿਦਵਾਨ ਨੇ PhD ਕਰੀ ਹੈ ਇਸ ਵਿਸ਼ੇ ਤੇ ਪੰਜਾਬ ਯੂਨੀਵਰਸਿਟੀ 'ਚ, ਉਹਨੇ ਅਹੋਈ ਨੂੰ ਪ੍ਰਜਨਨ ਦੀ ਦੇਵੀ ਮੰਨਿਆ। ਜੇ ਬਾਣੀ ਦੇ ਹਿਸਾਬ ਨਾਲ ਦੇਖੀਏ ਤਾਂ ਫਿਰ ਇਹ ਅਹੋਈ ਵਰਤ ਹੈ ਚੀਚਕ ਦਾ, ਮਾਤਾ ਦਾ। ਜਿਹੜੀਆਂ ਇਹ ਚੀਜ਼ਾਂ ਰੱਖਦੀਆਂ, ਚੀਚਕ ਦੇ ਵਰਤ ਰੱਖਦੀਆਂ, ਚੀਚਕ ਨੂੰ ਪੂਜਦੀਆਂ, ਮਾਤਾ ਰਾਣੀ ਨੂੰ, ਗਦੀ ਹੋਏ ਕੇ ਉਤਰੈ, ਉਹ ਅਗਲੇ ਜਨਮ 'ਚ, ਕਿਉਂਕਿ ਮਾਤਾ ਰਾਣੀ ਖੋਤੇ ਦੀ ਸਵਾਰੀ ਕਰਦੀ ਹੈ, ਉਹ ਅਗਲੇ ਜਨਮ 'ਚ ਗਧੀਆਂ ਬਣ ਜਾਂਦੀਆਂ। ਪਹਿਲਾਂ ਦੀ ਗੱਲ ਤਾਂ ਘੱਟ ਹੋ ਗਈ ਮਿਸ਼ਨਰੀਆਂ ਦੀ, ਜਿਹੜੀ ਕਹਿੰਦੇ ਵੀ ਪਹਿਲਾਂ ਭੋਗਿਆ ਬੰਦੇ ਨੇ ਉਸ ਤਰ੍ਹਾਂ। ਇਹ ਉਸ ਤਰ੍ਹਾਂ ਦੀ ਵਿਚਾਰ ਹੈ ਜਿਵੇਂ ਬਾਬਾ ਨਾਮਦੇਵ ਜੀ ਦਾ ਸ਼ਬਦ ਹੈ ਨਾ ਬਈ, ਮਹਾਮਾਈ ਕੀ ਪੂਜਾ ਕਰੈ ਨਰ ਸੈ ਨਾਰ ਹੋਏ ਉਤਰੈ। ਜਿਹੜਾ ਕੋਈ ਮਹਾਮਾਈ ਨੂੰ ਪੂਜਦਾ ਹੈ, ਦੇਵੀਆਂ ਨੂੰ ਪੂਜਦਾ ਹੈ, ਉਹ ਅਗਲੇ ਜਨਮ ਵਿੱਚ ਔਰਤ ਬਣ ਜਾਂਦਾ ਹੈ, ਨਰ ਤੋਂ ਔਰਤ ਬਣਦਾ ਹੈ। ਇਹੀ ਖਿਆਲ ਬਾਬਾ ਨਾਮਦੇਵ ਜੀ ਦਾ ਮਾਤਾ ਰਾਣੀ ਦੇ ਬਾਰੇ 'ਚ ਹੈ ਵੀ ਗਧੀ ਹੋਏ ਕੇ ਉਤਰੈ। ਔਰ ਇੱਕ ਖਿਆਲ ਹੋਰ ਵੀ ਚੱਲਿਆ ਆਉਂਦਾ ਸਮਾਜ ਦੇ ਵਿੱਚ, ਜਿਹੜਾ ਬਾਣੀ 'ਚ ਵੀ ਹੈ, ਹਰਿ ਕਾ ਸਿਮਰਨ ਛਾੜ ਕੇ ਰਾਤ ਜਗਾਵਣ ਜਾਏ, ਸਰਪਣ ਹੋਏ ਕੇ ਉਤਰੈ ਜਾਏ ਆਪਣੇ ਖਾਏ। ਸੱਪਣੀ ਬਣ ਕੇ ਅਗਲੇ ਜਨਮ 'ਚ ਆਪਣੇ ਜੰਮਿਆਂ ਨੂੰ ਖਾਂਦੀ ਹੈ। ਜਿਵੇਂ ਸੱਪਣੀ ਖਾਂਦੀ ਹੈ, ਇੱਕ ਨੇ ਉਹ ਖਾਊਗਾ ਜਿਹੜਾ ਵੀ ਕੋਈ ਇਹਨਾਂ ਦੀ ਪੂਜਾ ਕਰਦਾ।
ਰਾਤਾਂ ਨੂੰ ਜਿੰਨੀ ਜਗਰਾਤੇ ਕਰਦਾ, ਰਾਤਾਂ ਦੇ ਜਿਹੜੇ ਉਹ ਪੁੱਠਾ ਟੂਣੇ ਟਾਮਣ ਵਗੈਰਾ ਕਰਦੇ ਹੁੰਦੇ ਰਾਤ ਦੇ ਟਾਈਮ ਚਰਸਤਿਆਂ ਪਰ। ਇਹ ਖਿਆਲ ਬਾਣੀ 'ਚ ਹੋਰ ਵੀ ਕਈ ਜਗ੍ਹਾ ਆ ਰਿਹਾ, ਕਿਉਂਕਿ ਲੋਕਾਂ ਦਾ ਵੀ ਖਿਆਲ ਸੀਗਾ ਤੇ ਭਗਤਾਂ ਨੇ ਵੀ ਇਹ ਗੱਲ ਕਹੀ ਹੈ ਵਾਰ-ਵਾਰ, ਬਈ ਜਿਹੜਾ ਵੀ ਬੰਦਾ ਜਿਹੋ ਜਿਹਾ ਕੰਮ ਕਰਦਾ ਹੈ, ਇੱਕ ਤਾਂ ਉਹਨੂੰ ਅਖੀਰ ਦੇ ਟਾਈਮ ਉਹੋ ਜਿਹੇ ਫੁਰਨੇ ਆਉਂਦੇ, ਖਿਆਲ ਆਉਂਦੇ, ਅੰਤ ਸਾਈ ਪ੍ਰਗਟਾਨੀ ਜਿਹੜੀ ਬਾਤ ਹੈ। ਇੱਕ ਫਿਰ ਉਹ ਉਹੋ ਜਿਹਾ ਹੀ ਜਾਮਾ ਉਹਨੂੰ ਗਾਹਾਂ ਮਿਲ ਜਾਂਦਾ, ਜਿਹੋ ਜਿਹਾ ਉਹ ਚੇਤਨਾ ਰੱਖ ਕੇ ਜਾਂਦਾ ਇੱਥੋਂ। ਇਹ ਸਾਡੇ ਹਿੰਦੂ ਫਲਸਫੇ ਦਾ ਖਿਆਲ ਵੀ ਹੈ। ਸੋ ਜਿਹੜਾ ਬੰਦਾ ਜਿਸ ਤਰ੍ਹਾਂ ਦੀ ਚਿੱਤਦਾ, ਜਿਵੇਂ ਹੁਣ ਇਸਤਰੀ ਨੂੰ ਕੋਈ ਚਿੱਤਦਾ ਹੈ, ਭੋਗ ਵਿਲਾਸ ਨੂੰ ਚਿੱਤਦਾ ਫਰਜ਼ ਕਰੋ, ਉਹਨੇ ਅਗਲੇ ਜਨਮ 'ਚ ਭੋਗ ਵਿਲਾਸ ਵਾਲਾ ਹੀ ਜੀਵਨ ਮਿਲਣਾ ਫਿਰ ਉਹਨੂੰ। ਇਹ ਹੈ ਗੁਰਮਤ ਦਾ ਜਾਂ ਹਿੰਦੂ ਫਲਸਫੇ ਦਾ ਜਿਹੜਾ ਸਾਨੂੰ ਇਹ ਗੱਲ ਬਾਰ-ਬਾਰ ਬਾਣੀ 'ਚ ਆ ਰਹੀ, ਇੱਕ ਥਾਂ ਨਹੀਂ ਇਹ ਕਈ ਥਾਂ ਆਉਂਦੀ ਹੈ। ਜਿਹੋ ਜਿਹਾ ਬੰਦੇ ਦਾ ਕਰਮ ਹੈ ਉਹ ਉਹਨੂੰ ਅਖੀਰ ਦੇ ਟਾਈਮ ਪ੍ਰਗਟ ਹੁੰਦਾ ਅਤੇ ਉਹਦੇ ਮੁਤਾਬਕ ਉਹਨੂੰ ਅਗਲਾ ਜਾਮਾ ਮਿਲਦਾ ਹੈ। ਜੇ ਉਹ ਮਨੁੱਖੀ ਜਾਮਾ ਹੈ ਮੁੜ ਕੇ ਤਾਂ ਰੀ ਇਨਕਾਰਨੇਸ਼ਨ ਹੈ, ਜੇ ਉਹ ਹੇਠਲੀਆਂ ਜੂਨਾਂ ਵਿੱਚ ਚਲਾ ਜਾਂਦਾ ਤਾਂ ਉਹ ਟਰਾਂਸਮਾਈਗ੍ਰੇਸ਼ਨ ਆਫ ਸੋਲ ਹੈ ਦੂਜੀਆਂ ਜਾਮਿਆਂ 'ਚ। ਇਹੋ ਜਿਹਾ ਖਿਆਲ ਚੱਲਦਾ ਹੈ, ਜਿਹੜੇ ਪੂਰਬ ਦੇ ਚਾਰੇ ਧਰਮ ਹੈ ਇਹਨਾਂ ਵਿੱਚ ਚੱਲਦਾ ਹੈ, ਇਹ ਮਾਨਤਾ ਹੈ ਪੁਨਰ ਜਨਮ ਦੀ ਇਹਦੇ 'ਚ। ਅਤੇ ਕਈ ਵਿਦਵਾਨ ਇਹ ਪੁਨਰ ਜਨਮ ਨੂੰ ਮੰਨਦੇ ਨਹੀਂ ਹੈ, ਵੀ ਹੁੰਦਾ ਨਹੀਂ ਹੈ, ਵੀ ਜਿਵੇਂ ਪੱਛਮ ਦੇ ਧਰਮ ਕਹਿੰਦੇ ਆ। ਹੁਣ ਫਿਰ ਇਹਦੀ ਗੱਲ ਦਾ ਤਾਂ ਆਪਾਂ ਕੁਛ ਕਹਿ ਨਹੀਂ ਸਕਦੇ, ਆਪਾਂ ਤਾਂ ਗੱਲ ਬਾਣੀ ਦੀ ਉਹ ਕਰ ਸਕਦੇ ਹਾਂ। ਜੇ ਕੋਈ ਨਹੀਂ ਵੀ ਮੰਨਦਾ ਹੈ, ਬਾਣੀ ਨੂੰ ਇੰਟਰਪ੍ਰੇਟ ਹੋਰ ਤਰੀਕੇ ਨਾਲ ਕਰਦਾ ਹੈ, ਉਹਨਾਂ ਨੂੰ ਮੁਬਾਰਕ ਹੈ, ਕਰੀ ਜਾਣ। ਉਹਨਾਂ ਦਾ ਜਿਹੜਾ ਸੋਚ ਹੈ ਜਿਹੜੀ ਉਹ ਹੋਰ ਤਰ੍ਹਾਂ ਦੀ ਹੈ। ਬਹੁਤ ਸਾਰੇ ਖਾਸੇ ਲੋਕ ਐਸੇ ਜਿਹੜੇ ਇਸ ਤਰੀਕੇ ਨਾਲ ਕਰਦੇ ਹੈ ਗੁਰਬਾਣੀ ਨੂੰ ਇੰਟਰਪ੍ਰੇਟ। ਉਹਨਾਂ ਦਾ ਮੇਨ ਮਕਸਦ ਇਹ ਹੁੰਦਾ ਵੀ ਕੋਈ ਪਰਾ ਭੌਤਿਕ ਸ਼ਕਤੀ ਜੋੜਨੀ ਨਹੀਂ ਗੁਰੂਆਂ ਨਾਲ, ਗੁਰਬਾਣੀ ਨਾਲ, ਵੀ ਜੋ ਮਨੁੱਖ ਦੇ ਤਲ 'ਤੇ ਬੰਦਾ ਕਰਦਾ ਬਸ ਉਹੀ ਠੀਕ ਹੈ, ਇਸ ਤਰ੍ਹਾਂ ਹੀ ਕਹਿੰਦੇ ਆ। ਇਸੇ ਖਿਆਲ ਵਿੱਚੋਂ ਜਿਹੜਾ ਜਪ ਸਿਮਰਨ ਹੈ ਉਹਦਾ ਖੰਡਨ ਹੁੰਦਾ ਹੈ। ਉਹ ਕਹਿੰਦੇ ਵੀ ਇਹ ਕੁਛ ਨਹੀਂ ਹੈ, ਜਪ ਨਾਲ ਕੁਛ ਨਹੀਂ ਹੁੰਦਾ, ਸਿਮਰਨ ਨਾਲ ਕੁਛ ਨਹੀਂ ਹੁੰਦਾ, ਵੀ ਜੋ ਕਰਨਾ ਹੱਥਾਂ ਪੈਰਾਂ ਨਾਲ ਕਰੋ ਉਹੀ ਸਭ ਕੁਛ ਹੈ। ਇਹ ਖਿਆਲ ਹੈ ਉਹ ਗੁਰਮਤ ਦਾ ਹਰ ਪੱਖ ਤੋਂ ਖੰਡਨ ਕਰਨਾ ਉਹਨਾਂ ਨੇ। ਜਿਹੜੀ ਅੰਦਰਲੀ ਗੱਲ ਹੈ ਗੁਰਮਤ ਦੀ, ਬਾਹਰਲੀਆਂ ਗੱਲਾਂ ਪਕੜ ਕੇ ਗੁਰਮਤ ਨੂੰ ਨਾਲ ਰੱਖਦੇ ਆਪਣੇ, ਇਹ ਗੱਲ ਸਹੀ ਨਹੀਂ ਹੈ। ਜਿਹੜੀ ਗੱਲ ਗੁਰਬਾਣੀ 'ਚ ਵਾਰ-ਵਾਰ ਲਗਭਗ ਹਰ ਸ਼ਬਦ ਵਿੱਚ ਆ ਰਹੀ ਹੈ ਜਪਣ ਦੀ ਗੱਲ, ਉਹਨੂੰ ਨਕਾਰ ਕੇ ਪਰੇ ਸਿੱਟ ਦਿੰਦੇ। ਇਸੀ ਕਰਕੇ ਗੁਰੂ ਨਾਨਕ ਪਾਤਸ਼ਾਹ ਦੀਆਂ ਤਿੰਨੇ ਸਿੱਖਿਆਵਾਂ ਦੇ ਵਿੱਚੋਂ ਪਹਿਲੀ ਨਾਮ ਜਪਣਾ ਹੈ, ਉਹ ਕਿਰਤ ਕਰਨੇ ਨੂੰ ਮੂਹਰੇ ਰੱਖਣ ਲੱਗ ਪਏ ਹੁਣ, ਨਾਮ ਨੂੰ ਪਿੱਛੇ ਲੈ ਜਾਂਦੇ। ਇਹ ਤੋੜ ਮਰੋੜ ਕੇ ਪੇਸ਼ ਕਰਨ ਵਾਲੀ ਗੱਲ ਹੈ, ਔਰ ਖਿੱਚ ਕੇ ਅਰਥ ਕਰਨ ਵਾਲੀ ਗੱਲ ਹੈ ਗੁਰਬਾਣੀ ਦੀ। ਅਰਥ ਤਾਂ ਜਿੱਧਰ ਨੂੰ ਮਰਜ਼ੀ ਕਰੀ ਜਾਓ, ਖਿੱਚ ਕੇ ਤੋੜ ਕੇ ਹੋ ਜਾਂਦੇ, ਪਰ ਜਿਹੜੀ ਅਸਲੀ ਗੱਲ ਹੈ, ਜਿਹੜਾ ਥੋਟ ਹੈ ਉਹ ਤਾਂ ਉਹੀ ਹੈ ਜਿਹੜਾ ਸਮੁੱਚਾ ਸਾਰੀ ਬਾਣੀ 'ਚ ਹੁੰਦਾ। ਇੱਕ ਸ਼ਬਦ ਤੋਂ ਕਿਤੇ ਤੋੜ ਮਰੋੜ ਕੇ ਪੇਸ਼ ਕਰਨਾ ਉਹ ਗੱਲ ਹੋਰ ਹੈ। ਕਮ ਸੇ ਕਮ ਦਾਸਰੇ ਦਾ ਤਾਂ ਇਹੀ ਖਿਆਲ ਹੈ। ਕੋਈ ਇਹਨੂੰ ਹੋਰ ਕਰੈਕਟ ਕਰ ਦੇਵੇ ਤਾਂ ਬੜੀ ਅੱਛੀ ਗੱਲ ਹੈ, ਕਿਉਂਕਿ ਸਿੱਖ ਧਰਮ ਹੈ ਜਿਹੜਾ ਇਹ ਬਹੁਤ ਵਿਸ਼ਾਲ ਹਿਰਦਾ ਇਹਦੇ 'ਚ ਤਰ੍ਹਾਂ ਤਰ੍ਹਾਂ ਦੀਆਂ ਸੋਚਾਂ ਹੈ ਬੰਦਿਆਂ ਦੀਆਂ, ਤਰ੍ਹਾਂ ਤਰ੍ਹਾਂ ਦੇ ਇੱਕ ਬੂਟੇ ਨੂੰ ਫੁੱਲ ਲੱਗੇ ਹੋਏ ਹੈ। ਤਾਂ ਜੇ ਕੋਈ ਹੋਰ ਤਰੀਕੇ ਨਾਲ ਸੋਚਦਾ ਔਰ ਕਨਵਿੰਸ ਕਰਾਉਂਦਾ ਹੈ ਤਾਂ ਬਹੁਤ ਵਧੀਆ ਗੱਲ ਹੈ, ਕਰਾਵੇ। ਸਾਨੂੰ ਤਾਂ ਜਿੰਨਾ ਕੁਛ ਹੁਣ ਤੁਸੀਂ ਪੜ੍ਹਿਆ ਸੁਣਿਆ ਵਿਚਾਰਿਆ ਉਹਦੇ 'ਚ ਉਹੀ ਗੱਲ ਲੱਗਦੀ ਹੈ। ਫਿਰ ਉਹ ਗੱਲ ਮੂਹਰੇ ਆਈ ਜਾਂਦੀ ਹੈ ਵੀ ਰੱਬ ਦੀਆਂ ਰੱਬ ਜਾਣੇ, ਗੁਰੂ ਦੀਆਂ ਗੁਰੂ ਜਾਣੇ। ਬੰਦਾ ਅਲਪ ਬੁੱਧੀ ਹੈ, ਹੋ ਸਕਦਾ ਗਲਤ ਹੋਵੇ, ਇਹ ਵੀ ਤਾਂ ਗੱਲ ਨਾਲ ਦੀ ਨਾਲ ਹੈ। ਉਹ ਹੈ ਬੰਦੇ ਦੀ ਕਦੇ ਵੀ ਪੂਰੀ ਸਮਝ ਹੋ ਹੀ ਨਹੀਂ ਸਕਦੀ ਹੈ ਕਿਸੇ ਦੀ ਵੀ। ਹਾਂ, ਵਿਆਕਰਨ ਦੇ ਤੌਰ 'ਤੇ ਜਦ ਕੋਈ ਗੱਲ ਆਉਂਦੀ ਹੈ ਉਹਨੂੰ ਆਪਾਂ ਨੂੰ ਪੂਰਨ ਮੰਨਣਾ ਪੈਂਦਾ, ਫਿਰ ਉੱਥੇ ਨਹੀਂ ਦੂਜੀ ਗੱਲ ਵੱਲ ਜਾ ਸਕਦਾ ਮਨ। ਜਿੱਥੇ ਤੱਕ ਸਿਧਾਂਤਕ ਗੱਲਾਂ ਹੁੰਦੀਆਂ ਉਹਨਾਂ ਵਿੱਚ ਇੱਧਰ ਉੱਧਰ ਹੋਣ ਦੀ ਸੰਭਾਵਨਾ ਹੁੰਦੀ ਹੈ, ਕਿਉਂਕਿ ਬੰਦਾ ਪੂਰਾ ਨਹੀਂ ਹੈ। ਵਿਆਕਰਨ ਉਹਦਾ ਨਿਰਣਾ ਕਰਦਾ, ਜੇ ਉਸ ਤਰ੍ਹਾਂ ਦੀ ਕਿਤੇ ਕੋਈ ਵਿਚਾਰ ਆਉਂਦੀ ਹੋਵੇ ਉਹਦਾ ਕਿਸੇ ਸ਼ਬਦ ਦੇ ਆਧਾਰ ਦੇ ਉੱਤੇ ਫਿਰ ਨਿਰਣਾ ਵਿਆਕਰਨ ਕਰ ਸਕਦਾ, ਬੰਦਾ ਨਹੀਂ ਕਰ ਸਕਦਾ। ਬੰਦਾ ਖਾਮ ਖਿਆਲੀ 'ਚ ਹੁੰਦਾ ਹਮੇਸ਼ਾ ਹੀ। ਚਲੋ ਹੋਰ ਵਿਚਾਰਾਂ ਆ ਜਾਣੀਆਂ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਗਰੁੱਪ ਵਿੱਚ ਜਾਂ ਬਾਹਰ ਵੀ, ਜਿੱਥੋਂ ਇਹ ਗੱਲ ਹੋਰ ਪ੍ਰਗਟ ਹੋ ਜੂਗੀ ਵੀ ਜੂਨਾਂ ਨੂੰ ਤਾਂ ਮੰਨਦੀ ਹੈ ਗੁਰਬਾਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹਾਂਜੀ ਸਿੰਘ ਸਾਹਿਬ ਜੀ, ਉਹ ਤੁਹਾਡੀ ਇਹ ਵਿਚਾਰ ਤੋਂ ਦੱਸ ਰਹੇ ਨੇ। ਫਿਰ ਡਿਕਸ਼ਨਰੀ ਚੱਕ ਕੇ ਵੀ ਦੇਖਿਆ ਬਈ ਸਾਈਂ ਮੂਸਿਓਂ ਲੜ ਪਰਿਆ ਤਜ ਕਿਨ ਫਰਮਾਈ ਗਾਏ, ਵੀ ਗਾਏ ਦਾ ਮਤਲਬ ਜਾਏ ਹੁੰਦਾ ਹੈ, ਜਗ੍ਹਾ ਨੂੰ ਕਹਿੰਦੇ। ਲੇਕਿਨ ਮੇਰਾ ਤਾਂ ਆਪਣਾ ਖਿਆਲ ਇਹ ਹੈ ਵੀ ਫਾਰਸੀ ਦੇ ਵਿੱਚ ਜਾਏ ਸ਼ਬਦ ਜਗ੍ਹਾ ਖਾਤਰ ਆਉਂਦਾ ਹੈ, ਔਰ ਗੁਰਬਾਣੀ 'ਚ ਇਹ 500-700 ਜਗ੍ਹਾ ਆਉਂਦਾ ਹੈ, 500-700 ਜਗ੍ਹਾ। ਜਿਵੇਂ ਇੱਕ ਤਾਂ ਹੁਣੇ ਯਾਦ ਆ ਗਈ ਗੱਲ, ਜੀਵਨ ਪਦ ਨਿਰਵਾਣ ਇੱਕੋ ਸਿਮਰੀਐ, ਦੂਜੀ ਨਾਹੀ ਜਾਏ ਕਿਨ ਬਿਦ ਧੀਰੀਐ। ਜਾਏ ਜਗ੍ਹਾ, ਗਾਏ ਗਾਏ ਨੂੰ ਇਹ ਕਹਿੰਦੇ ਆ, ਕਾਊ ਨੂੰ। ਔਰ ਜਿਹੜੀ ਅਰਬੀ ਬੋਲੀ ਹੈ ਉਹਦੇ 'ਚ ਬੱਕਰ ਕਹਿੰਦੇ, ਬੱਕਰ ਗਾਏ ਨੂੰ, ਔਰ ਸਾਨ ਨੂੰ ਬੱਕਰ। ਤਾਂ ਹੀ ਬਕਰੀਦ ਕਹਿੰਦੇ। ਉਹ ਬਕਰੀਦ ਬੱਕਰੇ ਨਾਲ ਤਾਲੁਕ ਨਹੀਂ ਰੱਖਦੀ, ਸਾਨਾਂ ਨਾਲ ਜਾਂ ਗਾਇਆਂ ਨਾਲ, ਜਿਹਨੂੰ ਉਹ ਵੱਢ ਕੇ ਖਾਂਦੇ ਆ। ਫਿਰ ਸੋ ਗਾਏ ਦਾ ਮਤਲਬ ਤਾਂ ਗਾਏ ਹੋਇਆ ਹੈ, ਕਬੀਰ ਜੀ ਨੇ ਉਹਨੂੰ ਗਾਏ ਕਿਹਾ, ਔਰ ਅਰਬੀ ਦੇ ਵਿੱਚ ਉਹਨੂੰ ਬੱਕਰ ਕਿਹਾ ਜਾਂਦਾ ਹੈ। ਅਤੇ ਫਾਰਸੀ ਦਾ ਜਿਹੜਾ ਸ਼ਬਦ ਹੈ ਜਾਏ, ਇਹ ਗੁਰਬਾਣੀ 'ਚ ਬਹੁਤ ਜਗ੍ਹਾ ਆਉਂਦਾ, ਜਗ੍ਹਾ ਖਾਤਰ। ਬਾਕੀ ਤੁਹਾਡੇ ਕੋਲ ਕੋਈ ਹੋਰ ਵਿਚਾਰ ਹੋਇਆ ਇਸ ਸੰਦਰਭ ਵਿੱਚ ਵੀ ਗਾਏ ਦਾ ਮਤਲਬ ਜਗ੍ਹਾ ਹੈ, ਤਾਂ ਜ਼ਰੂਰ ਦੱਸਿਓ, ਸਾਂਝਾ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਗੁਰਮੁਖ ਸੱਜਣੋ, ਮਹਾਨ ਕੋਸ਼ ਵਿੱਚ 5-6 ਅਰਥ ਗਾਏ ਦੇ ਕਰੇ ਗਏ। ਭਾਈ ਜਸਵੀਰ ਸਿੰਘ ਜੀ, ਜਸਪਾਲਵੀਰ ਸਿੰਘ ਜੀ ਨੇ ਪਾਇਆ ਵਿੱਚ। ਇਹ ਹੁਣ ਪ੍ਰਕਰਨ ਦੇਖਣਾ ਪਊਗਾ ਆਪਾਂ ਨੂੰ ਵੀ ਕਿਹੜੇ ਪ੍ਰਕਰਨ 'ਚ ਕਬੀਰ ਜੀ ਗੱਲ ਕਹਿ ਰਹੇ ਬਾਤ। ਜੇ ਤਾਂ ਸ਼ਬਦ ਫਾਰਸੀ ਦੇ ਸਾਰੇ ਹੀ ਲਗਭਗ, ਫਿਰ ਤਾਂ ਗਾਏ ਬਣੂਗੀ ਜਗ੍ਹਾ। ਜੇ ਹਿੰਦੀ ਦੀ ਬੋਲੀ ਹੈ ਜਾਂ ਹਿੰਦੁਸਤਾਨੀ ਬੋਲੀ ਹੈ, ਸਾਧ ਭਾਸ਼ਾ ਜਿਹਨੂੰ ਕਹਿੰਦੇ ਆ, ਫਿਰ ਉਹਦਾ ਮਤਲਬ ਗਾਏ ਹੈ, ਗਊ ਤੋਂ ਹੈ। ਇਹ ਵਿਚਾਰ ਲਓ, ਇਸ ਗੱਲ ਤੋਂ ਸਾਰੀ ਗੱਲ ਕਲੀਅਰ ਹੋ ਜਾਊਗੀ, ਕਿਉਂਕਿ ਇਹਦੇ 'ਚ ਵਿਆਕਰਨ ਦਾ ਤਾਂ ਕੋਈ ਨੁਕਤਾ ਹੈ ਨਹੀਂ। ਅਰਥ ਜ਼ਰੂਰ ਮਹਾਨ ਕੋਸ਼ ਵਿੱਚ ਦੋਹੇ, ਬਲਕਿ 5-6 ਅਰਥ ਆਏ ਹੋਏ ਆ। ਹੁਣ ਆਪਣੇ ਪੜ੍ਹਿਓ ਸਾਰਿਆਂ ਨੇ, ਸੰਦਰਭ ਦੇਖੋ, ਵਿਚਾਰ ਦਿਓ ਸਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।